ਸਾਧ ਸੰਗਤ ਆਓ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਆਪਣੀ ਜ਼ਿੰਦਗੀ ਦੀਆਂ ਘੜੀਆਂ ਨੂੰ ਸਫਲਾ ਕਰਨ ਦੇ ਵਾਸਤੇ ਗੁਰਚਰਨਾਂ ਵਿੱਚ ਜੁੜ ਕਰਕੇ ਕਾਫੀ ਸਮੇਂ ਤੋਂ ਹਰੀ ਜਸ, ਗੁਰੂ ਜਸ ਔਰ ਕੀਰਤਨ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਆਉਣ ਵਾਲੇ ਸਮੇਂ ਲਈ ਸਫਲਾ ਕਰੀਏ। ਆਪਣੀ ਵਾਰੀ ਨਾਲ ਗੱਜ ਵੱਜ ਕੇ ਬੋਲਿਆ ਕਰੋ। ਪਹਿਲੇ ਦਾਸ, ਸਾਰੇ ਜੱਥੇ ਨਾਲ ਭਾਈ ਵੀ ਬੋਲਿਆ ਕਰੋ। ਤੀਸਰੇ ਹਿੱਸੇ ਵਿੱਚ ਮੇਰੀਆਂ ਭੈਣਾਂ, ਮਾਤਾਵਾਂ, ਬੱਚੀਆਂ ਸਾਰੇ ਬੋਲਿਆ ਕਰੋ। ਸੰਗਤਾਂ ਕੋਸ਼ਿਸ਼ ਕਰੋ, ਜਿਹੜੇ ਕੌਲੇ ਦੇ ਪਿੱਲਰ ਦੇ ਉੱਲੇ ਬੈਠੇ ਹੋ, ਸਾਹਮਣੇ ਬੈਠਣ ਦੀ ਕੋਸ਼ਿਸ਼ ਕਰੋ। ਅੱਗੇ ਜਗ੍ਹਾ ਹੈਗੀ ਹੈ, ਸਾਰੇ ਜਿੰਨੇ ਵੀ ਹੋ ਸਾਹਮਣੇ ਹੋ ਕੇ ਬੈਠੋ। ਸਰੋਤਾ ਵਕਤਾ ਦੋਨੋਂ ਆਸ ਵਿੱਚ ਹੀ ਦਰਸ਼ਨ ਹੋਣ, ਫਿਰ ਪੂਰਾ ਆਨੰਦ ਆਉਂਦਾ ਹੈ, ਬਿਰਤੀ ਟਿਕਦੀ ਹੈ। ਇਸ ਕਰਕੇ ਆਓ ਸਾਰੇ ਰਲ ਕੇ ਆਪਣੀ ਵਾਰੀ ਦੇ ਨਾਲ ਬੋਲਿਆ ਕਰੋ।
शरण पर्यो दरबारे स्वामी, शरण पर्यो दरबारे, शरण पर्यो दरबारे स्वामी, शरण पर्यो दरबारे, शरण पर्यो दरबारे स्वामी, शरण पर्यो दरबारे, शरण पर्यो दरबारे, शरण पर्यो दरबारे। दरबारे शरण पर्यो दरबारे, 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 वारे शरण पर्यो दरबारे, शरण पर्यो दरबारे स्वामी, 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 शरण पर्यो दरबारे, दरबारे स्वामी दरबारे, शरण पर्यो दरबारे स्वामी, शरण पर्यो स्वामी, शरण पर्यो दरबारे। ਕੋਟ ਅਪਰਾਧ ਖੰਡਨ ਕੇ ਦਾਤੇ, ਇੱਕ ਨਹੀਂ ਦੋ ਨਹੀਂ ਕਰੋੜਾਂ ਅਪਰਾਧਾਂ ਨੂੰ ਖੰਡਣ ਵਾਲੇ ਸਤਿਗੁਰੂ ਮਹਾਰਾਜ ਜੀ, ਉਹਨਾਂ ਅੱਗੇ ਅਰਦਾਸ ਬੇਨਤੀ ਕਰ। ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ, ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮਗਤ ਪਾਈਐ, ਮਾਇਆ ਰਚ ਬੰਧ ਹਾਰੇ, ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰ ਜਨ ਮਿਲੇ ਪਿਆਰੇ, ਨਾਨਕ ਅੰਧ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਸਾਧ ਸੰਗ ਪਰਮਗਤ ਪਾਈਐ, ਮਹਾਰਾਜ ਜੀ ਨੇ ਸੰਗਤ ਨੂੰ ਵਡਿਆਇਆ ਹੈ। ਸੰਗਤ ਵਿੱਚ ਆ ਕਰਕੇ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ। ਮਨੁੱਖਾ ਜਨੂੰ ਕਾਹਦੇ ਵਾਸਤੇ ਪ੍ਰਾਪਤ ਹੋਇਆ ਹੈ, ਤੇ ਨਹੀਂ ਤੇ ਸਾਧ ਸੰਗਤ ਇੱਕ ਪਸ਼ੂ ਪੰਛੀਆਂ ਦੀ ਤਰ੍ਹਾਂ ਹੀ ਮਨ ਨੂੰ ਸੰਸਾਰ ਦੇ ਉੱਪਰ ਫਿਰੀ ਜਾਣਾ, ਖਾਣਾ ਪੀਣਾ ਇਤਿਆਦਿਕ, ਇਹ ਤੇ ਬਾਕੀ ਦੀਆਂ ਜੁਨਾਂ ਵਿੱਚ ਵੀ ਪਾਇਆ ਜਾਂਦਾ ਹੈ। ਪਸ਼ੂਆ ਮਨੁੱਖ ਦੇ ਅੰਤਰ ਅੰਤਰ ਇਹ ਹੈ। ਸੁਰਤ ਸ਼ਬਦ ਕੋ ਵਿਵੇਕ ਅਵਿਵੇਕ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਫਰਕ ਇਹ ਹੈ, ਇਹ ਸੰਗਤ ਵਿੱਚ ਆ ਕੇ ਹੀ ਸੋਝੀ ਪ੍ਰਾਪਤ ਹੁੰਦੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗਦਾ ਹੈ। ਸੁਰਤ ਸ਼ਬਦ ਕੋ ਵਿਵੇਕ ਅਵਿਵੇਕ ਹੈ। ਸਾਨੂੰ ਵਿਵੇਕ ਹੈ, ਗਿਆਨ ਹੈ, ਕੀ ਕਰਨਾ ਕੀ ਨਹੀਂ ਕਰਨਾ, ਉਹ ਸਾਨੂੰ ਗਿਆਨ ਹੈ। ਸੰਗਤ 'ਚ ਆ ਕੇ ਗਿਆਨ ਪ੍ਰਾਪਤ ਹੋਣਾ ਹੈ। ਬਾਕੀ ਪਸ਼ੂਆਂ ਨੂੰ ਕੋਈ ਸਾਸਨ ਗਿਆਨ ਨਹੀਂ, ਉਹਨਾਂ ਨੂੰ ਖਾਣ ਦਾ ਪਤਾ ਹੈ, ਪਰਾਏ ਅਧੀਨ ਨੇ। ਪਸ਼ੂ ਹਰਿਆਓ ਸੁਣਿਓ ਅਨ ਸੁਣਿਓ ਕਰੈ, ਮਾਨਸ ਜਨਮ ਉਪਦੇਸ਼ ਰਿਡਾ ਟੇਕ ਹੈ। ਭਾਈ ਜੀ ਕਹਿੰਦੇ ਨੇ ਪਸ਼ੂ ਨੂੰ ਜਿੰਨਾ ਮਰਜ਼ੀ ਸੁਣਾਈ ਜਾਓ, ਅਣਸੁਣਿਆ ਨਾਲ ਦੀ ਨਾਲ ਕਰਨਾ ਹੈ, ਉਹਦੇ ਕੋਈ ਅਸਰ ਨਹੀਂ ਹੋਵੇਗਾ। ਪਰ ਸਾਨੂੰ ਗੁਰੂ ਦੇ ਉਪਦੇਸ਼ ਦੀ ਟੇਕ ਹੈ, ਆਸਰਾ ਹੈ। ਪਸ਼ੂਆ ਸ਼ਬਦਹੀਨ ਜਿਹਬਾ ਨਾ ਬੋਲ ਸਕੈ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਸ਼ਬਦ ਤੋਂ ਹੀੜਾ ਹੈ, ਬੋਲ ਨਹੀਂ ਸਕਦਾ, ਬੋਲਦਾ ਤੇ ਹੈ, ਆਪਣੀ ਬੋਲੀ ਬੋਲਦਾ ਹੈ, ਪਰ ਅਲਫਾਜ਼ ਕੋਈ ਨਹੀਂ ਬਣਦਾ, ਉਹਦਾ ਸਾਸਮਤ ਰਿਜ਼ਲਟ ਕੋਈ ਨਹੀਂ ਨਿਕਲਦਾ। ਤੇ ਅਸੀਂ ਜਿੰਨੇ ਮਰਜ਼ੀ ਬਚਨ ਬੋਲ ਲਈਏ, ਚੰਗੇ ਬੋਲ ਲਈਏ, ਮਾੜੇ ਬੋਲ ਲਈਏ, ਸਾਡੇ ਇਖਤਿਆਰ ਹੈ। ਉਹ ਅੱਗੇ ਫਲ ਮਿਲਣਾ ਹੈ ਬਚਨ ਬੋਲਿਆਂ ਦਾ। ਜੈਸੇ ਕਊਆ ਕੋਕਲ ਦੋਨੋਂ ਖਗ ਸਿਆਮ ਤਨ,
ਕਊਆ ਤੇ ਕਾਂ ਦੋਨੋਂ ਕਾਲੇ ਰੰਗ ਦੇ ਹਨ। ਬੋਲੀ ਹੈ ਸ਼ੁਭ ਸ਼ੁਭ ਸ਼ਬਦ ਕਹਿ ਭਾਖੀ ਹੈ, ਪਰ ਜਦੋਂ ਬੋਲਦੇ ਨੇ ਉਦੋਂ ਪਤਾ ਲੱਗਦਾ ਵੀ ਇਹ ਕਾਂ ਬੋਲਦਾ ਹੈ, ਇਹ ਕੋਇਲ ਬੋਲਦੀ ਹੈ। ਅਤੇ ਸਾਨੂੰ ਵੀ ਗਿਆਨ ਹੈ ਸਾਧ ਸੰਗਤ, ਇਸੇ ਕਰਕੇ ਸੰਗਤ 'ਚੋਂ ਆ ਕੇ ਸੋਝੀ ਮਿਲਦੀ ਹੈ ਵੀ ਜਦੋਂ ਵੀ ਬੋਲ ਮਿੱਠੇ ਬੋਲ ਬੋਲ ਜਿਹਦੇ ਨਾਲ ਗੁਰੂ ਨਾਲ ਸਾਡੀ ਸਾਂਝ ਪੈ ਜਾਵੇ, ਜਿਹੜਾ ਬੋਲ ਸਾਨੂੰ ਕਿਤੇ ਕੋਈ ਨੁਕਸਾਨ ਤਾਂ ਨਹੀਂ ਦੇਵੇਗਾ। ਸੋ ਭਾਈ ਜੀ ਕਹਿੰਦੇ ਨੇ ਪਸ਼ੂਆ ਸ਼ਬਦੀਨ ਜੇਬਾ ਨਾ ਬੋਲ ਸਕੈ, ਮਾਨਸ ਜਨ ਬੋਲੇ ਬਚਨ ਅਨੇਕ ਹੈ। ਅਖੀਰ ਤੇ ਫਿਰ ਕਿਹਾ ਹੈ ਸ਼ਬਦ ਸੁਰਤ ਸੁਣ ਸਮਝ ਬੋਲੇ ਵਿਵੇਕੀ, ਨਾਤਰ ਅਚੇਤ ਪਸ਼ੂ ਪ੍ਰੇਤ ਹੂੰ ਏਕ ਹੈ। ਕਹਿੰਦੇ ਵਿਵੇਕੀ ਹੈ ਮਨੁੱਖ ਤਾਂ ਹੈ ਭਾਈ ਜਿਸ ਸ਼ਬਦ ਨੂੰ ਸੋਚ ਕਰਕੇ ਬੋਲਦਾ ਹੈ। ਲਿਖ ਹੈ ਬੋਲਣ ਬੋਲਣਾ, ਜੋ ਬੋਲ ਰਹੇ ਹਾਂ ਸਾਰਾ ਲੇਖੇ ਵਿੱਚ ਪੈ ਰਿਹਾ ਹੈ। ਮਾੜਾ ਬੋਲਾਂਗੇ ਉਹ ਵੀ ਲੇਖੇ ਵਿੱਚ ਪੈਣਾ, ਉਹੋ ਜਿਹਾ ਫਲ ਪ੍ਰਾਪਤ ਹੋਣਾ ਹੈ। ਚੰਗਾ ਬੋਲਾਂਗੇ ਸਤਿਸੰਗ ਉਹੋ ਜਿਹਾ ਫਲ ਪ੍ਰਾਪਤ ਹੋਣਾ ਹੈ। ਭਾਈ ਗੁਰਦਾਸ ਜੀ ਫਿਰ ਕਹਿੰਦੇ ਨੇ, ਕਹਿੰਦੇ ਫਿਰ ਵਿਵੇਕੀ ਹੈ ਭਾਈ ਤੂੰ, ਫਿਰ ਗਿਆਨਵਾਨ ਹੈ, ਫਿਰ ਮਨੁੱਖਾਂ 'ਚ ਤੇਰਾ ਦਰਜਾ ਹੈ। ਨਾਤਰ ਚੇਤ ਪਸ਼ੂ ਪ੍ਰੇਤ ਹੂੰ ਮੈਂ ਕਹਿ ਕੇ, ਨਹੀਂ ਤਾਂ ਕਹਿੰਦੇ ਪਸ਼ੂ ਪ੍ਰੇਤਾਂ ਵਿੱਚੋਂ ਇੱਕ ਸਮਝ ਲਓ। ਇੰਨਾ ਕਹੀਆ ਵੀ ਪਸ਼ੂਆਂ ਦੇ ਸਿੰਘ ਹੁੰਦੇ ਨੇ, ਤੇਰੇ ਸਿੰਘ ਨਹੀਂ ਹੈਗੇ। ਉਹਦੇ ਪੂੰਛ ਹੁੰਦੀ ਹੈ, ਤੇਰੇ ਪੂੰਛ ਨਹੀਂ ਲੱਗੀ ਹੋਈ। ਵਰਨਾ ਕੋਈ ਫਰਕ ਨਹੀਂ ਹੈ। ਭੋਜਨ ਨਿੰਦਰਾ ਭੋਗ ਭੈ ਇਹ ਪਸ ਪੁਰਖ ਸਮਾਨ, ਗਿਆਨ ਨਰਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਚਾਰ ਗੱਲਾਂ ਬਰਾਬਰ ਹੀ ਪਾਈਆਂ ਜਾਂਦੀਆਂ ਨੇ, ਖਾਣਾ ਪੀਣਾ, ਸੌਣਾ, ਭੋਗ ਭੋਗਣੇ, ਲੜਨਾ ਭਿੜਨਾ। ਪਸ਼ੂਆਂ ਪੰਛੀਆਂ ਵਿੱਚ ਵੀ ਚਾਰੇ ਗੱਲਾਂ ਮਿਲਦੀਆਂ ਨੇ, ਅਤੇ ਸਾਡੇ ਵਿੱਚ ਵੀ ਜੇ ਇਹੀ ਹੋਈਆਂ ਫਿਰ ਤਾਂ ਪਸ਼ੂ ਪੰਛੀਆਂ ਦੇ ਸਮਾਨ ਹੀ ਹੈ। ਤਾਂ ਹੀ ਮਹਾਰਾਜ ਜੀ ਨੇ ਕਿਹਾ ਹੈ ਭਲਿਆ ਮਨੁੱਖ ਬਣਾ ਕੇ ਭੇਜਿਆ ਸੀ। ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਕਰਕੇ ਮਨੁੱਖ ਭੇਜਿਆ। ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਪਿਆਰੇ ਜੀ 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 ਕਰਕੇ ਮਨੁੱਖ ਭੇਜਿਆ। ਕਰਕੇ ਮਨੁੱਖ ਭੇਜਿਆ। ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦਾ, ਉਹ ਕਰਕੇ ਮਨੁੱਖ ਭੇਜਿਆ। ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਕੰਮ ਪਸ਼ੂਆਂ ਵਾਲੇ ਕਰਦਾ, ਕਰਕੇ ਮਨੁੱਖ ਭੇਜਿਆ। ਆਓ ਇਹ ਗਿਆਨ ਸਾਰਾ, ਆਵਾਜ਼ ਥੋੜ੍ਹੀ ਜਿਹੀ ਘੱਟ ਰੱਖੋ।
ਇਹ ਸਾਰਾ ਗਿਆਨ ਸਾਨੂੰ ਜਿਹੜਾ ਹੈ ਸੰਗਤ ਵਿੱਚੋਂ ਆ ਕਰਕੇ ਪ੍ਰਾਪਤ ਹੋਣਾ ਹੈ। ਉਪਦੇਸ਼ ਗੁਰੂ ਦਾ ਹੈ। ਸਾਧੂ ਸੰਤ ਮਹਾਂਪੁਰਖ ਗੁਰਮੁਖ ਗੁਰਸਿੱਖ ਕਥਾਵਾਚਕ ਜਾਂ ਰਾਗੀ ਜਾਂ ਕੋਈ ਵੀ, ਉਹ ਸਾਨੂੰ ਗੁਰਬਾਣੀ ਦੇ ਵਿੱਚੋਂ ਸਾਸੰਤ ਖੋਜ ਕਰਕੇ ਸਾਡੇ ਅੱਗੇ ਹੀਰੇ ਉਹਨੂੰ ਕਿਹਾ ਉੱਤਮ ਸ਼ਲੋਕ ਸਾਧ ਕੇ ਬਚਨ ਉਮਲੀਕ ਲਾਲ ਹੀ ਰਤਨ। ਜਿਹਨੂੰ ਸੁਣਤ ਕਮਾਵਤ ਸੁਣਿਆ ਫਿਰ ਉਹਨੂੰ ਕਮਾਇਆ। ਹੋਤ ਆਧਾਰ ਆਪ ਤਰ ਲੋਕੈ ਨਿਸਤਰ। ਆਪ ਤਰ ਜਾਂਦੇ ਨੇ ਕਮਾਉਣ ਵਾਲੇ, ਹੋਰਾਂ ਨੂੰ ਤਾਰ ਦਿੰਦੇ ਨੇ। ਪਰ ਸੰਗਤ ਚ ਆ ਕੇ ਸੰਗਤ ਫਲ ਪਿੱਖੀ ਆ ਤਤਕਾਲਾ। ਕਾਗੋਂ ਪਿੱਕ ਪਿੱਕ ਬੱਕੋ ਮਰਾਲਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਬੇਨਤੀ ਕੀਤੀ ਸੀ ਇੱਕ ਗੁਰਸਿੱਖ ਨੇ, ਮਹਾਰਾਜ ਜੀ ਅੱਗੇ ਵੀ ਕਈਆਂ ਕੋਲੇ ਮੈਂ ਪੁੱਛਿਆ, ਆਵਾਜ਼ ਘੱਟ ਕਰੋ ਜੀ, ਅੱਗੇ ਵੀ ਮੈਂ ਕਈਆਂ ਕੋਲੇ ਪੁੱਛਿਆ ਸੀ, ਮੇਰਾ ਸ਼ੰਕਾ ਦੂਰ ਨਹੀਂ ਹੋਇਆ ਵੀ ਸੰਗਤ ਕਰਨ ਦਾ ਫਲ ਕੀ ਹੈ, ਮਹਾਤਮ ਕੀ ਹੈ। ਕੰਮ ਕਾਰ ਕਰੋ, ਤਕੜੇ ਹੋ ਕਰਕੇ ਤਾਂ ਵਿਹਲਿਆਂ ਦਾ ਕੰਮ ਹੁੰਦਾ, ਫਾਇਦਾ ਕੀ ਹੈ। ਕਈਆਂ ਨੇ ਜਵਾਬ ਦਿੱਤਾ, ਤਸੱਲੀ ਨਹੀਂ ਹੋਈ। ਮਹਾਰਾਜ ਜੀ ਨੇ ਸੋਚਿਆ ਵੀ ਇਸ ਤਰ੍ਹਾਂ ਗੱਲਾਂ ਨਾਲ ਇਹਦੀ ਤਸੱਲੀ ਨਹੀਂ ਹੋਣੀ, ਇਹਨੂੰ ਪ੍ਰੈਕਟੀਕਲ ਸਮਝਾਉਣਾ ਚਾਹੀਦਾ ਹੈ। ਮਹਾਰਾਜ ਜੀ ਕਹਿਣ ਲੱਗੇ ਕੋਈ ਨਹੀਂ, ਕੱਲ੍ਹ ਨੂੰ ਉਦਮ ਕਰੀ, ਅੰਮ੍ਰਿਤ ਵੇਲੇ ਦੱਖਣ ਦਿਸ਼ਾ ਵੱਲ ਜਾਈ, ਛੱਪੜ ਦੇ ਨੇੜੇ ਦਰਖਤ ਖੜਾ, ਉੱਥੋਂ ਤੈਨੂੰ ਜਵਾਬ ਮਿਲੇਗਾ। ਮੈਂ ਸੰਖੇਪ ਵਿੱਚ ਹੀ ਬੇਨਤੀ ਕਰਦਾ। ਦੂਸਰੇ ਦਿਨ ਗਿਆ, ਕੀ ਦੇਖਿਆ ਉੱਥੇ ਬੰਦਾ ਕੋਈ ਨਹੀਂ ਜਵਾਬ ਦੇਣ ਵਾਲਾ। ਕਾਵਾਂ ਦਾ ਜੋੜਾ ਹੈ, 2 ਕਾਂ ਬੈਠੇ ਹੋਏ ਹਨ, ਉਹਨਾਂ ਤੋਂ ਕੀ ਪੁੱਛੇ। ਕਾਫੀ ਦੇਰ ਇੰਤਜ਼ਾਰ ਕਰਕੇ ਵਾਪਸ ਮੁੜਿਆ, ਮਹਾਰਾਜ ਕੋਈ ਜਵਾਬ ਨਹੀਂ ਮਿਲਿਆ, ਕੱਲ੍ਹ ਨੂੰ ਜਾਈ। ਦੂਸਰੇ ਦਿਨ ਗਿਆ, ਕਾਵਾਂ ਤੋਂ ਸਾਧ ਸੰਗਤ ਬਗਲੇ ਬੈਠੇ ਹੋਏ ਹਨ, ਕੋਈ ਜਵਾਬ ਨਾ ਮਿਲਿਆ। ਤੀਜੇ ਦਿਨ ਫੇਰ ਜਾਈ, ਹੰਸ ਬੈਠੇ ਹੋਏ ਹਨ। ਚੌਥੇ ਦਿਨ ਫੇਰ ਭੇਜਿਆ, ਅੱਜ ਦੇਵਤਾ ਸਰੂਪ ਇਸਤਰੀ ਤੇ ਪੁਰਸ਼ 2 ਬੈਠੇ ਹੋਏ ਨੇ। ਹਾਂ, ਇਹਨਾਂ ਤੋਂ ਮੇਰਾ ਸਵਾਲ ਹੱਲ ਹੋਵੇਗਾ। ਨਮਸਕਾਰ ਕੀਤੀ, ਇਹਨੇ ਜਾ ਕੇ ਦੇਵਤਾ ਜਾਣ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ, ਪਰ ਉਹਨਾਂ ਨੇ ਦੋਨਾਂ ਨੇ ਉੱਠ ਕਰਕੇ ਇਸ ਨੂੰ ਨਮਸਕਾਰ ਕਰੀ। ਦੇਵਤਿਆਂ ਨੇ ਨਮਸਕਾਰ ਕੀਤੀ ਇਸ ਮਨੁੱਖ ਨੂੰ। ਉਹ ਪਿੱਛੇ ਹਟਦਾ, ਕਹਿੰਦਾ ਅਸੀਂ ਤਾਂ ਦੇਵਤਿਆਂ ਨੂੰ ਬਹੁਤ ਵੱਡੇ ਮੰਨਦੇ ਹਾਂ, ਤੁਸੀਂ ਮੇਰੇ ਤੇ ਵਜਨ ਚੜਾ ਰਹੇ ਹੋ ਮੈਨੂੰ ਨਮਸਕਾਰ ਕਰਕੇ। ਪਰ ਉਹ ਕੀ ਕਹਿੰਦੇ ਨੇ, ਧੰਨ ਮਾਤ ਲੋਕ ਧੰਨ ਮਨੁੱਖਾ ਦੇਹੀ। ਇਹ ਆਪਣੇ ਵੱਲ ਵੀ ਇਸ਼ਾਰਾ ਹੈ, ਸਮਝਣਾ ਹੈ ਚੀਜ਼ ਨੂੰ। ਸਾਖੀ ਦੇ ਵਿੱਚੋਂ ਸਿੱਖੀ ਸਿੱਖਿਆ ਗੁਰ ਵਿਚਾਰ। ਉਹ ਕਹਿ ਰਹੇ ਨੇ ਧੰਨ ਮਾਤ ਲੋਕ ਧੰਨ ਮਨੁੱਖਾ ਦੇਹੀ। ਇਹ ਹੈਰਾਨ ਹੋ ਗਿਆ, ਕਹਿੰਦਾ ਉਹ ਤਾਂ ਗੱਲ ਬਾਅਦ ਵਿੱਚ ਹੀ ਦੱਸਿਓ ਤੁਸੀਂ ਜਿਹੜਾ ਮੈਂ ਸਵਾਲ ਲੈ ਕੇ ਆਇਆ। ਪਰ ਆਹ ਸ਼ੰਕਾ ਹੋਰ ਪੈਦਾ ਹੋ ਗਿਆ। ਅਸੀਂ ਕਹਿੰਦੇ ਹਾਂ ਧੰਨ ਸਵਰਗ ਧੰਨ ਦੇਵਤੇ ਹਨ, ਤੁਸੀਂ ਮਾਤ ਲੋਕ ਨੂੰ ਧੰਨ ਕਹਿੰਦੇ ਹੋ ਜਿੱਥੇ ਦਿਨ ਰਾਤ ਝਗੜੇ ਝਾਟੇ ਨੇ, ਸ਼ੰਕੇ ਹੀ ਬਣੇ ਹੋਏ ਨੇ, ਝਗੜੇ ਹੀ ਝਗੜੇ ਨੇ। ਪਿਓ ਪੁੱਤ ਦਾ ਝਗੜਾ, ਮਾਂ ਧੀ ਦਾ ਝਗੜਾ, ਸੱਸ ਨੂੰਹ ਦਾ ਝਗੜਾ, ਭਰਾਵਾਂ ਦਾ ਝਗੜਾ, ਰਾਜਾ ਪ੍ਰਜਾ ਦਾ ਝਗੜਾ, ਚਾਰੇ ਪਾਸੇ ਝਗੜੇ ਹੀ ਝਗੜੇ ਨੇ। ਕਲੇ ਕਲੇਸ਼, ਇਹਦਾ ਨਾਮ ਹੀ ਕਲੇ ਰੱਖਿਆ ਹੈ, ਕਲਯੁਗ ਕਿਹਾ ਇਸ ਨੂੰ। ਅਤੇ ਇਸ ਕਰਕੇ ਅਸੀਂ ਤਾਂ ਕਹਿੰਦੇ ਹਾਂ ਵੀ ਦੇਵਤਾ ਦੇਹੀ ਜਿਹੜੀ ਧਨ ਹੈ, ਉਹ ਕਹਿਣ ਲੱਗੇ ਭਾਵੇਂ ਸੁੱਖ ਸਾਰੇ ਮਿਲਦੇ ਨੇ ਦੇਵਤਾ ਜੂਨੀ ਦੇ ਵਿੱਚੋਂ, ਸਾਰੇ ਦੁਨਿਆਵੀ ਸੁੱਖ ਪ੍ਰਾਪਤ ਹੁੰਦੇ ਨੇ, ਕੋਈ ਦੁੱਖ ਨਹੀਂ ਹੈ, ਕੋਈ ਝਗੜਾ ਝਾਟਾ ਨਹੀਂ, ਕੋਈ ਲੜਾਈ ਨਹੀਂ। ਪਰ ਈਰਖਾ ਜਿਹੜੀ ਸਾਡੇ ਵਿੱਚ ਵੀ ਪਾਈ ਜਾਂਦੀ ਹੈ ਵੀ ਫਲਾਣਾ ਵੱਡਾ ਹੋ ਗਿਆ, ਫਲਾਣਾ ਵੱਡਾ ਹੋ ਗਿਆ। ਬਾਕੀ ਸਾਨੂੰ ਡਰ ਬਣਿਆ ਰਹਿੰਦਾ ਹੈ ਇੱਕ ਦਿਨ ਕੀਤੇ ਹੋਏ ਪੁੰਨਾਂ ਦਾ ਸਦਕਾ ਉਹ ਸੁੱਖ ਪ੍ਰਾਪਤ ਹੁੰਦੇ ਨੇ। ਜਿਹੋ ਜਿਹਾ ਕੋਈ ਪੁੰਨ ਕਰਦਾ ਹੈ ਉਹੋ ਜਿਹੇ ਸੁੱਖ ਪ੍ਰਾਪਤ ਹੁੰਦੇ ਨੇ। ਜਿੰਨੇ ਜਿੰਨੇ ਪੁੰਨ ਕੀਤੇ ਉਹਨਾਂ ਕੋ ਨੂੰ ਸੁੱਖ ਪ੍ਰਾਪਤ ਹੋ ਜਾਂਦਾ, ਫਲ ਪ੍ਰਾਪਤ ਹੋ ਜਾਂਦਾ ਹੈ ਕੀਤੇ ਪੁੰਨਾਂ ਦਾ ਸਦਕਾ। ਪਰ ਜਿੰਨਾ ਕੁ ਪੁੰਨ ਕੀਤਾ ਉਹ ਫਲ ਭੋਗਿਆ, ਉਦੋਂ ਬਾਅਦ ਦੁਬਾਰਾ ਮਾਤ ਲੋਕ ਦੇ ਉੱਪਰ ਫਿਰ ਭੇਜਿਆ ਜਾਂਦਾ ਹੈ। ਇਹ ਡਰ ਬਣਿਆ ਰਹਿੰਦਾ ਹੈ ਵੀ ਪਤਾ ਨਹੀਂ ਕਿਹੋ ਜਿਹੀ ਜੂਨੀ ਪ੍ਰਾਪਤ ਹੋ ਜਾਊਗੀ। ਅਤੇ ਧੰਨ ਮਾਤ ਲੋਕ ਧੰਨ ਹੈ ਜਿੱਥੇ ਜਾ ਕਰਕੇ ਇਹ ਜਨਮ ਭੂਮੀ ਹੈ, ਕਰਮ ਭੂਮੀ ਹੈ। ਇੱਥੇ ਜਾ ਕਰਕੇ ਜਿਹੋ ਜਿਹਾ ਕੰਮ ਕਰਾਂਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਲਯੁਗ ਤਾਰਨ ਦੇ ਵਾਸਤੇ ਆਏ ਨੇ, ਉਹਨਾਂ ਦੀ ਸ਼ਰਨ ਵਿੱਚ ਜਾ ਕਰਕੇ ਸੰਗਤ ਕਰਕੇ ਨਾਮ ਜਪ ਕੇ ਗੁਰਬਾਣੀ ਪੜ੍ਹ ਕਰਕੇ ਹੌਲੀ ਹੌਲੀ ਐਸੀ ਅਵਸਥਾ ਪ੍ਰਾਪਤ ਹੋ ਜਾਣੀ ਹਮੇਸ਼ਾ ਦੇ ਵਾਸਤੇ। ਸਭ ਤੇ ਊਚ ਪਾਏ ਸਥਾਨ, ਬਹੁਰ ਨਾ ਹੋਵੇ ਆਪ ਨ ਜਾਨ। ਸੋ ਇਸ ਕਰਕੇ ਕਿਹਾ ਹੈ, ਮਹਾਰਾਜ ਜੀ ਵੀ ਇੱਕ ਭਗਤ ਕਬੀਰ ਜੀ ਦਾ ਫਰਮਾਨ ਹੈ, ਇਸ ਦੇਹੀ ਕੋ ਸਿਮਰਹਿ ਦੇਵ। ਤੈਨੂੰ ਤਾਂ ਪ੍ਰਾਪਤ ਹੋਈ ਹੈ ਭਾਈ। ਦੇਵਤਾ ਲੋਕ ਕਹਿੰਦੇ ਸਾਨੂੰ ਪ੍ਰਾਪਤ ਹੋ ਜਾਵੇ, ਉਹਨਾਂ ਨੂੰ ਪ੍ਰਾਪਤ ਨਹੀਂ ਹੈ।
ਤੈਨੂੰ ਪ੍ਰਾਪਤ ਹੋਈ ਹੈ ਤੋ ਲਾਹਾ ਲੈਣਾ ਕਰ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਇਹੀ ਲਾਹਾ ਹੈ। ਜਿਹੜਾ ਖਾਣਾ ਪੀਣਾ ਉਹ ਮੈਂ ਬੇਨਤੀ ਪਿੱਛੇ ਕਰੀ ਹੈ, ਉਹ ਬਾਕੀ ਦੀਆਂ ਜੂਨਾਂ ਵਿੱਚ ਸਾਰਾ ਕੁਝ ਪ੍ਰਾਪਤ ਹੋ ਰਿਹਾ ਹੈ। ਪਸ਼ੂ ਪੰਛੀਆਂ ਨੂੰ ਪ੍ਰਾਪਤ ਹੋਇਆ, ਸੈਲ ਪੱਥਰ ਮੈਂ ਜੰਤ ਉਪਾਏ। ਤਾ ਕਾਰਜ ਆਗਾ ਕਰ ਧਰਿਆ, ਉੱਥੇ ਉਹਨਾਂ ਦੀ ਰੋਜੀ ਪਹੁੰਚਾਈ ਹੋਈ ਹੈ। ਇਸ ਕਰਕੇ ਹੈ ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਕੋਈ ਦੇਹੀ ਮਿਲ ਗਈ ਹੈ ਬੰਦਿਆ, ਬੰਦਿਆ ਕੋਈ ਦੇਹੀ ਮਿਲ ਗਈ ਹੈ। ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਜਿਹੜੀ ਦੇਹੀ ਨੂੰ, ਜਿਹੜੀ ਦੇਹੀ ਨੂੰ ਦੇ ਦੇਵਤੇ, ਕੋਈ ਤੈਨੂੰ ਮਿਲ ਗਈ ਹੈ ਬੰਦਿਆ, ਬੰਦਿਆ ਕੋਈ ਤੈਨੂੰ ਮਿਲ ਗਈ ਹੈ। ਜਿਹੜੀ ਦੇਹੀ ਨੂੰ, ਜਿਹੜੀ ਦੇਹੀ ਨੂੰ ਦੇਵਤੇ, ਸੋਈ ਤੈਨੂੰ ਮਿਲ ਗਈ ਹੈ ਬੰਦਿਆ, ਬੰਦਿਆ ਸੋਈ ਤੈਨੂੰ ਮਿਲ ਗਈ ਹੈ। ਜਿਹੜੀ ਦੇਹੀ ਨੂੰ ਦੇਵਤਾ ਲੋਕ ਤਰਸ ਰਹੇ ਨੇ, ਇਸ ਕਰਕੇ ਇਹ ਤੁਹਾਨੂੰ ਪ੍ਰਾਪਤ ਹੋਈ ਹੈ। ਹੁਣ ਸ਼ੰਕਾ ਕਹਿਣ ਲੱਗੇ ਮੈਨੂੰ ਇਹ ਦੱਸੋ ਵੀ ਸੰਗਤ ਕਰਨ ਦਾ ਕੀ ਮਹੱਤਵ ਹੈ। ਕਹਿੰਦੇ ਅੱਖਾਂ ਨਾਲ ਤੂੰ ਦੇਖ ਲਿਆ। ਕਹਿਣ ਲੱਗੇ ਮੈਨੂੰ ਤਾਂ ਕੁਝ ਨਹੀਂ ਪਤਾ ਲੱਗਿਆ। ਪਹਿਲੇ ਦਿਨ ਜਿਹੜੇ ਕਾਂ ਸੀ, ਉਹ ਕਾਂ ਜੁਨੀ ਸਾਡੀ ਸੀ। ਕੋਈ ਐਸਾ ਕਰਮ ਹੋ ਗਿਆ, ਜਿਵੇਂ ਮੈਂ ਬੇਨਤੀ ਕਰਦਾ ਹੁੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਲਵੇ ਦੇਸ਼ ਵਿੱਚੋਂ ਵਿਚਰ ਰਹੇ ਸੀ। ਅਕਲੀ ਸਾਹਿਬ ਸੇਵੀ ਹੈ, ਉਹੀ ਸੰਗਤ ਦਾ ਹੀ ਮਹੱਤਵ ਹੈ। ਜਿਹੜੀ ਮਰਜ਼ੀ ਸਾਖੀ ਲੈ ਲਓ ਤੁਸੀਂ, ਸਾਨੂੰ ਸਾਧ ਸੰਗਤ, ਸੰਗਤ ਨਾਲ ਗੁਰੂ ਨਾਲ ਹੀ ਜੋੜੇਗੀ। ਵੀ ਸੰਗਤ ਵੱਲ ਚੱਲ, ਇੱਥੋਂ ਤੈਨੂੰ ਅਕਲ ਮਿਲੂਗੀ। ਅਕਲੀ ਸਾਹਿਬ ਸੇਵੀ ਹੈ। ਮਾਲਵੇ ਦੇਸ਼ ਵਿੱਚੋਂ ਗੁਜ਼ਰ ਰਹੇ ਛਤਿਆਣੇ ਦੇ ਕੋਲੇ ਪਹੁੰਚੇ। ਭਾਈ ਪਰਮ ਸਿੰਘ ਭਾਈ ਰੂਪ ਚੰਦ ਦੀ ਕੁੱਲ ਦੇ ਵਿੱਚੋਂ ਸਨ। ਆਪਣੇ ਬਾਗੜੀਆਂ ਵੀ ਉਹਨਾਂ ਦਾ ਸਥਾਨ ਹੈ। ਗਿੱਲੀ ਸੁੱਕੀ ਬਲਦੀ ਹੈ, ਮਹਾਰਾਜ ਦੀ ਕਿਰਪਾ ਦੇ ਨਾਲ ਵੱਡੇ ਵੱਡੇ ਵਰ ਪ੍ਰਾਪਤ ਹੋਏ। ਸੇਵਾ ਕਰਕੇ ਕੀ ਨਹੀਂ ਮਿਲਦਾ। ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਦੋ ਭਰਾ ਸੀ। ਮਹਾਰਾਜ ਜੀ ਕਹਿਣ ਲੱਗੇ ਪਰਮ ਸਿਆ ਐ ਕਰ, ਆ ਕਿੱਕਰ ਦੇ ਉੱਪਰ ਚੜ ਜਾ। ਉੱਪਰ ਕਾਂ ਦਾ ਆਲਣਾ ਹੈ, 3 ਬੱਚੇ ਨੇ ਕਾਂ ਦੇ। ਤੇਰੇ ਵੱਲ ਇੱਕ ਕਾਂ ਕਾਂ ਕਰਕੇ ਆਊਗਾ, ਫੜ ਕੇ ਉਹਦੀ ਗਰਦਨ ਮਰੋੜ ਦੀ। ਕਹਿੰਦਾ ਸਤਿਵਚਨ ਮਹਾਰਾਜ ਜੀ। ਚੋਂਚ ਪਸਾਰ ਆਏ ਤੁਝ ਔਰੀ, ਤਿਸ ਕੀ ਦੇਹੋ ਗਰੀਬ ਮਰੋੜੀ। ਕਵੀ ਰਾਜ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਨੇ ਬੜਾ ਸੋਹਣਾ ਕਲਮਬੰਦ ਕਰਿਆ ਹੈ ਉਸਨੂੰ। ਚੋਂਚ ਪਸਾਰ ਆਏ ਤੁਝ ਔਰੀ, ਤਿਸ ਕੀ ਦੇਹੋ ਗਰੀਬ ਮਰੋੜੀ। ਅਬਰ ਦੋਹਨ ਕੋ ਕੁਛ ਨਾ ਕਹੀਜੈ, ਚੜੋ ਫਲਾਹ ਤੁਰਤ ਗਹਿ ਲੀਜੈ। ਮਹਾਰਾਜ ਜੀ ਕਹਿੰਦੇ ਚੜ ਜਾ ਫਲਾਹ ਦੇ ਉੱਪਰ ਕਿੱਕਰ ਤੇ। ਦੋ ਬਾਕੀ ਦੇ ਦੂਸਰੇ ਨੇ ਜਿਹੜੇ, ਉਹਨਾਂ ਨੂੰ ਕੁਛ ਨਾ ਕਹੀ। ਇੱਕ ਜਿਹੜਾ ਕਾਂ ਕਾਂ ਕਰਕੇ ਆਵੇ ਉਹਦੀ ਗਰਦਨ ਨੂੰ ਰੋੜ ਦੀ। ਧਰਮ ਸਿੰਘ ਤਰ ਕੇ ਤਰ ਖੜਿਓ, ਪਰਮ ਸਿੰਘ ਤਰ ਉੱਪਰ ਚੜਿਓ। ਭਰਾ ਸੀ ਧਰਮ ਸਿੰਘ, ਉਹ ਥੱਲੇ ਖੜ ਗਿਆ। ਆਵਾਜ਼ ਘੱਟ ਕਰਿਓ ਜੀ। ਧਰਮ ਸਿੰਘ ਦਰਖਤ ਦੇ ਥੱਲੇ ਖੜਾ ਹੋ ਗਿਆ, ਪਰਮ ਸਿੰਘ ਦਰਖਤ ਤੇ ਚੜ ਗਿਆ। 3 ਹੋਤੇ ਇੱਕ ਚੋਂਚ ਪਸਾਰੀ, ਪਰਖ ਲਿਓ ਗਏ ਹਾਥ ਮਜਾਰੀ। 3 ਸੀ ਸਾਧ ਸੰਗਤ, ਉਹਨਾਂ 'ਚ ਇੱਕ ਚੁੰਝ ਪਸਾਰ ਕੇ ਕਾਂ 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 ਕਰਕੇ ਆਇਆ ਭਾਈ ਪਰਮ ਸਿੰਘ ਵੱਲ। 3 ਹੋਤੇ ਇੱਕ ਚੋਂਚ ਪਸਾਰੀ, ਪਰਖ ਲਿਓ, ਪਰਖ ਲਿਆ ਵੀ ਆਹੀ ਹੈ। ਮਹਾਰਾਜ ਨੇ ਕਿਹਾ ਸੀ ਕਾਂ ਕਾਂ ਕਰਕੇ ਆਵੇ। ਗਏ ਹਾਥ ਮਜਾਰੀ, ਹੱਥ ਵਿੱਚ ਫੜ ਲਿਆ। ਤੁਰਤ ਗਰੀਬ ਤੋੜ ਕਰ ਡਾਰਾ, ਬਿਸਮਨ ਹੋਣ ਸਭ ਹੁਣ ਉਚਾਰਾ। ਗਰਦਨ ਮਰੋੜ ਕੇ ਬਚਾ ਹੈ, ਉਹਦਾ ਹੈ ਕੀ ਸਾਧ ਸੰਗਤ ਜਾਨਵਰ 'ਚ ਹੁੰਦਾ ਕੀ ਹੈ। ਗਰਦਨ ਮਰੋੜ ਕੇ ਥੱਲੇ ਸੁੱਟ ਦਿੱਤਾ। ਮਹਾਰਾਜ ਬੜੇ ਹੱਸੇ, ਬੜੇ ਹੱਸੇ, ਬਹੁਤ ਹੱਸੇ। ਮਹਾਰਾਜ ਜੀ ਸਿੰਘ ਖੜੇ ਹੋਏ ਨੇ। ਸੱਚੇ ਪਾਤਸ਼ਾਹ ਸ਼ੰਕਾ ਹੈ ਮਨ ਵਿੱਚ। ਤੁਸੀਂ ਕਿਹਾ ਸੀ ਵੀ ਗੁਰਸਿੱਖੋ ਸ਼ੰਕਾ ਹੋਵੇ ਕਰ ਲਿਆ ਕਰੋ, ਅੱਗੇ ਬੇਨਤੀ ਕਰ ਲਿਆ ਕਰੋ। ਐਵੇਂ ਨਾ ਅੰਦਰ ਹੀ ਖਿਜੀ ਜਾਇਆ ਕਰੋ, ਯਾਰ ਅੰਦਰ ਹੀ ਅੰਦਰ ਸੜੀ ਜਾਣਾ। ਗੁਰੂ ਤੇ ਸ਼ੰਕਾ ਕਰਕੇ ਕਈ ਵਾਰੀ ਨਰਕਾਂ ਦੇ ਭਾਗੀ ਬਣ ਜਾਣਾ। ਗੁਰੂ ਤੇ ਸ਼ੰਕਾ ਕਰਾਂਗੇ ਵੀ ਐ ਮਰਦ ਨਾਲ ਦੀ ਨਾਲ ਜਵਾਬ ਦਿੰਦੇ ਨੇ। ਅੱਜ ਵੀ ਤੁਸੀਂ ਸ਼ੰਕਾ ਕਰ ਲਓ। ਰਾੜਾ ਸਾਹਿਬ ਵਾਲੇ ਮਹਾਂਪੁਰਖ ਜਿਨ੍ਹਾਂ ਦੀਆਂ ਯਾਦਾਂ ਮਨਾ ਰਹੇ ਆ, ਰਾੜਾ ਸਾਹਿਬ ਵੀ ਦੀਵਾਨ ਲੱਗਿਆ ਹੋਇਆ ਸੀ। ਇੱਕ ਪ੍ਰੇਮੀ ਆਇਆ ਕੋਈ ਸ਼ੰਕਾ ਲੈ ਕਰਕੇ, ਸਪੀਕਰ ਠੀਕ ਕਰਦਾ ਫਿਰ ਰਹੇ ਸੀ।
ਦੁਆਬੀਆ ਕਹਿੰਦੇ ਸੀ ਉਹਨੂੰ, ਬਾਬਾ ਜੀ ਨੂੰ। ਨਰਿੰਜਨ ਸਿੰਘ ਉਹਨਾਂ ਦਾ ਨਾਮ, ਬਜ਼ੁਰਗ ਸੀ। ਉਹਦੀ ਸਪੀਕਰਾਂ 'ਤੇ ਡਿਊਟੀ ਹੁੰਦੀ ਸੀ। ਉਹ ਬਾਹਰ ਲਾਊਡ ਸਪੀਕਰ ਠੀਕ ਕਰਦਾ ਫਿਰ ਰਿਹਾ, ਦੇਖਦਾ ਆਵਾਜ਼ ਕਿਵੇਂ ਠੀਕ ਹੈ, ਸਾਰਾ ਫਿਰ ਕੇ ਦੇਖਣਾ ਪੈਂਦਾ। ਵੱਡੀ ਡਿਊਟੀ ਹੁੰਦੀ ਹੈ ਸਪੀਕਰ ਵਾਲਿਆਂ ਦੀ। ਬਹੁਤ ਵਧੀਆ ਸਾਧ ਸੰਗਤ। ਮਾੜਾ ਜਿਹਾ ਫਰਕ ਪੈ ਗਿਆ ਇਹਨਾਂ ਨੂੰ ਵਿਚਾਰਿਆਂ ਨੂੰ, ਨਾਲ ਦੀ ਨਾਲ ਚਿੰਤਾ ਲੱਗ ਗਈ। ਫਿਰ ਇਲੈਕਟ੍ਰਿਕ ਕੰਮ ਹੈ, ਕੀ ਪਤਾ ਕਾਹ 'ਚ ਬਾਲਟ ਪੈ ਜਾਣਾ। ਫਿਰ ਮੇਰੇ ਵਰਗਾ ਬੜਬੋਲਾ ਵੀ ਕਈ ਵਾਰੀ ਆ ਜਾਂਦਾ, ਪਤਾ ਨਹੀਂ ਕਿੱਥੋਂ ਬੋਲਣਾ। ਕਈ ਤਾਂ ਕੰਬਦੇ ਹੀ ਰਹਿੰਦੇ ਨੇ, ਪਰ ਮੈਂ ਕਹਿਣਾ ਨਾ, ਹੌਸਲੇ ਨਾਲ ਕਰਿਆ ਕਰੋ, ਡਰਨ ਦੀ ਲੋੜ ਨਹੀਂ ਹੁੰਦੀ। ਆਪਾਂ ਸਾਰੇ ਹੀ ਸਤਸੰਗ। ਜਗਰੂਪ ਤਾਂ ਮੈਨੂੰ ਕਹਿ ਦਿੰਦਾ, ਬਾਬਾ ਜੀ ਮੈਨੂੰ ਪੈਸਿਆਂ ਪੂਸਿਆਂ ਦੀ ਗੱਲ ਨਹੀਂ, ਮੈਨੂੰ ਤਾਂ ਜਿੱਥੇ ਕਿਤੇ ਦੀਵਾਨ ਹੁੰਦਾ ਉੱਥੇ ਕਹਿ ਦਿਆ ਕਰੋ ਸਾਊਂਡ ਲਾ ਲਿਆ ਕਰੋ, ਮੈਨੂੰ ਤਾਂ ਸੁਣ ਕੇ ਬੜਾ ਆਨੰਦ ਆਉਂਦਾ। ਮੈਂ ਕਿਹਾ ਇਹੋ ਜਿਹੇ ਗਾਹਕਾਂ ਦੀ ਲੋੜ ਹੈ, ਵਧੀਆ ਗੱਲ ਹੈ। ਸੋ ਉਹਦੇ ਕੋਲ ਇੱਕ ਪ੍ਰੇਮੀ ਆਇਆ ਜਦੋਂ ਸਪੀਕਰ ਬਾਹਰ ਠੀਕ ਕਰਦਾ ਫਿਰਦਾ ਸੀ। ਯਾਰ ਪਹਿਲਾਂ ਬੈਠਿਆ ਕਰੋ, ਜਦੋਂ ਸੰਗਤ ਲੱਗ ਗਈ ਨਾ ਫਿਰ ਹਿੱਲ ਚੱਲਣਾ ਕਰਿਆ ਕਰੋ। ਫਿਰ ਤਾਂ ਇਹ ਸਮਾਧੀਆਂ ਲੱਗ ਗਈਆਂ, ਬਸ ਐਂ ਹੋਵੇ ਵੀ ਦੇਵਤੇ ਬੈਠੇ ਹੋਏ ਨੇ। ਫਿਰ ਤਾਂ ਜੇ ਆਵਾਜ਼ ਆਵੇ ਤਾਂ ਫਿਰ ਆਵਾਜ਼ ਆਵੇ, ਵਾਹਿਗੁਰੂ 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 ਵਾਹਿਗੁਰੂ। ਇਸ ਨੇ ਬਣ ਜਾਣਾ ਗੁਰਮੁਖ ਨਾਦੰ, ਗੁਰਮੁਖ ਵੇਦੰ। ਜਿਹੜਾ ਕੀਰਤਨ ਕਰਦੇ ਆ ਉਹ ਨਾਦੰ, ਜਦੋਂ ਗੁਰਬਾਣੀ ਪੜ੍ਹਦੇ ਆ ਉਹ ਵੇਦੰ। ਫਿਰ ਜਦੋਂ ਵਾਹਿਗੁਰੂ ਵਾਹਿਗੁਰੂ ਕਰਕੇ ਸਾਧ ਸੰਗਤ ਫਿਰ ਚੌਂਕੜਾ ਮਾਰ ਕੇ ਬੈਠ ਕੇ ਸਮਾਧੀ ਲੱਗ ਗਈ। ਆਜੂ ਅਵਸਥਾ ਇਸ ਦੀ ਗੱਲ ਨਹੀਂ ਹੈ। ਫਿਰ ਉਹ ਸਮਾਈ, ਉਹਦੇ ਵਿੱਚ ਸਮਾ ਜਾਣਾ। ਸੋ ਉਹ ਪੁੱਛਿਆ ਦੁਆਬੀਏ ਭਾਈ ਨਿਰੰਜਨ ਸਿੰਘ ਨੂੰ, ਕਹਿਣ ਲੱਗੇ ਤੁਹਾਡੇ ਸੰਤਾਂ ਨੂੰ ਪੁੱਛਿਓ ਵੀ ਗੁਰੂ ਨਾਨਕ ਕਰੀ ਜਾਂਦੇ ਨੇ, ਗੁਰੂ ਨਾਨਕ ਦੀਆਂ ਗੱਲਾਂ ਬੜੀਆਂ ਸੁਣ। ਇਹ ਵੀ ਪੁੱਛਿਓ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ। ਉਹਨੂੰ ਇਹ ਸੀ ਵੀ ਇਹਨਾਂ ਨੂੰ ਕਿਹੜਾ ਪਤਾ। ਇਹ ਗੱਲ ਹੋ ਹੀ ਰਹੀ ਹੈ ਇੰਨੀ ਦੇਰ ਤੱਕ। ਮਹਾਂਪੁਰਖ ਕੀਰਤਨ ਕਰਦੇ ਕਰਦੇ ਵਿਚਾਰ ਚੱਲਦੀ, ਕਹਿੰਦੇ ਕਈ ਐਸੇ ਹੁੰਦੇ ਨੇ ਉਹ ਐਵੇਂ ਸ਼ੰਕਾ ਹੀ ਕਰੀ ਜਾਂਦੇ ਨੇ, ਵਿੱਚ ਕੁੜੀ ਜਾਂਦੇ ਨੇ ਵੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ। ਐਂ ਆਵਾਜ਼ ਆ ਰਹੀ ਹੈ ਸਪੀਕਰ ਤੋਂ, ਨਾਲ ਦੀ ਨਾਲ ਉੱਤਰ ਆ ਰਿਹਾ, ਬਿਨ ਬੋਲਿਆ ਸਭ ਕੁਛ ਜਾਣਦਾ। ਕੌਣ ਵਾਹਿਗੁਰੂ, ਕੌਣ ਗੁਰੂ, ਗੁਰੂ ਦਾ ਰੂਪ ਹੈ। ਕੌਣ ਸਾਧੂ ਸੰਤ, ਸੰਤ ਰਾਮ ਹੈ ਇੱਕੋ। ਕਹਿੰਦੇ ਕਈਆਂ ਨੂੰ ਸ਼ੰਕਾ ਹੁੰਦਾ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ। ਗੁਰਬਾਣੀ ਕਹਿੰਦੀ ਹੈ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਧਾਰਨ ਕਰਨਾ ਕਰਿਆ ਮਰਿਆਦਾ ਪਾਲਣ ਦੇ ਵਾਸਤੇ। ਇਸ ਕਰਕੇ ਉਹ ਸ਼ੰਕਾ ਜਿਹੜਾ ਹੈ ਦੁੱਖ ਦਾ ਕਾਰਨ ਬਣ ਜਾਂਦੀ ਹੈ। ਮਹਾਰਾਜ ਬੜੇ ਹੱਸੇ, ਦਸਮ ਪਾਤਸ਼ਾਹ ਬੜੇ ਹੱਸੇ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਕਿਹੜਾ ਸ਼ੇਰ ਦਾ ਸ਼ਿਕਾਰ ਕਰਿਆ, ਕਾਂ ਉਹ ਵੀ ਬੱਚਾ ਮਾਰਿਆ ਵਿਚਾਰਾ, ਇਹ ਤਾਂ ਇਹਨੂੰ ਮਾਰ ਕੇ ਮਹਾਰਾਜ ਬੜਾ ਹੱਸ ਰਹੇ ਹੋ। ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ ਤੁਸੀਂ ਦੇਖਿਆ ਵੀ ਅੱਜ ਤੱਕ ਮੈਂ ਕੋਈ ਇਹ ਬੇਅਰਥ ਚਲਿਆ ਗਿਆ ਮਹਾਰਾਜ ਜੀ, ਤਾਂ ਮਰਿਓ ਬੇਅਰਥ ਕੋ ਕਾਮ ਨਾ ਆਇਓ, ਬੇਅਰਥ ਮਰਿਆ ਕਿਸੇ ਇੱਕ ਤਾਂ ਕਿਸੇ ਕੰਮ ਵੀ ਨਹੀਂ। ਮਹਾਰਾਜ ਜੀ ਕਹਿਣ ਲੱਗੇ ਤੁਸੀਂ ਕੋਈ ਦੇਖਿਆ ਅੱਜ ਤੱਕ ਮੈਂ ਕੋਈ ਵੀ ਕੰਮ ਜਿਹੜਾ ਕਰਿਆ ਵੀ ਬੇਅਰਥ ਹੋਵੇ। ਪਰ ਮੈਂ 9 ਸਾਲ ਵਿੱਚ ਆਪਣੇ ਬਾਪੂ ਨੂੰ ਸ਼ਹੀਦ ਕਰਾਇਆ, ਉਹ ਨਹੀਂ ਬੇਅਰਥ ਗਿਆ। ਅੱਜ ਹਿੰਦੂਆਂ ਦੇ ਜੰਜੂ ਕਾਇਮ ਨੇ, ਜਿਵੇਂ ਬਾਪੂ ਨੂੰ ਸ਼ਹੀਦ ਕਰਾਇਆ ਅੱਜ ਉਹਨਾਂ ਦੇ ਮੰਦਿਰਾਂ ਵਿੱਚ ਟੱਲ ਖੜਕਦੇ ਨੇ। ਜੇ ਮੈਂ ਆਪਣੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਆ ਮੇਰਾ ਪੁੱਤ ਜਿਉਂਦਾ ਹੈ, ਅੱਜ ਆ ਖਾਲਸਾ ਪੁੱਤ ਮੇਰਾ ਜਿਉਂਦਾ। ਗੁਰਸਿੱਖੋ ਮੈਂ ਵਸਦੀ ਆਨੰਦਪੁਰ ਛੱਡੀ, ਮੇਰਾ ਸਿੱਖ ਆਨੰਦਾਂ ਦੀਆਂ ਪੁਰੀਆਂ ਵਿੱਚ ਜਿੱਥੇ ਰਹਿ ਰਿਹਾ ਉਹ ਆਨੰਦ ਦੀ ਪੁਰੀ ਆ, ਆਪਣੇ ਕੋਠੀਆਂ ਵਿੱਚ ਰਹਿ ਰਿਹਾ ਹੈ। ਭਾਵੇਂ ਉਹ ਦਿੱਲੀ ਬਾਰਡਰਾਂ ਸੜਕਾਂ ਦੇ ਉੱਪਰ ਬੈਠਾ, ਉਹ ਉੱਥੇ ਵੀ ਕਹਿੰਦਾ ਆਨੰਦ ਹੀ ਹੈ, ਆਨੰਦ ਹੀ ਹੈ। ਮੈਂ ਕੋਈ ਵੀ ਕੰਮ ਐਸਾ ਨਹੀਂ ਕਰਿਆ ਜਿਹੜਾ ਬੇਅਰਥ ਹੋਵੇ। ਤੁਹਾਨੂੰ ਕਿਵੇਂ ਲੱਗ ਗਿਆ? ਕਹਿੰਦੇ ਮਹਾਰਾਜ ਫਿਰ ਵੀ ਇਹ ਕਿਉਂ ਮਾਰਿਆ? ਮਹਾਰਾਜ ਕਹਿੰਦੇ ਹਾਂ ਇਹ ਪੁੱਛੋ ਵੀ ਕਿਉਂ ਮਾਰਿਆ। ਹਾਂ ਮਹਾਰਾਜ ਦੱਸੋ। ਮਹਾਰਾਜ ਜੀ ਕਹਿਣਗੇ ਪ੍ਰਥਮ ਲਾਂਗਰੀ ਹੋ ਤੋ ਹਮਾਰਾ, ਸੁਣ ਕੇ ਸ੍ਰੀ ਗੁਰੂ ਬਚਨ ਉਚਾਰਾ। ਮਹਾਰਾਜ ਜੀ ਨੇ ਸੁਣ ਕੇ ਬਚਨ ਕੀਤਾ, ਸਾਡਾ ਲਾਂਗਰੀ ਸੀ। ਕੰਬਣ ਲੱਗ ਗਏ, ਮਹਾਰਾਜ ਤੁਹਾਡਾ ਲਾਂਗਰੀ ਬਣ ਗਿਆ। ਕਾਂ ਅਸੀਂ ਮਹਾਰਾਜ ਤੁਹਾਡੇ ਨਾਲ ਰਹਿੰਦੇ ਹਾਂ, ਅਸੀਂ ਤਾਂ ਮਹਾਰਾਜ ਪਤਾ ਨਹੀਂ ਕੀ ਬਣਾਂਗੇ, ਬਗਲੇ ਬਣਾਂਗੇ, ਡੱਡੂ ਬਣਾਂਗੇ, ਸੱਪ ਬਣਾਂਗੇ, ਕੀੜੇ ਮਕੌੜੇ ਬਣਾਂਗੇ, ਸਾਨੂੰ ਤਾਂ ਛੁੱਟੀ ਦੇ ਦਿਓ। ਮਹਾਰਾਜ ਜੀ ਕਹਿੰਦੇ ਐਂ ਪੁੱਛੋ ਵੀ ਕਾਂ ਕਿਉਂ ਬਣ ਗਿਆ, ਇਹ ਪੁੱਛੋ ਤੁਸੀਂ। ਹਾਂ ਮਹਾਰਾਜ ਜੀ। ਉਦੋਂ ਮਹਾਰਾਜ ਜੀ ਨੇ ਕਿਹਾ ਸੀ, ਮਹਾਰਾਜ ਜੀ ਕਹਿਣ ਲੱਗੇ ਦੇਗ ਗੁਰੂ ਕੀ ਸੇਵਾ ਕਰੈ, ਸਿੱਖਣ ਪਰਲੇ ਝਹੀਆਂ ਪਰੈ। ਜਦੋਂ ਵੀ ਬੋਲੀ ਮਿੱਠਾ ਬੋਲੀਏ, ਪਿਆਰ ਨਾਲ ਬੋਲੀਏ। ਦੇਗ ਕਿਹਨੂੰ ਕਹਿੰਦੇ ਨੇ? ਆਪਾਂ ਤਾਂ ਕੜਾਹ ਪ੍ਰਸ਼ਾਦ ਨੂੰ ਕਹਿੰਦੇ। ਦੇਗ ਕਿਹਾ ਹੈ ਲੰਗਰ ਨੂੰ, ਜਿਹੜਾ ਲੰਗਰ ਆਪਾਂ ਤਿਆਰ ਕਰਦੇ ਹਾਂ, ਵਰਤਾਉਂਦੇ ਹਾਂ। ਕੜਾਹ ਪ੍ਰਸ਼ਾਦ, ਦਾਲਾਂ ਸਬਜ਼ੀਆਂ, ਪ੍ਰਸ਼ਾਦੇ ਜੋ ਵੀ ਤਿਆਰ ਕਰਦੇ ਹਾਂ ਛਕਣ ਵਾਸਤੇ, ਉਹਨੂੰ ਦੇਗ ਕਿਹਾ ਜਾਂਦਾ ਹੈ।
ਕਹਿੰਦੇ ਗੁਰੂ ਕੀ ਦੇਗ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਦਾ ਸੀ। ਫਿਰ ਮਰ ਸੇਵਾ ਦਾ ਤਾਂ ਮਹਾਨ ਫਲ ਹੈ, ਸੇਵਾ ਨੂੰ ਤਾਂ ਵੱਡੀ ਪਦਵੀ ਪ੍ਰਾਪਤ ਹੁੰਦੀ ਹੈ। ਸੁੱਖ ਸੇਵਾ ਅੰਦਰ ਰੱਖਿਓ। ਮਹਾਰਾਜ ਜੀ ਕਹਿਣ ਲੱਗੇ ਸੇਵਾ ਜਿਹੜੀ ਹੈ ਉਹ ਵੀ ਅਕਲ ਦੇ ਨਾਲ ਕੀਤੀ ਹੋਈ ਕੰਮ ਆਉਂਦੀ ਹੈ। ਅਕਲੀ ਸਾਹਿਬ ਸੇਵੀ ਹੈ, ਅਕਲ ਦੇ ਨਾਲ ਸਾਹਿਬ ਦੀ ਸੇਵਾ ਕੀਤੀ ਹੋਈ। ਅਕਲ ਤੋਂ ਬਗੈਰ ਸੇਵਾ ਕੀਤੀ ਹੋਈ ਉਹ ਬੇਅਰਥ ਚਲੀ ਜਾਂਦੀ ਹੈ, ਬੇਅਰਥ ਨਹੀਂ ਜਾਂਦੀ। ਕਈ ਵਾਰੀ ਸਾਧ ਸੰਗਤ ਨੁਕਸਾਨ ਦਾ ਕਾਰਨ ਬਣ ਜਾਇਆ ਕਰਦੀ ਹੈ। ਮਹਾਰਾਜ ਜੀ ਕਹਿਣ ਲੱਗੇ ਦੇਗ ਗੁਰੂ ਕੀ ਸੇਵਾ ਕਰੈ ਪਰ ਸਿੱਖਣ ਪਰਲੇ ਝਹੀਆਂ ਪਰੈ। ਸਿੱਖਾਂ ਦੇ ਉੱਪਰ ਝਹੀਆਂ ਲੈ ਕੇ ਪੈਣਾ, ਭਾਵ ਕੌੜੇ ਬੋਲ ਬੋਲਣੇ। ਵਿਹਲੀ ਬੈਠੇ ਰਹਿੰਦੇ ਹੋ ਤੁਸੀਂ, ਕੰਮ ਨਹੀਂ ਕੋਈ ਕਰਦੇ ਹੋਏ। ਆ ਕੋਈ ਤੁਹਾਡਾ ਟਾਈਮ ਆ ਕੇ ਲੰਗਰ ਛਕਣ ਦੇ ਵਾਸਤੇ ਬੈਠ ਜਾਓ ਤੁਸੀਂ। ਕੋਈ ਗੁਰਸਿੱਖ ਆਇਆ, ਉਹਨੇ ਪ੍ਰਸ਼ਾਦਾ ਮੰਗਿਆ, ਪਹਿਲਾਂ ਤਾਂ ਉਹਨੂੰ ਕੌੜਾ ਬਹੁਤ ਬੋਲਿਆ, ਕੰਮ ਨਹੀਂ ਕਰਦਾ, ਵਿਹਲਾ ਤੁਰੀ ਫਿਰੇ ਜਾਂਦਾ ਤੂੰ। ਅਤੇ ਬੜਾ ਕੌੜਾ ਬੋਲ। ਉਹ ਕਹਿੰਦਾ ਓਏ ਮੈਨੂੰ ਕਦੇ ਗੁਰੂ ਮਹਾਰਾਜ ਜੀ ਨੇ ਇਹਨੂੰ ਕਿਹਾ ਜਿੰਨੇ ਕਿ ਹੈ ਮੇਰੇ ਕੋਲ ਮੈਂ ਸੇਵਾ ਕਰੀ ਜਾਂਦਾ, ਮੈਨੂੰ ਪ੍ਰਸ਼ਾਦਾ ਦੇ। ਕਹਿੰਦੇ ਬੈਠ ਜਾ। ਉਹਨੇ ਫੇਰ ਮੰਗਿਆ ਮੈਨੂੰ ਪ੍ਰਸ਼ਾਦਾ ਦੇ ਦੇ। ਕਿਉਂ ਐਵੇਂ ਕਾਂ ਵਾਂਗੂ ਕਾਂ ਲਾਈ? ਉਹ ਕਹਿਣ ਲੱਗਿਆ ਮੈਂ ਤਾਂ ਕਾਹਨੂੰ ਕਾਂ ਵਾਂਗੂ ਕਾਂ ਲਾਈ ਹੈ, ਤੂੰ ਗੁਰੂ ਮਹਾਰਾਜ ਚਰਨਾਂ 'ਚ ਰਹਿ ਰਿਹਾ, ਤੈਨੂੰ ਪਤਾ ਹੀ ਨਹੀਂ ਕਿਵੇਂ ਬੋਲੀ ਦਾ। ਕਾਂ ਤਾਂ ਤੂੰ ਕਰ ਰਿਹਾ, ਕਾਂ ਹੋਵੇਗਾ ਤੂੰ ਹੋਵੇਗਾ, ਮੈਂ ਕਾਂ ਥੋੜ੍ਹਾ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਕਹਿੰਦੇ ਉਹ ਨਾਮ ਜਪਣ ਵਾਲਾ ਗੁਰਸਿੱਖ ਸੀ, ਉਹਦੇ ਹਿਰਦੇ 'ਚ ਮੇਰਾ ਵਾਸਾ ਸੀ। ਜਿਹੜਾ ਵਾਰ-ਵਾਰ ਗੁਰੂ ਨੂੰ ਯਾਦ ਕਰਦਾ ਉੱਥੇ ਗੁਰੂ ਦਾ ਵਾਸਾ ਹੋ ਜਾਂਦਾ। ਜਿਹੜਾ ਵਾਰ-ਵਾਰ ਵਾਹਿਗੁਰੂ ਕਰਦਾ, ਨਾਨਕ ਕਹਿਤ ਸੁਨਹੁਰੇ ਲੋਗਾ ਸੰਤ ਰਸਨ ਕੋ ਵਸਈਓ। ਉਹ ਵਾਹਿਗੁਰੂ ਦਾ ਵਾਸਾ ਵਸਦਾ ਕਿੱਥੇ ਹੈ ਸਾਧ ਸੰਗਤ? ਉਹਦਾ ਵਾਸਾ ਹੈ ਵਸਦਾ ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਵਸਦਾ ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਵਸਦਾ ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਵਸਦਾ ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਹਰ ਜੀ ਵਸਦਾ, ਹਰ ਜੀ। ਹਰ ਜੀ ਵਸਦਾ, 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 ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਵਸਦਾ ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਵਸਦਾ ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਵਸਦਾ ਸਾਧ ਦੀ ਰਸਨਾ ਹਰ ਜੀ ਵਸਦਾ, ਹਰ ਜੀ ਵਸਦਾ, ਉਹ ਦਿਨ ਰਾਤ ਆਵਾਜ਼ਾਂ ਮਾਰਦੇ ਨੇ, ਉੱਥੇ ਵਾਸਾ ਹੋ ਜਾਂਦਾ। ਆਪ ਜੀ ਨੂੰ ਆਵਾਜ਼ ਮਾਰੀ ਪਹੁੰਚ ਗਏ, ਅਤੇ ਉਹ ਤਾਂ ਬੋਲਾ ਨਹੀਂ। ਸਾਧ ਸੰਗਤ ਤੋਂ ਤਾਂ ਬਿਨ ਬੋਲਦੇ ਆ ਸਭ ਕੁਝ ਜਾਣਦਾ। ਦਿਨ ਰਾਤ ਆਵਾਜ਼ਾਂ ਮਾਰਦੇ ਨੇ, ਉੱਥੇ ਵਾਸਾ ਹੋ ਜਾਂਦਾ। ਦਿਆਲਗੜ੍ਹ ਰਹਿੰਦੇ ਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ। ਉਹਨਾਂ ਟਾਈਮ ਦੇ ਵਿੱਚ ਪਿੰਡਾਂ 'ਚ ਚੱਕੀਆਂ ਹੁੰਦੀਆਂ ਸੀ, ਉਹ ਇੰਜਣ ਲੱਗਿਆ ਸੀ, ਵੱਡਾ ਇੰਜਣ, 2 ਬੀਲਾਂ ਵਾਲਾ ਵੱਡਾ ਇੰਜਣ ਹੁੰਦਾ ਹੈ, ਕਾਲੇ ਤੇਲ 'ਤੇ ਚੱਲਦਾ ਹੁੰਦਾ ਸੀ। ਉਹਨਾਂ ਦਾ ਉੱਪਰ ਘੁੱਗੂ ਲਾਇਆ ਹੋਇਆ ਸੀ। ਉਹ ਤੋਂ ਪਤਾ ਲੱਗ ਜਾਣਾ ਪਿੰਡ ਵਾਲਿਆਂ ਨੂੰ ਵੀ ਇੰਜਣ ਚੱਲਦਾ, ਹੁਣ ਆਟਾ ਪਿਹਾ ਲਓ ਭਾਈ। ਕੋਲੇ ਹੀ ਗੁਰੂ ਘਰ ਸੀ, ਕਥਾ ਕਰ ਦਿੰਦੇ ਸੀ ਮਹਾਂਪੁਰਖ। 6ਵੇਂ ਪਾਤਸ਼ਾਹ ਦੀ ਕਥਾ ਚੱਲ ਰਹੀ ਸੀ, ਮਹਾਰਾਜ ਦੇ ਜੰਗ ਦੀ ਕਥਾ ਚੱਲਦੀ ਸੀ, ਬੜਾ ਰਸ ਆ ਰਿਹਾ ਸੀ। ਅਤੇ ਗੁਰਸਿੱਖਾਂ ਨੇ, ਸੰਗਤਾਂ ਨੇ ਉਹਨੂੰ ਕਹਿਣਾ ਬੰਦ ਕਰ ਦਿਓ। ਉਹ ਕਹਿੰਦਾ ਇਹ ਤਾਂ ਐਵੇਂ ਚੱਲੂਗੀ, ਮੇਰਾ ਪੈਸੇ ਲਾਏ ਹੋਏ ਨੇ। ਇੱਕ ਦਿਨ ਕਿਤੇ ਉਹ ਮੈਨੂੰ ਦੱਸਿਆ ਉਹਨਾਂ ਨੇ, ਪ੍ਰੇਮੀਆਂ ਨੇ, ਕਹਿੰਦੇ ਕਥਾ ਚੱਲ ਰਹੀ ਸੀ, ਬੜਾ ਆਨੰਦ ਆ। ਉਹਨੇ ਚਲਾਤੀ, ਉਹ ਚੱਕੀ ਚਲਾਤੀ, ਘੁੱਗੂ ਚੱਲ ਪਿਆ। 2 ਗੁਰਸਿੱਖ ਉੱਠ ਕੇ ਜਾਣ ਲੱਗੇ। ਮਹਾਂਪੁਰਖ ਕਹਿੰਦੇ ਕਿੱਥੇ ਨੂੰ ਚੱਲੇ ਹੋ? ਚਲੋ ਚੁੱਪ ਜੇ ਕਰ ਰਹੇ, ਪਛਾਣ ਲਿਆ। ਕਹਿੰਦੇ ਕੋਈ ਨਾ ਬੈਠ ਜਾਓ, ਬਾਰ-ਬਾਰ ਤੁਸੀਂ ਕਹਿ ਚੁੱਕੇ ਹੋ, ਕੋਈ ਗੱਲ ਨਹੀਂ, ਆਪਾਂ ਗੁਰੂ ਦੀ ਕਥਾ ਕਰਦੇ ਹਾਂ, ਗੁਰੂ ਮਹਾਰਾਜ ਨੂੰ ਫਿਕਰ ਹੈ। ਸਾਧ ਸੰਗਤ ਜਿਹੜਾ ਕਹਿੰਦਾ ਸੀ ਇਹ ਨਹੀਂ ਖੜਨੀ, ਐਸੀ ਖੜੀ। ਉਦੋਂ ਬਾਅਦ ਜਹਾਨ ਦੀ ਲਾ ਚੁੱਕਿਆ, ਵਧੀਆ ਵਧੀਆ ਮਿਸਤਰੀ ਲਿਆਂਦੇ, ਚੱਲੀ ਨਹੀਂ, ਇੰਜਣ ਹੀ ਨਹੀਂ ਚੱਲਿਆ ਉਦੋਂ ਬਾਅਦ। ਅਤੇ ਮਹਾਂਪੁਰਖ ਨਹੀਂ ਕੋਈ ਐਸਾ ਬਚਨ ਕਰਿਆ ਕਰਦੇ
ਪਰ ਵਾਹਿਗੁਰੂ ਦੇ ਡਿਊਟੀ ਕਰ ਰਹੇ ਨੇ, ਗੁਰੂ ਦੀ ਡਿਊਟੀ ਕਰ ਰਹੇ ਨੇ, ਫਿਰ ਸੱਸ ਗੁਰੂ ਨੂੰ ਤਾਂ ਦੁੱਖ ਹੋਏ ਕਰਦਾ। ਸੋ ਉੱਥੇ ਵਾਸਾ ਹੋ ਜਾ ਕਰਦਾ। ਉਹਨੂੰ ਕਹੇ ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ, ਬਿਅਰਥ ਨਹੀਂ ਜਾਇਆ ਕਰਦਾ ਉਹ ਬੋਲਿਆ ਹੋਇਆ, ਉੱਥੇ ਵਾਸਾ ਹੋਇਆ ਕਰਦਾ ਹੈ। ਸੋ ਉਹਨੇ ਬਚਨ ਕਰ ਦਿੱਤਾ ਵੀ ਮੈਂ ਕਾਂ ਥੋੜ੍ਹਾ, ਕਾਂ ਤਾਂ ਤੂੰ ਹੋਵੇਂਗਾ, ਕਾਂ ਦੀ ਜੂਨੀ 'ਚ ਪੈ ਗਿਆ। ਪਰ ਆਪਣਾ ਜਾਨ ਆਪਣਾ ਸੀ ਭਾਈ ਹੈ ਗੁਰੂ, ਐਸੇ ਗੁਰੂ ਕੋ ਬਲ ਬਲ ਜਾਈਏ ਭਾਈ। ਜਿਹੜਾ ਮਗਰ ਮਗਰ ਤੁਰਿਆ ਫਿਰਦਾ, ਨੰਦੇੜ ਸਾਹਿਬ ਮਗਰ ਗਿਆ ਜੀ, ਕਿਤੇ ਪਹਿਲੇ ਜਾਮੇ 'ਚ ਕਥਾ ਤੁਸੀਂ ਸੁਣਦੇ ਰਹਿੰਦੇ ਹੋ। ਗੁਰੂ ਤੋਂ ਬੇਮੁਖ ਹੋ ਗਿਆ ਬੁੱਲਾ ਖੱਤਰੀ, ਘਰੇ ਜਾ ਕੇ ਆਵਾਜ਼ਾਂ ਮਾਰੀਆਂ। ਘਰ ਵਾਲੀ ਕਹਿੰਦੀ ਬਾਬਾ ਹੈ ਨਹੀਂ, ਉਹ ਤਾਂ ਘਰੇ। ਇੱਕ ਆਵਾਜ਼, ਦੋ ਆਵਾਜ਼, ਤਿੰਨ ਆਵਾਜ਼ਾਂ ਮਾਰੀਆਂ। ਬਾਬਾ ਘਰੇ ਨਹੀਂ, ਕਿਉਂ ਵਾਰ-ਵਾਰ ਆਵਾਜ਼ਾਂ ਮਾਰੀ ਜਾਂਦਾ? ਮਹਾਰਾਜ ਜੀ ਕਹਿੰਦੇ ਕੋਈ ਨਾ, ਚੰਗਾ ਜੇ ਘਰੇ ਨਹੀਂ ਤਾਂ ਘਰੇ ਹੀ ਨਾ ਹੀ ਸੀ। ਪਾਥੀਆਂ ਵਾਲੇ ਕੋਠੇ 'ਚ ਲਗਵਾਇਆ, ਡੰਗ ਮਾਰਿਆ, ਹਾਏ ਮਰ ਗਿਆ, ਹਾਏ ਮਰ ਗਿਆ। ਮੰਜੇ ਤੇ ਪਾ ਕੇ ਲੈ ਕੇ ਗਏ। ਮਹਾਰਾਜ ਜੀ ਕਹਿੰਦੇ ਹੁਣ ਕੀ ਰਹਿ ਗਿਆ ਇਹਦੇ ਵਿੱਚ, ਹੁਣ ਕਾਸ ਨੂੰ ਲੈ ਕੇ ਆਇਆ? ਜਦੋਂ ਮਿਲਣ ਗਏ ਸੀ, ਆਪਣਾ ਜਾਨ ਮਿਲਣ ਵਾਸਤੇ ਗਏ ਸੀ। ਕੋਈ ਨਹੀਂ, ਆਪਣੇ ਟਾਈਮ ਲੱਗੂਗਾ ਹੁਣ। ਫਿਰ ਮਗਰ ਮਗਰ ਤੁਰੇ ਫਿਰਦੇ ਨੇ। ਮੇਰਾ ਕਹਿਣ ਦਾ ਇੰਨਾ ਕੀ ਭਾਵ, ਇਹੋ ਜਿਹਾ ਕਿਤੇ ਮਿਲ ਜੂਗਾ ਗੁਰੂ ਸਾਧ ਸੰਗਤ। ਤਾਂ ਹੀ ਕਿਹਾ ਗੁਰ ਜੈਸਾ ਨਾਹੀ ਕੋ ਦੇਵ, ਸ੍ਰੀ ਗੁਰੂ ਦਿਆਲ ਕੀ ਦਿਆਨ ਦੇਵ ਮੈਂ, ਖੰਡ ਬ੍ਰਹਿਮੰਡ ਉਹਦਾ ਅਸਤਲੋਤਾ ਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਵਰਗਾ ਤੈਨੂੰ ਮਿਲਣਾ ਨਹੀਂ। ਸਤਿਗੁਰ ਤੁਲ ਨਾ ਮਿਹਰਬਾਨ, ਮਾਤ ਪਿਤਾ ਨਾ ਦੇਵ ਸੁਭਾਏ। ਨਾ ਮਾਂ ਪਿਓ ਉਨੀ ਕਿਰਪਾ ਕਰ ਸਕਦੇ ਨੇ, ਨਾ ਦੇਵਤੇ ਕਿਰਪਾ ਕਰ ਸਕਦੇ ਨੇ। ਜਿਹੜੀ ਕਿਰਪਾ ਸਤਿਗੁਰੂ ਮਹਾਰਾਜ ਜੀ ਕਰ ਗਏ ਔਰ ਹੁਣ ਕਰਦੇ ਨੇ, ਕਰਦੇ ਰਹਿਣਗੇ, ਰਹਿੰਦੀ ਦੁਨੀਆ ਕਰਦੇ ਰਹਿਣਗੇ। ਤੂੰ ਬਣ ਜਾ ਗੁਰੂ ਦਾ, ਇੱਕ ਵਾਰੀ ਬਣ ਜਾ। ਉਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਸਾਧ ਸੰਗਤ ਹੁਸ਼ਿਆਰਪੁਰ ਦੀਆਂ ਗਲੀਆਂ ਦੇ ਵਿੱਚ ਫਿਰ ਤੁਰੇ ਫਿਰਦੇ ਨੇ, ਮੇਰਾ ਸਿੱਖ ਨਰਕਾਂ ਨੂੰ ਨਾ ਚਲਿਆ ਜਾਵੇ। ਇਹੋ ਜਿਹਾ ਗੁਰੂ ਕਿੱਥੋਂ ਮਿਲ ਜੂਗਾ? ਤਾਂ ਹੀ ਕਿਹਾ ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਵਾਹ 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 ਵਾਹ। ਐਸਿਆਂ ਗੁਰਾਂ ਤੋਂ, 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 ਐਸਿਆਂ ਗੁਰਾਂ ਤੋਂ। ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ। ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਸਾਸ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਦੇਰੀ ਵੀ ਨਹੀਂ ਲਾਈ। ਦੇਵਤੇ ਦੈਵੀ ਗੁਣ, ਚੰਗੇ ਗੁਣ ਭਰ ਦਿੱਤੇ। ਗੁਰੂ ਦੀ ਖੁਸ਼ੀ ਹੋਊ ਗੁਰਸਿੱਖਾ ਤੇਰੇ ਤੇ, ਜਦੋਂ ਵਧੀਆ ਵਧੀਆ ਗੁਣ ਤੇਰੇ ਵਿੱਚ ਹੋਣਗੇ, ਉਦੋਂ ਤੇਰੀ ਵਡਿਆਈ ਜਿਹੜੀ ਹੈ, ਕਿਰਪਾ ਮਹਾਰਾਜ ਜੀ ਦੀ, ਤੇਰੀ ਵਡਿਆਈ ਸਾਰੀ ਦੁਨੀਆ ਦੇ ਉੱਪਰ ਹੋਊਗੀ। ਅੱਜ ਹੋ ਰਹੀ ਹੈ, ਤੁਹਾਡੀ ਵਡਿਆਈ ਹੋ ਰਹੀ ਹੈ। ਮੈਂ ਉੱਥੇ ਗਿਆ, ਪੁੱਛਿਆ ਬਾਪੂ ਜੀ ਤੁਹਾਨੂੰ ਔਖਾ ਨਹੀਂ ਲੱਗਦਾ? ਉਦੋਂ ਤਾਂ ਠੰਡ ਹੀ ਬਹੁਤ ਪੈਂਦੀ ਸੀ, ਠੰਡ ਬਹੁਤ ਜ਼ਿਆਦਾ। ਤੁਸੀਂ ਤਾਂ ਕੋਠੀਆਂ ਵਿੱਚ ਰਹਿਣ ਵਾਲੇ ਹੋ, ਤੁਹਾਡੀ ਤਾਂ ਸੇਵਾ ਕਰਨ ਦਾ ਸਮਾਂ ਸੀ ਹੁਣ, ਤੁਸੀਂ ਇੱਥੇ ਸੜਕਾਂ 'ਤੇ ਬੈਠੇ ਹੋ। ਉਹ ਕਹਿੰਦੇ ਬਾਬਾ ਜੀ ਇਹੋ ਜਿਹਾ ਆਨੰਦ ਘਰਾਂ ਵਿੱਚ ਹੀ ਨਹੀਂ ਆਉਂਦਾ ਜਿਹੋ ਜਿਹਾ ਇੱਥੇ ਆਨੰਦ ਆ ਰਿਹਾ ਸਾਨੂੰ ਤਾਂ। ਅਤੇ ਸਾਧ ਸੰਗਤ ਭਾਵੇਂ ਕਿ ਦੁਨਿਆਵੀ ਪੱਖੋਂ ਬੜਾ ਦੁੱਖ ਹੈ, ਪਰ ਸਾਰੀ ਦੁਨੀਆ ਦੇ ਉੱਪਰ ਜੈ ਜੈਕਾਰ ਹੋ ਰਹੀ ਹੈ, ਕਿਸਾਨ ਦੀ, ਸਰਦਾਰ ਦੀ, ਪੰਜਾਬ ਦੀ। ਸਾਧ ਸੰਗਤ ਬਾਪੂ ਚਪੇੜਾਂ ਬਾਪੂ ਨੇ ਖਾਧੀਆਂ ਆਪਣੇ ਪਿਓ ਤੋਂ, ਵਡਿਆਈ ਸਿੱਖ ਦੀ ਹੋ ਰਹੀ ਹੈ। ਮਾਲਕਾਂ ਦਾ ਮਸੂਰੀ ਕੰਪਨੀ ਦੀ ਵਾਲੀ ਗੱਲ ਹੋ ਗਈ। ਸੋ ਇਸ ਕਰਕੇ ਐਡਾ ਵੱਡਾ ਦਿਆਲੂ ਸਤਿਗੁਰੂ ਮਹਾਰਾਜ ਜੀ, ਮਹਾਰਾਜ ਜੀ ਕਹਿਣ ਲੱਗੇ, ਪਰਮ ਸਿਆਂ ਧਰਮ ਸਿਆਂ ਗੁਰਸਿੱਖ ਮਲਾਗਰ ਸਿਆਂ,
ਰੋਸ਼ਨ ਸਿਆਂ ਅਸਿੱਖ ਸੀਗੀ, ਮਹਾਰਾਜ ਦੇ ਨਾਲ ਸੀ ਗੁਰਸਿੱਖ। ਕਿੱਡੇ ਭਾਗਾਂ ਵਾਲੇ ਹੋਣਗੇ ਮਹਾਰਾਜ ਦੇ ਨਾਲ ਰਹਿ, ਪਰ ਆਪਾਂ ਵੀ ਭਾਗਾਂ ਵਾਲੇ, ਆਪਾਂ ਵੀ ਨਾਲ। ਉਹ ਤਾਂ ਇਕੱਲੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਹਿੰਦੇ ਸੀ, ਆਪਾਂ ਤਾਂ 10 ਗੁਰੂ ਸਰੀਰ ਕਰਕੇ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਆ। ਆਪਾਂ ਤਾਂ ਭਗਤਾਂ ਦੇ ਵੀ ਕੋਲੇ ਬੈਠੇ ਹੋਏ ਆ। ਇਦੋਂ ਵੱਡੇ ਭਾਗ ਕਿਹਦੇ ਹੋ ਸਕਦੇ ਨੇ? ਹਾਂ, ਇਹ ਵੱਖਰੀ ਗੱਲ ਆ ਵੀ ਮਹਾਰਾਜ ਕਿਰਪਾ ਕਰ ਦਿਓ, ਸਾਨੂੰ ਅੱਖਾਂ ਦੇ ਦਿਓ, ਅਸੀਂ ਤੁਹਾਨੂੰ ਪਛਾਣ ਲਈਏ। ਮਹਾਰਾਜ ਜੀ ਰਹਿਮਤ ਕਰ ਦਿਓ, ਗਿਆਨ ਵਾਲੀਆਂ ਅੱਖਾਂ ਦੇ ਦਿਓ। ਮਹਾਰਾਜ ਜੀ ਕਹਿਣ ਲੱਗੇ, ਆਪਣਾ ਜਾਨ ਆਪਣਾ ਜਾਣਿਆ ਕਾਂ ਜੂਨ ਤੇ ਛੋਰਾ, ਕਾਂ ਜੂਨ ਤੋਂ ਛੁਡਾ ਦਿੱਤਾ ਵੀ ਨਾ ਬਈ ਮੇਰਾ ਗੁਰਸਿੱਖ ਹੈ, ਗੁਰਸਿੱਖ ਕਾਢੀ ਨਰਕ, ਗੁਰ ਕਾਢੀ ਨਰਕ ਤੇ ਤੂੰ ਨਰਕਾਂ ਵਿੱਚੋਂ ਧੂ ਕੇ ਕੱਢਦਾ ਸਾਧ ਸੰਗਤ ਮਹਾਰਾਜ ਜੀ। ਆਪਣਾ ਜਾਨ ਕਾਂ ਜੂਨ ਤੇ ਛੋਰਾ, ਭਇਓ ਮੁਕਤ ਗਾ ਸੁਰਪੁਰ ਹੋਰਾ। ਮਹਾਰਾਜ ਜੀ ਕਹਿੰਦੇ ਮੁਕਤ ਹੋ ਗਿਆ, ਸੁਰਪੁਰ ਨੂੰ, ਸੁਰਪੁਰੀ ਨੂੰ ਚਲਿਆ ਗਿਆ, ਸਵਰਗਾਂ ਨੂੰ ਚਲਿਆ ਗਿਆ। ਇਸ ਕਰਕੇ ਉੱਥੇ ਵਿਚਾਰ ਲੈ ਕੇ ਚੱਲੋ। ਮੈਂ ਸੰਗਤ ਦਾ ਮਹਾਤਮ ਬੇਨਤੀ ਕਰ ਰਿਹਾ ਸੀ, ਸਾਧ ਸੰਗਤ। ਹਾਂ, ਉਹ ਵੱਖਰੀ ਗੱਲ ਹੈ ਜਿਹੜਾ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ, ਉਹ ਤਾਂ ਸਮਾਉਂ ਉਡਾਰੀ ਮਾਰ ਗਿਆ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਮਹਾਂਪੁਰਖ ਸਾਧ ਸੰਗਤ ਐਸੇ ਗੁਰਸਿੱਖ ਸਾਧ ਸੰਗਮ ਜੁਗਤ ਜਗ, ਅੰਤਰੀਛ ਪਏ ਪਾਛੇ ਲੋਕ ਬਲਲਾਤ ਹੈ। ਬਲ ਲਾਉਣਾ ਹੀ ਰਹਿ ਜਾਂਦਾ, ਰੋਣਾ ਹੀ ਪੱਲੇ ਰਹਿ ਜਾਂਦਾ। ਭਾਈ ਗੁਰਦਾਸ ਜੀ ਨੇ 3 ਉਦਾਹਰਨਾਂ ਦਿੱਤੀਆਂ ਨੇ। ਲਾਹਾ ਲਓ ਪਿਆਰਿਓ, ਜ਼ਿੰਦਗੀ ਦਾ ਭਰੋਸਾ ਕੋਈ ਨਹੀਂ, ਕਦੋਂ ਤੁਰ ਜਾਣਾ। ਆਪਣੇ ਵਿੱਚ ਆਪਣੇ ਬਾਪੂ ਜੀ ਹੁੰਦੇ ਸੀ, ਬਾਪੂ ਪਿਆਰਾ ਸਿੰਘ ਜੀ, ਕਿੰਨਾ ਆਨੰਦ ਵੱਧਦਾ ਸੀ ਜਦੋਂ ਮਿਲਣਾ, ਹੱਸ ਕੇ ਮਿਲਣਾ ਉਹਨਾਂ ਨੇ। ਅਤੇ ਸਾਧ ਸੰਗਤ ਸਾਰੇ ਗੁਣ ਉਹਨਾਂ 'ਚ ਪਾਏ ਜਾਂਦੇ। ਅਤੇ ਜਿਹਨੇ ਵੀ ਕੋਈ ਕੁਝ ਪੁੱਛਣਾ ਨਾਲ ਦੀ ਨਾਲ, ਜਦੋਂ ਮਰਜ਼ੀ ਪੁੱਛ ਲਓ ਉਦੋਂ ਹੀ। ਪਰ ਚਲੇ ਗਏ ਆਪਣੇ ਕੋਲੋਂ, ਆਓ ਸਮਾਂ ਤੁਰਿਆ ਜਾ ਰਿਹਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਦੀਪ ਦਿਵਤ ਮਹਾਤਮ ਨਾ ਜਾਣੈ ਕੋ, ਬੁਝਤ ਹੀ ਅੰਧਕਾਰ ਭਟਕਤ ਰਾਤ ਹੈ। ਦੀਵਾ ਬਲ ਰਿਹਾ, ਰਾਤ ਨੂੰ ਦੀਵਾ ਬਲ ਰਿਹਾ, ਇੱਥੇ ਦੀਵਾ ਬਲ ਰਿਹਾ, ਲਾਈਟ ਹੈ ਨਹੀਂ, ਲਾਈਟ ਭੱਜ ਗਈ, ਦੀਵਾ ਬਲ ਰਿਹਾ। ਅਤੇ ਫਿਰਦੇ ਹਾਂ ਆਪਾਂ, ਵਧੀਆ ਰੌਣਕ ਲੱਗੀ, ਮਹਾਰਾਜ ਦਰਸ਼ਨ ਕਰਦੇ ਹਾਂ। ਘਰ ਵਿੱਚ ਝਾੜ ਫਾਨੂਸ, ਵਧੀਆ ਵਧੀਆ ਸੋਫੇ ਪਲੰਘ ਨੇ, ਹੋਰ ਸਾਰਾ ਕੁਝ ਹੈ, ਦੀਵਾ ਬਲ ਰਿਹਾ, ਲਾਈਟ ਬਲ ਰਹੀ ਹੈ, ਕਿੰਨਾ ਆਨੰਦ ਲੈਂਦੇ ਹਾਂ ਆਪਾਂ। ਪਰ ਜੇ ਦੀਵਾ ਬੁਝ ਗਿਆ ਸਾਧ ਸੰਗਤ, ਉਹੀ ਜਿਹੜੇ ਸੋਫੇ ਨੇ, ਪੈਰ ਠੇਡੇ ਲੱਗਣਗੇ, ਗਿਰਾਂਗੇ, ਮੱਥਾ ਪਾੜੂਗਾ, ਬਾਹਾਂ ਟੁੱਟਣਗੀਆਂ, ਉਹੀ ਵਧੀਆ ਵਧੀਆ ਚੀਜ਼ਾਂ ਬੁਰੀਆਂ ਲੱਗਣਗੀਆਂ। ਦੀਵਾ ਜਗਦੇ ਤੇ ਕੋਈ ਵੈਲੀ ਹੁੰਦੀ ਵੀ ਜਗ ਰਿਹਾ, ਹੁਣ ਲਾਈਟ ਹੈਗੀ ਆ, ਆਪਾਂ ਨੂੰ ਕੀ ਆ, ਹਨੇਰਾ ਹੋ ਗਿਆ ਫਿਰ ਪਤਾ ਲੱਗੂ ਵੀ ਹਾਂ ਸੂਰਜ ਹੈਗਾ ਸੀ ਕੋਈ। ਜੈਸੇ ਦੀਪ ਦਿਵਤ ਮਹਾਤਮ ਨਾ ਜਾਣੈ ਕੋ, ਬੁਝਤੀ ਹੈ ਅੰਧਕਾਰ ਭਟਕਤ ਰਾਤ ਹੈ। ਜੈਸੇ ਦੁਰਮ ਆਂਗਨ ਅਛਿਤ ਮਹਿਮਾ ਨਾ ਜਾਣੈ, ਕਾਟਦੀ ਛਾਹੇ ਬੈਠੇ ਉਹ ਬਲਲਾਤ ਹੈ। ਵਿਹੜੇ ਦੇ ਵਿੱਚ ਦਰਖਤ ਲੱਗਿਆ ਹੋਇਆ ਹੈ, ਉਹਦੀ ਮਹਿਮਾ ਦਾ ਸਾਨੂੰ ਕੋਈ ਨਹੀਂ ਪਤਾ। ਆਰਾਮ ਨਾਲ ਛਾਂ ਦੇ ਹੇਠਾਂ ਬੈਠਦੇ ਹਾਂ, ਪਰ ਦੇਖਦੇ ਹਾਂ ਵੀ ਦਰਖਤ, ਜਾਨਵਰ ਆਉਂਦੇ ਨੇ, ਰੌਲਾ ਪਾਈ ਜਾਂਦੇ ਨੇ, ਪੱਤੇ ਗਿਰਦੇ ਨੇ। ਆ ਵੱਢ ਦਿੱਤੀਆਂ ਡੇਕਾਂ ਸੀ, ਪੱਤੇ ਗਿਰਦੇ ਸੀ ਵੀ ਵੱਢ ਦਿਓ ਇਹਨਾਂ ਨੂੰ ਪਰੇ, ਖੜ ਹੁੰਦੀ ਹੈ, ਵੱਢ ਦਿਓ ਇਹਨਾਂ ਨੂੰ ਪਰੇ। ਜਦੋਂ ਵੱਢੇ ਗਏ ਫਿਰ ਸਾਧ ਸੰਗਤ ਇੱਕ ਤੇ ਛਾਂ, ਉਹ ਦਰਖਤ ਜਿੰਨਾ ਮਰਜ਼ੀ ਛਾਂ ਕਰੀਏ, ਦਰਖਤ ਵਾਲੀ ਛਾਂ ਕਾਹਨੂੰ ਮਿਲਦੀ ਹੈ, ਇੱਕ ਠੰਡੀ ਹਵਾ। ਸਾਧ ਸੰਗਤ ਇੱਕ ਜਦੋਂ ਜਾਨਵਰ ਬੋਲਦੇ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਉਹ ਰਾਗੀ ਨੇ, ਜੋ ਬੋਲਤਾ ਹੈ ਮਿਰਗ ਮੀਨ ਪੰਖੇਰੂ। ਹਾਂ, ਫਿਰ ਉਹ ਪਿਆਰ ਵਾਲੇ ਕਹਿੰਦੇ ਨੇ, ਸੋ ਬਿਨ ਹਰ ਬੋਲਤ ਹੈ ਨਹੀਂ ਹੋਰ। ਉਹ ਬਗੈਰ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਉਹ ਬੋਲਦੇ ਨੇ, ਪਰਮੇਸ਼ਰ ਦਾ ਨਾਮ ਹੀ ਬੋਲਦੇ ਨੇ। ਨਾਮ ਹਰੀ ਦਾ ਜਪਦੇ ਸਾਰੇ ਵਣਾਂ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਵਣਾਂ ਦੇ ਪੰਖੇਰੂ। ਹਰੀ ਦਾ ਜਪਦੇ ਸਾਰੇ ਵਣਾਂ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਵਣਾਂ ਦੇ ਪੰਖੇਰੂ। ਫਿਰ ਪਛਤਾਵਾ ਹੁੰਦਾ ਵੀ ਚੰਗਾ ਸੀ ਦਰਖਤ ਜੇ ਰਹਿ ਜਾਂਦਾ, ਵਧੀਆ ਗੱਲ ਸੀ, ਇਹਦਾ ਫਾਇਦਾ ਸੀ। ਜੈਸੇ ਦੁਰਮ ਆਂਗਨ, ਆਂਗਨ ਕਹਿੰਦੇ ਨੇ ਵਿਹੜਾ, ਅਛਿਤ ਹੁੰਦਿਆਂ ਹੋਇਆਂ। ਜੈਸੇ ਦੁਰਮ ਆਂਗਨ ਅਛਿਤ ਮਹਿਮਾ ਨਾ ਜਾਣੈ, ਉਹਦੀ ਵਡਿਆਈ ਨਹੀਂ ਜਾਣਦਾ ਕੋਈ। ਕਾਟਦੀ, ਜਦੋਂ ਕੱਟ ਦਿੱਤਾ ਫਿਰ ਛਾਹੇ ਬੈਠੇ, ਛਾਵੇਂ ਪੈਂਦੇ, ਮੰਜਾ ਢਾ ਕੇ ਬੈਠਦੇ ਸੀ, ਨਾ ਵੱਢਦੇ ਜਰ ਚੰਗੇ, ਪਰ ਵੱਢਿਆ ਗਿਆ। ਜੈਸੇ ਰਾਜਨੀਤ ਵਿਖੇ ਚੈਨ ਹੈ ਚਤਰ ਕੁੰਟ,
ਛਤਰ ਢਾਲਾ ਚਾਲ ਪੈ ਜਤਰ ਕਤਰ ਜਾਤ ਹੈ। ਕੋਈ ਚੰਗਾ ਰਾਜਾ ਹੋਵੇ, ਸਾਧ ਸੰਗਤ ਚਾਰੇ ਪਾਸੇ ਸ਼ਾਂਤੀ ਹੈ, ਪਰ ਉਦੋਂ ਕੋਈ ਪਤਾ ਹੀ ਨਹੀਂ। ਜਦੋਂ ਬਾਅਦ ਵਿੱਚ ਜ਼ੁਲਮੀ ਰਾਜਾ ਆ ਗਿਆ, ਜਿਹੋ ਜਿਹਾ ਹੁਣ ਆਇਆ ਹੋਇਆ ਸਾਧ ਸੰਗਤ, ਖੂਨ ਪੀਣ ਵਾਲਾ, ਜਦੋਂ ਇਹੋ ਜਿਹਾ ਰਾਜਾ, ਫਿਰ ਆਪਾਂ ਕਹਿੰਦੇ ਮਨਮੋਹਨ ਸਿੰਘ ਚੰਗਾ ਸੀ। ਮਹਾਰਾਜਾ ਰਣਜੀਤ ਸਿੰਘ ਫਿਰ ਕਦੋਂ ਆਵੇਂਗਾ ਰਾਜ ਕਰਨ ਦੇ ਵਾਸਤੇ? ਰਾਤਾਂ ਨੂੰ ਫਿਰਦਾ ਸੀ, ਬਿੜਕਾਂ ਲੈਂਦਾ ਵੀ ਕੋਈ ਦੁਖੀ ਤਾਂ ਨਹੀਂ ਹੈਗਾ, ਇਹ ਅੱਜ ਦੇ ਫਿਰਦੇ ਨੇ ਵੀ ਕੋਈ ਸੁਖੀ ਤਾਂ ਨਹੀਂ ਹੈਗਾ। ਫਿਰ ਪਛਤਾਵਾ ਹੁੰਦਾ ਸਾਧ ਸੰਗਤ, ਪਰ ਸਮਾਂ ਲੰਘ ਗਿਆ। ਐਸੇ ਗੁਰਸਿੱਖ ਸਾਧ ਸੰਗਮ ਜੁਗਤ ਜੱਗ, ਅੰਤਰੀਚ ਪਏ ਪਾਛੇ ਲੋਕ ਬਲਰਾਤ ਹੈ। ਜਦੋਂ ਅੰਤਰੀਚ ਅਲੋਪ ਹੋ ਗਏ, ਸਰੀਰ ਓਲੇ ਕਰ ਲਿਆ, ਫਿਰ ਬਲਲਾਉਣਾ ਬਣ ਜਾਂਦਾ। ਉਹ ਅਸੀਂ ਪਛਾਣੇ ਹੀ ਨਹੀਂ ਸੀ ਮਹਾਂਪੁਰਖਾਂ ਕੋਲੋਂ, ਲਾਹਾ ਹੀ ਨਹੀਂ ਲੈ ਸਕੇ। ਫਿਰ ਆਵਾਜ਼ ਆਉਂਦੀ ਹੈ ਮਹਾਰਾਜ ਜੀ, ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗਤੀਆਂ ਤੇ, ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗਤੀਆਂ ਤੇ। ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗੱਦੀਆਂ ਤੇ। ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗੱਦੀਆਂ ਤੇ। ਪਿਆਰੇ ਜੀ ਮਿਲੇ ਨਾ ਰਾਜ ਗਤੀਆਂ ਤੇ, ਪਿਆਰੇ ਜੀ ਮਿਲੇ ਨਾ ਰਾਜ ਗਤੀਆਂ ਤੇ। ਪਿਆਰੇ ਜੀ ਮਿਲੇ ਨਾ ਰਾਜ ਗਤੀਆਂ ਤੇ, ਮਿਲੇ ਨਾ ਰਾਜ ਗਤੀਆਂ ਤੇ। ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗਤੀਆਂ। ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗਤੀਆਂ ਤੇ। ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗਤੀਆਂ ਤੇ। ਜਿਹੜਾ ਤੇਰੇ ਚਰਨਾਂ 'ਚ ਸੁਖ ਮਾਣਿਆ, ਮਿਲੇ ਨਾ ਰਾਜ ਗਤੀਆਂ ਤੇ। ਯਾਦਾਂ ਬਣੀਆਂ ਰਹਿ ਜਾਏ। ਇਸ ਕਰਕੇ ਆਹੋ ਜ਼ਿੰਦਗੀ ਦਾ ਲਾਹਾ ਪ੍ਰਾਪਤ ਕਰੀਏ। ਸੰਸਾਰ ਤੁਰਿਆ ਜਾ ਰਿਹਾ, ਪਤਾ ਨਹੀਂ ਕਦੋਂ ਕਿਹਦੀ ਵਾਰੀ ਆ ਜਾਣੀ ਹੈ, ਫਿਰ ਪਛਤਾਵਾ ਹੀ ਰਹਿ ਜਾਂਦਾ ਹੈ। ਸੋ ਉਹ ਦੱਸ ਰਹੇ ਨੇ ਦੇਵਤਾ ਸਰੂਪ ਦੋਨੋਂ ਹੀ, ਇਸਤਰੀ ਤੇ ਪੁਰਸ਼। ਕਹਿਣ ਲੱਗੇ ਪੁਰਖਾ, ਉਹ ਜਿਹੜੇ ਕਾਂ ਬੈਠੇ ਸੀ ਅਸੀਂ ਸੀ, ਕੋਈ ਮਾੜਾ ਕਰਮ ਕਰਿਆ ਜਿਸ ਕਰਕੇ ਕਾਂ ਦੀ ਜੂਨੀ ਵਿੱਚ ਚਲੇ ਗਏ। ਬੜੇ ਸਮੇਂ ਤੋਂ ਗੁਰਬਾਣੀ ਦਾ ਤਾਂ ਨਹੀਂ ਤੁਕੇ, ਪਰ ਆਮ ਕਹਾਵਤ ਹੈ। ਵੱਡੀਆਂ ਵੱਡੀਆਂ ਸਾਧ ਸੰਗਤ ਲੰਬੀਆਂ, ਇਹਨਾਂ ਦੀਆਂ ਉਮਰਾਂ ਬਹੁਤ ਲੰਬੀਆਂ ਉਮਰਾਂ ਨੇ। ਉਡੀਕ ਤਾਂ ਇੱਕ ਦਿਨ ਦੀ ਕਰਨੀ ਪੈ ਜਾਵੇ ਬੜੀ ਔਖੀ ਹੋ ਜਾਂਦੀ ਹੈ। ਕੋਈ ਇੱਕ ਘੜੀ ਹੋਵੇ, ਵਧੀਆ ਘੜੀ ਹੋਵੇ ਦਿਸਣੀ, ਕੋਈ ਆਪਣੇ ਰਿਸ਼ਤੇਦਾਰ ਨੇ ਆਉਣਾ ਹੋਵੇ, ਪੁੱਤਰ ਨੇ ਬਾਹਰੋਂ ਆਉਣਾ ਹੋਵੇ, ਬਾਪੂ ਨੇ ਆਉਣਾ ਹੋਵੇ, ਇੱਕ ਦਿਨ ਦੀ ਉਡੀਕ ਕਰਨੀ, ਇੱਕ ਦਿਨ ਦੀ ਕੀ ਘੰਟੇ ਦੀ ਉਡੀਕ ਕਰਨੀ ਬੜੀ ਔਖੀ ਹੋ ਜਾਂਦੀ ਹੈ। ਤੇ ਉੱਥੇ ਤਾਂ ਕਿਹਾ ਹੈ ਲੱਖ ਨਾਗਾਂ ਕਰੋੜ ਕਾਗਾਂ, ਲੱਖਾਂ ਵਰਿਆਂ ਦੀ ਉਮਰ ਨਾਗਾਂ ਦੀ। ਸੱਪ ਨੂੰ ਪੈਰ ਨਹੀਂ ਦਿੱਤੇ ਵਾਹਿਗੁਰੂ ਨੇ, ਢਿੱਡ ਭਰਨੇ ਰਿੜ ਕੇ ਤੁਰਦਾ, ਦੇਖ ਕੇ ਕੋਈ ਨਹੀਂ ਰਾਜੀ, ਅੰਦਰ ਹੀ ਚਹਿਲ ਘੋਲੀ ਜਾਂਦਾ। ਪਰ ਭਾਈ ਗੁਰਦਾਸ ਜੀ ਨੇ ਤਾਂ ਉਹਦੀ ਜੂਨੀ ਨੂੰ ਵਧੀਆ ਕਿਹਾ ਹੈ, ਜੋ ਕੂ ਬੁਲਾਵੇ ਕਹਿ ਸਰਪ ਮਿਰਗ, ਸਰਪ ਮਿਰਗ ਆ ਕੁੱਕਰ, ਕੁੱਕਰ ਕੁੱਤਾ ਕਹਿ ਕੇ ਸੁਣ ਤਰਸਾਏ ਧਾਏ ਗਾਰ ਮਾਰ ਦੀਜੀ ਹੈ। ਕਹਿੰਦੇ ਤੈਨੂੰ ਕਹਿ ਦੇਵੇ ਕਿਉਂ ਕੁੱਤੇ ਵਾਂਗੂ ਭੌਂਕੀ ਜਾਂਦਾ ਓਏ, ਕਿਉਂ ਸੱਪ ਵਾਂਗੂ ਐਵੇਂ ਵਿਸ ਘੋਲੀ ਜਾਂਦਾ, ਕਿਉਂ ਮਿਰਗ ਵਾਂਗੂ ਛਾਲਾਂ ਦੀਆਂ ਮਾਰਦਾ ਪ੍ਰੀਜਨ ਬੈਠਾ ਨਹੀਂ ਜਾਂਦਾ। ਕਹਿੰਦੇ ਗੁੱਸਾ ਆਊ ਤੈਨੂੰ, ਤੇਰੀ ਜ਼ੁਬਾਨ ਕੱਢਦੇ ਆ, ਮੈਨੂੰ ਕੁੱਤਾ ਕਹਿਣ ਵਾਲੇ। ਪਰ ਭਾਈ ਗੁਰਦਾਸ ਜੀ ਕਹਿੰਦੇ ਸੁਣ ਕੁੱਤੇ ਕੋਲੋਂ ਸਿੱਖਿਆ ਲੈ ਲੈ। ਦੇਖੋ ਪਿਆਰ ਦੀ ਗੱਲ ਹੈ, ਉਹ ਸਾਨੂੰ ਗੁਰੂ ਦੇ ਨਾਲ ਜੋੜਨ ਦੀ ਗੱਲ ਹੈ। ਵੈਸੇ ਆਪ ਸੰਗਤ ਬੈਠੇ ਹੋ, ਗੁਰੂ ਨਾਨਕ ਦੀ ਪਿਆਰੀ ਸੰਗਤ ਬੈਠੇ ਹੋ, ਮੈਂ ਤੁਹਾਨੂੰ ਨਹੀਂ ਆਪਣੇ ਆਪ ਨੂੰ ਕਹਿ ਰਿਹਾ, ਮਨਾ ਕੁੱਤੇ ਵਾਲੀ ਛੱਡ ਦੇ, ਆ ਜਿਹੜੀ ਤੇਰੇ ਆਦਤ ਹੈ
ਐਵੇਂ ਭੌਂਕੀ ਜਾਣਾ, ਫਾਲਤੂ ਬੋਲੀ ਜਾਣਾ, ਐਵੇਂ ਦੂਜੇ ਨੂੰ ਦੇਖ ਕੇ ਬਿਸ ਜੀ ਘੋਲੀ ਜਾਣੀ, ਐਵੇਂ ਇੱਧਰ ਉੱਧਰ ਭੱਜ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ, ਸਵਾਨ ਸਵਾਮ ਕਾਮ ਲਾਗੈ ਜਾਮਨੀ ਜਾਗਰਤ ਰਹੇ। ਸਵਾਨ ਕਹਿੰਦੇ ਕੁੱਤਾ, ਉਹ ਸਵਾਮ ਮਾਲਕ ਦਾ ਕੰਮ ਲੱਗਿਆ, ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਭੌਂਕੀ ਜਾਂਦਾ। ਆ ਦੇਖਦੇ ਹਾਂ ਹੁਣ ਆਪਣੇ ਭੌਂਕੀ ਜਾਂਦੇ ਨੇ, ਸਾਰੀ ਰਾਤ ਭੌਂਕਦੇ ਨੇ, ਪਰਾਏ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤੇ। ਕਾਹਦੇ ਵਾਸਤੇ? 2 ਰੋਟੀਆਂ ਵਾਸਤੇ, ਉਹ ਵੀ ਜੇ ਮਿਲ ਗਈਆਂ ਮਿਲ ਗਈਆਂ, ਨਹੀਂ ਸਾਥੀਆਂ ਜਿੱਥੇ ਮਿਲ ਗਿਆ ਉੱਥੇ ਖਾ ਲੂਗਾ, ਪਰ ਕੰਮ ਛੱਡਦੇ ਨਹੀਂ ਮਾਲਕ ਦਾ। ਮਹਾਰਾਜ ਨੇ ਕਹਿਤਾ, ਸੁਆਮੀ ਕੋ ਗ੍ਰਹਿ ਜਿਉ ਸਦਾ। ਗੁਰਸਿੱਖਾ, ਉਹ ਕੁੱਤੇ ਤੋਂ ਸਿੱਖਿਆ ਲੈ ਤੂੰ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਉਹਦੇ ਕੋਲ ਸਿੱਖਿਆ ਲੈ। ਸਵਾਨ ਸਵਾਮ ਕੰਮ ਲਾਗੈ ਜਾਮਨੀ ਜਾਗਰਤ ਰਹੇ, ਮਿਰਗੈ ਸੁਨਾਏ ਨਾਦ ਪ੍ਰਾਨ ਹਨ ਕੀਜੀਐ। ਉਹ ਮਿਰਗ ਨੂੰ ਨਾਦ, ਘੰਡੇ ਹੇੜੇ ਦੀ ਆਵਾਜ਼ ਇਹ ਸਾਥ ਕੱਛ 'ਚ ਲੈ ਲੈਂਦੇ ਨੇ, ਉਹ ਡੰਡਾ ਜਿਹਾ ਤਾਰ ਪਾਈ ਹੁੰਦੀ ਹੈ, ਇੱਧਰਲੇ ਪਾਸੇ ਕੁੱਜੇ 'ਚ ਪਾਈ ਹੁੰਦੀ ਹੈ ਤਾਰ, ਉਹ ਫੜਿਆ ਹੁੰਦਾ, ਐ ਮਾਰਦੇ ਨੇ ਉਹ ਤਾਰ, ਤੇ ਫਿਰ ਉਹਦੀ ਆਵਾਜ਼ ਆਉਂਦੀ ਹੈ, ਉਹਨੂੰ ਘੰਡੇ ਹੇੜੇ ਦੀ ਆਵਾਜ਼ ਕਹਿਆ। ਮਿਰਗ ਪਰਵਾਹ ਨਹੀਂ ਕਰਦਾ, ਘੰਡੇ ਹੇੜੇ ਦੀ ਆਵਾਜ਼ ਜਦੋਂ ਸੁਣਦਾ ਆ ਕੇ ਸਾਹਮਣੇ ਖੜਾ ਹੋ ਜਾਂਦਾ, ਸ਼ਿਕਾਰੀ ਫੜਨ ਵਾਲਾ ਫੜ ਲੈਂਦਾ, ਪਰ ਉਹਨੂੰ ਮਰਨ ਦੀ ਪਰਵਾਹ ਕੋਈ ਨਹੀਂ। ਕਹਿੰਦੇ ਉਹਦੇ ਕੋਲ ਸਿੱਖਿਆ ਲੈ। ਮਿਰਗੈ ਸੁਨਾਏ ਨਾਦ ਪ੍ਰਾਨ ਹਨ ਕੀਜੀਐ। ਤੇ ਸੱਪ ਸਾਧ ਸੰਗਤ ਬੀਨ ਵੱਜਦੀ ਆ ਕੇ ਮਿਲਣ ਲੱਗ ਜਾਂਦਾ, ਪਰਵਾਹ ਕੋਈ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਕੋਲ ਸਿੱਖਿਆ ਲੈਣੀ ਕਰ। ਅਸੀਂ ਕਾਂ ਦੀ ਜੂਨੀ ਵਿੱਚ ਸੀ ਪਹਿਲਾਂ ਕਿਸੇ ਕਾਰਨ ਕਰਕੇ, ਪਰ ਗੁਰਸਿੱਖਾ ਤੂੰ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ ਹੈ, ਤੇਰੇ ਦਰਸ਼ਨ ਕਰੇ ਸਾਨੂੰ ਬਗਲਿਆਂ ਦੀ ਜੂਨੀ, ਸਾਨੂੰ ਕੋਇਲਾਂ ਦੀ ਜੂਨੀ ਪ੍ਰਾਪਤ ਹੋ ਗਈ। ਕੋਇਲ ਤੋਂ ਬਗਲੇ ਬਣ ਗਏ, ਬਗਲਿਆਂ ਤੋਂ ਅਸੀਂ ਹੰਸ ਬਣ ਗਏ, ਅੱਜ ਦੇਵਤਾ ਸਰੂਪ ਸਵਰਗਾਂ ਨੂੰ ਚੱਲੇ ਆ। ਇਹ ਸੰਗਤ ਦਾ ਫਲ ਹੈ। ਪਹਿਲਾ ਕਾਂ, ਕਾਗ ਵਤਨ ਵਿਸ਼ਟਾ ਕਾ ਵਾਸ। ਕਾਵਾਂ ਤੋਂ ਫਿਰ ਪੜ੍ਹਦੇ ਆ ਰਹੇ ਸੀ ਭਾਈ ਲਾਭ ਸਿੰਘ ਜੀ ਹੋਰੀ, ਬਾਬਾ ਜੀ, ਵਧੀਆ ਲੱਗਿਆ ਮੈਨੂੰ, ਬਹੁਤ ਚੰਗੀ ਲੱਗਦੀ ਹੈ ਗੱਲ ਜਦੋਂ ਸਾਧ ਸੰਗਤ ਕੋਈ ਗੁਰਮਤਿ ਦੀ ਗੱਲ ਕਰੀਏ ਆਪਾਂ, ਉਹ ਚੰਗੀ ਲੱਗਦੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਸੀ, ਮਾਨਸਰ ਹੰਸ ਸਾਸ ਪਰਮਾਸ ਧਰਮ ਤੋਂ ਜਾ ਧਰਮਸ਼ਾਲਾ ਚਲਾ ਵੀ। ਉਹ ਮੈਂ ਤੁਹਾਡੇ ਕੋਲ ਸਾਰਾ ਨਹੀਂ ਪੜ੍ਹਨਾ ਕਿਉਂਕਿ ਇੰਨਾ ਸਮਾਂ ਨਹੀਂ ਹੈ, ਪਰ ਉਹ ਕਿਹਾ ਹੈ ਬਈ ਹੰਸ ਦੀ ਸੰਗਤ ਕਰਕੇ ਕਾਂ ਬਗਲਾ ਆਪਣੀ ਬਿਰਤੀ ਨਹੀਂ ਬਦਲ ਸਕਦਾ। ਹੰਸ ਦੀ ਸੰਗਤ ਕੀਤੀ ਕਾਂ ਨੇ, ਬਗਲੇ ਨੇ, ਤੇ ਸਾਧ ਸੰਗਤ ਹੰਸ ਦੇ ਅੱਗੇ ਮੋਤੀ ਰੱਖਾਂਗੇ, ਮੋਤੀ ਖਾਵੇਗਾ, ਡੱਡਾ ਨਹੀਂ ਖਾਂਦਾ, ਗੰਦਗੀ ਨਹੀਂ ਖਾਂਦਾ। ਪਰ ਹੰਸ ਦੀ ਸੰਗਤ ਕਰਦੇ ਰਹੇ ਕਾਂ ਤੇ ਬਗਲਾ, ਉਹਨਾਂ ਨੂੰ ਸਾਧ ਸੰਗਤ ਮੋਤੀ ਰੱਖੇ, ਕਹਿੰਦੇ ਅਸੀਂ ਮੋਤੀ ਨਹੀਂ ਖਾਣੇ, ਮੋਤੀ ਸਾਡਾ ਖਾਜਾ ਨਹੀਂ। ਫਿਰ ਤੁਸੀਂ ਕੀ ਖਾਵੋਗੇ? ਅਸੀਂ ਤੇ ਗੰਦਗੀ ਖਾਵਾਂਗੇ। ਕਾਂ ਗੰਦਗੀ ਖਾ ਰਿਹਾ ਹੈ, ਬਗਲਾ ਡੱਡੀਆਂ ਖਾ ਰਿਹਾ। ਪਰ ਆ ਸਾਧ ਸੰਗਤ ਮਹਾਂਪੁਰਖ ਧੰਨ ਧੰਨ ਮਹਾਂਪੁਰਖ ਸ੍ਰੀ ਮਾਨ ਸੰਤ ਭਾਈ ਈਸਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀ ਸੰਗਤ ਕਰਕੇ ਕਿੰਨੇ ਹੀ ਸਾਧੂ ਸੰਤ ਬਣ ਗਏ ਅੱਗੇ। ਧੰਨ ਧੰਨ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ, ਉਹਨਾਂ ਨੇ ਕਿੱਡੇ ਵੱਡੇ ਵੱਡੇ ਪਾਪੀਆਂ ਦਾ, ਮੇਰੇ ਵਰਗਿਆਂ ਦਾ ਵੀ ਉਧਾਰ ਕਰ ਦਿੱਤਾ। ਸਾਧ ਸੰਗਤ ਤੁਹਾਡੇ ਸਾਹਮਣੇ ਭਾਵੇਂ ਪਖੰਡ ਨਾਲ ਹੀ ਬੈਠਾ, ਤੁਹਾਡੇ ਸਾਹਮਣੇ ਬੈਠਣ ਦੇ ਯੋਗ ਬਣਾ ਦਿੱਤਾ। ਉਹਨਾਂ ਦੀ ਬਦੌਲਤ ਹੈ, ਇਹ ਸੰਗਤ ਦੀ ਬਦੌਲਤ ਹੈ ਸਾਧ ਸੰਗਤ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਤ ਬਗ ਹੰਸ ਬੰਸ ਦੁਬਦਾ ਨਾ ਮੇਟ ਸਕੈ। ਜਿਹੜਾ ਹੰਸ ਹੈ ਉਹ ਕਾਂ ਦੀ ਤੇ ਬਗਲੇ ਦੀ ਦੁਬਦਾ ਨੂੰ ਮੇਟ ਨਹੀਂ ਸਕਦਾ। ਜਿਹੜੀ ਪਹਿਲਾਂ ਬੇਨਤੀ ਕੀਤੀ ਵੀ ਉਹਨਾਂ ਡੱਡਾਂ ਹੀ ਖਾਣੀਆਂ, ਉਹਨਾਂ ਨੇ ਗੰਦਗੀ ਖਾਣੀ ਹੈ। ਪੁੱਤ ਕਾਗ ਪਾਗ ਸਵਰੂਪ ਕੈ ਮਿਲਾਪੀ। ਇੱਧਰ ਜਿਹੜੇ ਪਰਮਹੰਸ ਨੇ ਕਾਂ ਵਰਗੀ ਬਿਰਤੀ ਵਾਲੇ, ਜਿਨ੍ਹਾਂ ਨੇ ਦਿਨ ਰਾਤ ਕੌੜਾ ਹੀ ਬੋਲ ਬੋਲਣਾ, ਜਦੋਂ ਬੋਲਣਾ ਕੌੜਾ ਹੀ ਬੋਲ ਬੋਲਣਾ, ਜਦੋਂ ਖਾਣਾ ਮਾੜਾ ਹੀ ਖਾਣਾ, ਉਹਨਾਂ ਨੂੰ ਸਾਧ ਸੰਗਤ ਕਾਵਾਂ ਤੋਂ ਫਿਰ ਕੋਇਲ ਬਣਾ ਦੇਣਾ। ਕੋਇਲ ਜਦੋਂ ਬੋਲਦੀ ਹੈ ਮਿੱਠੇ ਮਿੱਠੇ ਬਚਨ ਬੋਲਦੀ ਹੈ ਤਾਂ ਕੋਇਲ ਵੀ ਕਾਲੀ ਹੈ। ਜੈਸੇ ਕਊਆ ਕੋਕਲ ਦੋਨੋਂ ਖੱਗ ਸਿਆਮ ਤਨ, ਦੋਨਾਂ ਦਾ ਖੱਗ ਦੋਨੋਂ ਜਾਨਵਰ ਨੇ, ਸਿਆਮ ਦੋਨਾਂ ਦਾ ਕਾਲਾ ਰੰਗ ਹੈ। ਪਰ ਬੋਲੀ ਹੈ ਸ਼ੁਭ ਸ਼ੁਭ ਸ਼ਬਦ ਕਹਿ ਭਾਖੀ ਹੈ। ਜਦੋਂ ਬੋਲਦੇ ਨੇ ਉਦੋਂ ਪਤਾ ਲੱਗਦਾ ਵੀ ਇਹ ਕੋਇਲ ਬੋਲਦਾ, ਮਾਰੋ ਕਾਣੇ ਦੇ ਇੱਟ ਕਿੱਥੇ ਕਾਂ ਕੱਲ ਆਈ। ਇਹ ਕਹਿੰਦੇ ਆਪਾਂ, ਤੂੰ ਕਾਂ ਵਾਲੀ ਬਿਰਤੀ ਨਾ ਰੱਖੀ ਗੁਰਸਿੱਖਾ, ਕੌੜਾ ਬੋਲ ਨਾ ਬੋਲੀ। ਉਹਨੂੰ ਕਿਹਾ ਹੈ ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ, ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ, ਤਨ ਮਨ ਫਿੱਕਾ ਹੋ ਜੂਗਾ ਪਿਆਰਿਓ, ਪਿਆਰਿਓ ਤਨ ਮਨ ਫਿੱਕਾ ਹੋ ਜੂਗਾ ਜੀ ਫਿੱਕਾ ਬੋਲਣਾ।
ਜ਼ਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ, ਬੋਲਣਾ ਜ਼ਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜੂਗਾ। ਪਿਆਰਿਓ ਤਨ ਮਨ ਫਿੱਕਾ ਹੋ ਜੂਗਾ ਫਿੱਕਾ ਬੋਲਣਾ। ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ, ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ, ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ, ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ। ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ, ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜੂਗਾ। ਪਿਆਰਿਓ ਪਿਆਰਿਓ ਤਨ ਮਨ ਫਿੱਕਾ ਹੋ ਜੂਗਾ ਜੀ ਫਿੱਕਾ ਬੋਲਣਾ। ਜ਼ਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ, ਬੋਲਣਾ ਜ਼ਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜੂਗਾ। ਪਿਆਰਿਓ ਪਿਆਰਿਓ ਤਨ ਮਨ ਫਿੱਕਾ ਹੋ ਜੂਗਾ ਫਿੱਕਾ ਬੋਲਣਾ। ਤਨ ਵੀ ਮਨ ਵੀ ਫਿੱਕਾ ਬੋਲ ਬਗੁਚਣਾ, ਬਗੁਚਣਾ ਖੁਆਰ ਹੋਣਾ ਸੁਨ ਮੂਰਖ ਮਨ ਅਜਾਣ। ਭਾਈ ਗੁਰਦਾਸ ਜੀ ਦਾ ਵਚਨ ਇੱਕ ਹੋਰ ਆਇਆ ਮੈਂ ਤੁਹਾਡੇ ਕੋਲੇ। ਕਈ ਮੈਨੂੰ ਬਹੁਤ ਮਿਲਦੇ ਨੇ ਪ੍ਰੇਮੀ, ਬਹੁਤ ਐਸੇ ਮਿਲਦੇ ਜਿਹੜੇ ਕਹਿੰਦੇ ਬਾਬਾ ਜੀ ਜਦੋਂ ਤੁਸੀਂ ਭਾਈ ਗੁਰਦਾਸ ਜੀ ਦਾ ਨਾਮ ਲੈਂਦੇ ਹੋ ਨਾ ਸਾਨੂੰ ਚਾਅ ਚੜ੍ਹ ਜਾਂਦਾ। ਮੈਂ ਕਿਹਾ ਮੇਰੀ ਜਿੰਦ ਜਾਨ ਭਾਈ ਗੁਰਦਾਸ ਜੀ, ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਭਾਈ ਵੀਰ ਸਿੰਘ ਜੀ, ਇਹ ਸਾਡੇ ਹੀਰੇ ਨੇ, ਅਮੋਲਕ ਲਾਲ ਨੇ। ਇਹਨਾਂ ਨੇ ਸਾਡੇ ਵਾਸਤੇ ਗੁਰਬਾਣੀ 'ਚੋਂ ਟੁੱਬੀਆਂ ਲਾ ਕੇ, ਗੁਰਬਾਣੀ ਰੂਪੀ ਸਮੁੰਦਰ 'ਚੋਂ ਟੁੱਬੀਆਂ ਲਾ ਕੇ ਸਾਡੇ ਵਾਸਤੇ ਹੀਰੇ ਅਮੋਲਕ ਲਾਲ ਰੱਖੇ ਹੋਏ ਨੇ। ਉਹ ਕਹਿੰਦੇ ਸਾਨੂੰ ਚਾਅ ਚੜ੍ਹ ਜਾਂਦਾ। ਕੋਈ ਇੱਕ ਦੋ ਕੁ ਵਿੱਚ ਮਿਲ ਜਾਂਦੇ ਨੇ ਬਾਬਾ ਜੀ ਸਾਨੂੰ ਕੁਝ ਪਤਾ ਨਹੀਂ ਲੱਗਦਾ। ਮੈਂ ਕਿਹਾ ਚਲੋ ਮੇਰੀ ਗਲਤੀ ਹੈ ਭਾਈ, ਮੇਰਾ ਸੁਭਾਅ ਬਣਿਆ, ਮੈਂ ਉਹਨਾਂ ਤੋਂ ਬਗੈਰ ਜਿਉਂਦਾ ਨਹੀਂ। ਚਲੋ ਆਪਾਂ ਆਪਣਾ ਸੁਭਾਅ ਕੋਸ਼ਿਸ਼ ਕਰਾਂਗੇ ਨਾ ਸੁਣਾਇਆ ਜਾਵੇ। ਸੋ ਇੱਕ ਵਚਨ ਉਹਨਾਂ ਦਾ ਹੋਰ ਜ਼ਿਆਦਾ ਹੈ ਮੇਰੇ ਸੰਗਤ ਵਿੱਚੋਂ ਜਿਹੜਾ ਆ ਕੇ ਪ੍ਰਾਪਤ ਹੋਣਾ ਆਪਾਂ ਨੂੰ। ਇਹ ਚੰਗੇ ਚੰਗੇ ਗੁਣ ਜੇ ਆਪਾਂ ਇਕੱਠੇ ਜੇ ਕਰੀ ਜਾਈਏ, ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਏ, ਅਵਗਣਾਂ ਨੂੰ ਇੱਕ ਪਾਸੇ ਛੱਡ ਦਈਏ, ਗੁਰੂ ਤੋਂ ਗੁਣ ਲੈਂਦੇ ਜਾਈਏ। ਭਾਈ ਜੀ ਲਿਖਦੇ ਨੇ ਮਦਰ ਬਚਨ ਪੁਜਸ ਨਾ ਮਦਰ ਬਚਨ ਸਮਸਰ ਨਾ ਪੁਜਸ ਮਦ ਕਰਕ ਸ਼ਬਦ ਸਮ ਵਿਖਣਾ ਵਿਖਮ ਹੈ। ਕਹਿੰਦੇ ਮਦਰ ਮਿੱਠੇ ਬਚਨਾਂ ਦੇ ਸਮਾਨ ਕੋਈ ਮਠਿਆਸ ਦੁਨੀਆ ਦੀ ਸ਼ੱਕਰ ਖੰਡ ਨਵਾਤ ਗੁੜ ਇਹ ਵੀ ਪੁੱਜਦੇ ਨਹੀਂ ਹਨ। ਪਰ ਕੌੜੇ ਬਚਨ ਦੇ ਸਮਾਨ ਜ਼ਹਿਰ ਤੋਂ ਵੀ ਕੌੜਾ ਬਚਨ ਭੈੜਾ ਹੈ। ਜ਼ਹਿਰ ਇੱਕ ਵਾਰੀ ਮਾਰਦੀ ਹੈ, ਕੌੜਾ ਬਚਨ ਤਾਂ ਬਾਰ-ਬਾਰ ਮਾਰਦਾ। ਸਾਸ ਵਿੱਚ ਰਿੱਝੀ ਜਾਂਦਾ ਬੰਦਾ, ਅੰਦਰ ਹੀ ਰਿੱਝੀ ਜਾਂਦਾ। ਮਦਰ ਬਚਨ ਸੀਤਲਤਾ ਮਿਸ਼ਟਾਨ ਪਾਨ ਕਰਕ ਬਚਨ ਸਤਪਤ ਕਟ ਕਮ ਹੈ। ਮਿੱਠਾ ਬਚਨ ਜਿਹੜਾ ਹੈ ਸੀਤਲਤਾ ਠੰਡ ਦੇਣ ਵਾਲਾ ਹੈ। ਜਿਵੇਂ ਆਪਾਂ ਚਲੇ ਜਾਈਏ ਪਹਾੜਾਂ ਵਿੱਚ, ਉੱਥੇ ਠੰਡੀ ਠੰਡ ਪ੍ਰਾਪਤ ਹੁੰਦੀ ਹੈ। ਮਿੱਠਾ ਬਚਨ ਬੋਲਾਂਗੇ ਅੰਦਰ ਹਿਰਦੇ ਨੂੰ ਠੰਡਾ ਠਾਰ ਕਰ ਦਿੰਦਾ ਹੈ। ਤਾਂ ਹੀ ਕਿਹਾ ਹੈ ਨਾਨਕ ਸੀਤਲ ਨੂੰ ਸਾਧ ਸਵੱਜਣ ਹੈ। ਸੰਤਾਂ ਨੂੰ ਸੀਤਲ ਕਿਹਾ, ਠੰਡੇ ਕਿਹਾ। ਉਹਨਾਂ ਕੋਲੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਹ ਨਿਸ਼ਾਨੀ ਸਾਧਗੀ ਜਿਤ ਭੇਟ ਤਰੀ ਹੈ। ਮਦਰ ਬਚਨ ਸੀਤਲਤਾ ਮਿਸ਼ਟਾਨ ਪਾਨ ਕਰਕ ਸ਼ਬਦ ਸਤਪਤ ਕਟ ਕਮ ਹੈ। ਮਦਰ ਬਚਨ ਕਹਿ ਤ੍ਰਿਪਤ ਔ ਸੰਤੋਖ ਸ਼ਾਂਤ। ਕੋਈ ਮਿੱਠੇ ਬਚਨ ਬੋਲੇ ਤ੍ਰਿਪਤੀ ਹੋ ਜਾਂਦੀ ਹੈ, ਸੰਤੋਖ ਪ੍ਰਾਪਤ ਹੋ ਜਾਂਦਾ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਕਿ ਜ਼ੋਰ ਕੀ ਲੱਗਣਾ, ਆਪਣਾ ਮੁੱਖ ਤੋਂ ਹੀ ਬੋਲ ਦੇਣੇ, ਮਿੱਠੇ ਬਚਨ ਬੋਲ ਦੇਣੇ ਨੇ। ਮਦਰ ਬਚਨ ਕਹਿ ਸੀਤਲਤਾ ਮਿਸ਼ਟਾਨ ਪਾਨ ਕਰਕ ਬਚਨ ਸਰ ਵਿਖਣਾ ਵਿਖਮ ਹੈ। ਮਦਰ ਬਚਨ ਤ੍ਰਿਪਤ ਔ ਸੰਤੋਖ ਸ਼ਾਂਤ ਕਰਕ ਸ਼ਬਦ ਅਸੰਤੋਖ ਦੋਖ ਸ਼ਰਮ ਹੈ। ਅਸੰਤੋਖ ਸੰਤੋਖ ਤੋਂ ਰਹਿਤ ਦੋਖ ਦੁੱਖ ਐ ਹਿਰਦਾ ਚਲੀ ਜਾਊਗਾ। ਸਾਧ ਸੰਗਤ ਸ਼ਰਮ ਹੈ, ਤਕੇਮਾ ਹੀ ਤਕੇਮਾ ਹੋ ਜਾਵੇਗਾ। ਤੇ ਅਖੀਰ ਤੇ ਫਿਰ ਬੜਾ ਵਧੀਆ ਬਚਨ ਲੱਗਿਆ, ਕਹਿੰਦੇ ਮਦਰ ਬਚਨ ਕਹਿ ਅਗਮ ਸੁਗਮ ਹੋਤ। ਬੜੇ ਵਧੀਆ ਬਚਨ ਹੈ।
ਅਗਮ ਕਹਿੰਦੇ ਨੇ ਔਖਾ, ਸੁਗਮ ਕਹਿੰਦੇ ਨੇ ਸੌਖਾ। ਮਿੱਠੇ ਬਚਨ ਬੋਲ ਕਰਕੇ ਔਖਾ ਕੰਮ ਵੀ ਸੌਖਾ ਹੋ ਜਾਂਦਾ। ਜਿਹਦੇ ਕੋਲੋਂ ਮਰਜ਼ੀ ਮਿੱਠੇ ਬਚਨ ਬੋਲ ਕਰਕੇ ਕੰਮ ਕਰਵਾ ਲਓ ਸਾਥ ਨਾਲ, ਵੀ ਆਹ ਕੰਮ ਕਰਦੇ ਯਾਰ, ਮੇਰਾ ਕੰਮ ਕਰ ਦੇ, ਉਹ ਸਹਿਨ ਕਰ ਦੂਗਾ। ਜੇ ਆਪਾਂ ਕਰੋ ਸਹਿਨ, ਕਹੂਗਾ ਦਾ ਤੁਰਦਾ ਲੱਗ ਘਰ ਨੂੰ ਆਪਣੇ, ਆ ਮੇਰਾ ਕੰਮ ਕਰ, ਤੁਰਦਾ ਲੱਗ, ਤੇਰਾ ਵਿਹਲੀ ਆ ਮੈਂ। ਮਿੱਠਾ ਬਚਨ ਬੋਲ ਕੇ ਜਿਹੜਾ ਮਰਜ਼ੀ ਕੰਮ ਕਰਵਾ ਲਓ। ਮਦਰ ਬਚਨ ਕਹਿ ਅਗਮ ਸੁਗਮ ਹੋਤ, ਔਖਾ ਕੰਮ ਸੌਖਾ ਹੋ ਜਾਂਦਾ ਹੈ। ਕਰਕ ਸ਼ਬਦ ਕਹਿ ਸੁਗਮ ਅਗਮ ਹੈ, ਕੌੜੇ ਬਚਨ ਦੇ ਨਾਲ ਜਿਹੜਾ ਸੌਖਾ ਕੰਮ ਹੈ ਉਹ ਵੀ ਔਖਾ ਹੋ ਜਾਣਾ, ਨਹੀਂ ਹੋਣਾ ਸਾਡਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਲਿਆ ਜਦੋਂ ਬੋਲਣਾ ਮਿੱਠੇ ਜਿਹੇ ਬੋਲ ਬੋਲਿਆ ਕਰ। ਪਿਰਿਆ ਬਚਨ ਕੇ ਬੋਲ, ਇਹ ਸ਼ਾਸਤਰਾਂ ਦਾ ਕਥਨ ਹੈ। ਪਿਰਿਆ ਬਚਨ ਕੇ ਬੋਲਤੇ, ਪਿਰਿਆ ਹੁੰਦੇ ਪਿਆਰੇ, ਪਿਰਿਆ ਬਚਨ ਕੇ ਬੋਲਦੇ ਹੋਦ ਪ੍ਰਮੋਦ ਤ੍ਰੈ ਭੌਣ, ਤਿੰਨੇ ਭੌਣ ਖੁਸ਼ ਹੋ ਜਾਂਦੇ ਨੇ। ਤਿੰਨੇ ਭੌਣ ਕੀ ਨੇ? ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਮਾਤ ਲੋਕ ਤੇ ਆਪਾਂ ਰਹਿ ਰਹੇ ਹਾਂ, ਮਿੱਠੇ ਬਚਨ ਬੋਲਾਂਗੇ ਹਰ ਕੋਈ ਖੁਸ਼ ਹੁੰਦਾ। ਪਤਾਲ ਵਿੱਚ ਸੱਪ ਰਹਿੰਦਾ ਸਾਧ ਸੰਗਤ, ਜਦੋਂ ਬੀਨ ਮਿੱਠੀ ਬੋਲਦੀ ਆ ਖੁਸ਼ ਹੋ ਜਾਂਦਾ। ਤੇ ਆਕਾਸ਼ ਵਿੱਚ ਪੰਛੀ ਨੇ ਸਾਧ ਸੰਗਤ, ਜਦੋਂ ਮਿੱਠੇ ਬਚਨ ਬੋਲਦੇ ਆ ਰੇਬਾਂ ਦੇ ਆਲੇ ਦੁਆਲੇ ਸਾਰੇ ਆ ਕੇ ਬੈਠ ਗਏ ਸੀ ਜਾਨਵਰ। ਬਾਬਾ ਬੁੱਢਾ ਜੀ ਦੇ ਆ ਕੇ ਸਾਰੇ ਆਲੇ ਦੁਆਲੇ ਬਹਿ ਗਏ। ਭਾਈ ਮਰਦਾਨਾ ਜੀ ਦੀ ਰਬਾਬ ਵੱਜੀ, ਤਰਵਰ ਤੇ ਰਸ ਨੁਚਰਨ ਲੱਗਾ, ਬਿਸਰਾ ਸਭਨਾ ਅਪਾਨਾ। ਦਰਖਤਾਂ ਚੋਂ ਵੀ ਰਸ ਚੋਣ ਲੱਗ ਗਿਆ ਸੀ ਸਾਧ ਸੰਗਤ। ਪਏ ਪ੍ਰੇਮ ਬਸ ਪਸ ਪੰਛੀ ਸਭ ਮੋਹੇ ਬਨ ਦਿਆਨਾ, ਪਸ਼ੂ ਪੰਛੀ ਵੀ ਸਾਧ ਸੰਗਤ ਪ੍ਰੇਮ ਦੇ ਵਿੱਚ ਬਸ ਹੋ ਗਏ ਸੀ। ਇਸ ਕਰਕੇ ਪਿਰਿਆ ਬਚਨ ਕੇ ਬੋਲਤੇ ਹੋਤ ਪ੍ਰਮੋਦ ਤ੍ਰੈ ਪਾਉਣ, ਜਾ ਤੇ ਪਿਰਿਆ ਬਾਣੀ ਪਣੈ, ਜਾਂ ਮੈਂ ਕਿਰਪਣਤਾ ਕੌਣ। ਕਿਰਪਣਤਾ ਦਾ ਕੰਜੂਸਪਣਾ, ਕਹਿੰਦੇ ਇਹਦੇ ਵਿੱਚ ਕੰਜੂਸਪਣਾ ਕਰਨ ਦੀ ਕੀ ਲੋੜ ਹੈ ਭਾਈ, ਮੁੱਖ ਤੋਂ ਹੀ ਬੋਲ ਦੇਣਾ, ਮਿੱਠੇ ਬੋਲ ਬੋਲਣੇ। ਅਰ ਫਿਰ ਅੱਗੇ ਕਿਹਾ ਸਤ ਬਚਨ ਅਰ ਪਿਆਰੋ ਜੋਈ, ਬੁੱਧਵਾਨ ਜਨ ਭਾਖੇ ਸੋਈ। ਬਚਨ ਵੀ ਸੱਤ ਹੋਣ, ਸੱਚੇ ਹੋਣ, ਝੂਠ ਨਾ ਹੋਵੇ, ਅਰ ਪਿਆਰਾ ਵੀ ਹੋਵੇ, ਬੁੱਧੀ ਵਾਲਾ ਉਹ ਬਚਨ ਕਹੇ। ਸਤ ਬਚਨ ਅਰ ਪਿਆਰੋ ਜੋਈ, ਬੁੱਧਵਾਨ ਜਨ ਭਾਖੇ ਸੋਈ। ਮਧੁਰ ਨਾ ਹੈ ਪਰ ਬਚਨ ਸੱਚ ਹੈ, ਮਿੱਠਾ ਤਾਂ ਨਹੀਂ ਹੈ ਪਰ ਬਚਨ ਸੱਚ ਹੈ। ਨਾਹੇ ਕਹੂੰ ਪਤ, ਇਹ ਸ਼ਬਦ ਮਤ ਹੈ, ਕਹਿੰਦੇ ਇਹ ਸ਼ਬਦ ਦੀ ਸ਼ਾਸਤਰਾਂ ਦੀ ਮਤ ਹੈ। ਬਚਨ ਤਾਂ ਹੈ ਮਿੱਠਾ, ਬਚਨ ਤਾਂ ਹੈ ਕੌੜਾ, ਪਰ ਹੈ ਸੱਚ। ਫਿਰ ਉੱਤੇ ਚੁੱਪ ਹੀ ਕਰ ਦੇਵੇ, ਨਾ ਬੋਲੇ ਹੀ ਨਾ, ਰਹਿਣ ਛੱਡੋ ਪਰੇ। ਤੇ ਦੂਜੇ ਪਾਸੇ ਸਾਧ ਸੰਗਤ ਬਚਨ ਹੈ ਝੂਠ ਪਰ ਹੈ ਮਿੱਠਾ, ਉਹ ਵੀ ਨਹੀਂ ਕਹਿਣਾ, ਚੁੱਪ ਕਰ ਜਾਓ ਉੱਥੇ। ਇਸ ਕਰਕੇ ਸਾਧ ਸੰਗਤ ਜਦੋਂ ਵੀ ਬੋਲੀਏ ਪਿਆਰੇ ਮਿੱਠੇ ਬਚਨ ਬੋਲੀਏ। ਕਹਿਣ ਲੱਗੇ ਅਸੀਂ ਕਾਂ ਸੀ, ਕਾਵਾਂ ਤੋਂ ਅਸੀਂ ਫਿਰ ਕੋਇਲ ਬਣ ਗਏ, ਮਿੱਠੇ ਬਚਨ ਬੋਲਣ ਲੱਗ ਗਏ। ਕੋਇਲਾਂ ਤੋਂ ਫਿਰ ਹੌਲੀ ਹੌਲੀ ਬਗਲੇ ਬਣ ਗਏ, ਬਗਲਿਆਂ ਤੋਂ ਹੰਸ। ਐਵੇਂ ਜਿਵੇਂ ਸਾਡੀ ਬਿਰਤੇ ਵੀ ਸਾਧੂ ਦੀ ਸੰਗਤ ਕਰਦੇ ਕਰਦੇ ਸਾਧ ਸੰਗਤ ਪਹਿਲਾਂ ਕੋਇਲ ਦੀ ਤਰ੍ਹਾਂ ਮਿੱਠੇ ਬਚਨ ਬੋਲਣੇ, ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਸਿਮਰਨ ਕਰਨਾ, ਫਿਰ ਬਾਣੇ ਦੇ ਧਾਰਨੀ ਹੋ ਜਾਣਾ। ਜਿਵੇਂ ਬਗਲਾ ਚਿੱਟਾ ਬਾਣੇ ਦੇ ਧਾਰਨੀ ਹੋ ਜਾਣਾ, ਫਿਰ ਬਾਣੀ ਪੜ੍ਹਨੀ, ਫਿਰ ਹੰਸਾਂ ਵਾਲੀ ਬਿਰਤੀ ਹੋ ਜਾਣੀ। ਖਾਣਾ ਪੀਣਾ ਗੰਦਗੀ ਛੱਡ ਦੇਣੀ, ਵਧੀਆ ਖਾਣਾ ਸਾਧ ਸੰਗਤ। ਹੰਸਾਂ ਤੋਂ ਫਿਰ ਹੌਲੀ ਹੌਲੀ ਦੇਵਤੇ, ਦੇਵਤੇ ਦਾ ਭਾਵ ਦੈਵੀ ਗੁਣ ਧਾਰਨ ਕਰ ਲੈਣ। ਇਹ ਸੰਗਤ ਦਾ ਸੰਗਤ ਫਲ ਪਿੱਖੀਆ ਤਤਕਾਲਾ, ਕਾਗੋਂ ਪਿੱਕ ਪਿੱਕ ਬੱਕੋ ਮਰਾਲਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕਰਿਆ, ਮਰਦਾਨਿਆ ਅੱਜ ਤੋਂ ਬਾਅਦ ਕਿਸੇ ਜਣੇ ਖਣੇ ਦੇ ਅੱਗੇ ਹੱਥ ਨਾ ਅੱਡੀ। ਇਹ ਬਚਨ ਕਰਿਆ ਜਦੋਂ ਸੁਲਤਾਨਪੁਰ ਨਗਰ ਰਹਿੰਦੇ ਸੀ। ਮੰਗਣਾ ਹੋਇਆ ਮਹਾਰਾਜ ਜੀ ਦਾ, ਮਹਾਰਾਜ ਨੇ ਕੀਰਤਨ ਦੀ ਦਾਤ ਦਿੱਤੀ, ਪੁਸ਼ਾਕ ਦਿੱਤੀ, ਮਾਇਆ ਦਿੱਤੀ। ਬਚਨ ਕਰਿਆ ਮਰਦਾਨੇ ਜਣੇ ਖਣੇ ਤੇ। ਕਹਿੰਦਾ ਮਹਾਰਾਜ ਦੇਖੋ ਬਚਨ ਕਰੇ ਦੇ ਖਿਸਕ ਜਾਏ ਸਹੀ ਨਰ ਕੱਚਾ, ਪਰ ਮਹਾਰਾਜ ਮਜਬੂਰੀ ਕਰ ਦਿੰਦੀ ਹੈ, ਗਰੀਬੀ ਜਿਹੜੀ ਹੈ ਮਜਬੂਰ ਕਰ ਦਿੰਦੀ ਹੈ। ਤੁਸੀਂ ਮੇਰਾ ਧਿਆਨ ਰੱਖਿਓ, ਮੈਨੂੰ ਮੰਗਣ ਜੋਗਾ ਛੱਡੇ ਹੀ ਨਾ ਮਹਾਰਾਜ ਜੀ। ਮੈਂ ਕਿਉਂ ਮੰਗੂੰਗਾ, ਮੰਗਣ ਨੂੰ ਕਿਹੜਾ ਬਾਰ-ਬਾਰ ਜੀ ਕਰਦਾ। ਮਹਾਰਾਜ ਜੀ ਕਹਿੰਦੇ ਦੇਖ, ਲੋੜ ਹੋਵੇ ਦਾਣਿਆਂ ਦੀ, ਲੋੜ ਹੋਵੇ ਕੱਪੜਿਆਂ ਦੀ, ਲੋੜ ਹੋਵੇ ਸਾਡੇ ਬਾਪੂ ਜੀ ਨੂੰ ਕਹੀ। ਜੇ ਜ਼ਿਆਦਾ ਲੋੜ ਹੋਵੇ ਇੱਥੋਂ ਨਾ ਪੂਰੀ ਹੋਵੇ ਮੇਰੇ ਕੋਲੇ ਆ ਜੀ। ਸੱਤ ਬਚਨ ਮਹਾਰਾਜ ਜੀ ਅੱਜ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਕੋਲੇ ਆ ਗਏ। ਮਹਾਰਾਜ ਜੀ ਕਹਿੰਦੇ ਮਰਦਾਨਾ ਕਿਵੇਂ ਹੈ? ਕਹਿੰਦਾ ਮਹਾਰਾਜ ਜੀ ਧੀ ਦੀ ਸ਼ਾਦੀ ਹੈ, ਤੁਸੀਂ ਕਿਹਾ ਜੀ ਹੋਰ ਕੋਲੋਂ ਨਾ ਮੰਗੀ ਤੇ ਵੀ ਕਿਰਪਾ ਕਰੋ। ਮਹਾਰਾਜ ਕਹਿੰਦੇ ਕੀ ਚਾਹੀਦਾ? ਆਹ ਲਿਸਟ ਹੈ ਮਹਾਰਾਜ ਜੀ। ਮਹਾਰਾਜ ਜੀ ਨੇ ਦੇਖਿਆ, ਮਹਾਰਾਜ ਕਹਿੰਦੇ ਆਹ ਵਸਤੂਆਂ ਇੱਥੋਂ ਮਿਲ ਜਾਣਗੀਆਂ। ਇੱਕ ਅਚੂੜਾ ਲੜਕੀ ਦੇ ਪਾਉਣ ਵਾਲਾ ਤੇ ਬਾਕੀ ਕੁਝ ਕਾ ਹੋਰ ਸਮਾਨ। ਇਹ ਲਾਹੌਰ ਚਲੇ ਜਾ। ਉਦੋਂ ਲਾਹੌਰ ਬੜਾ ਘੁੱਗ ਵਸਦਾ ਨਗਰ ਸੀ। ਲਾਹੌਰ ਚਲੇ ਜਾ ਮਰਦਾਨੇ, ਸੁਲਤਾਨਪੁਰ ਨਗਰ ਤੋਂ ਲਾਹੌਰ ਜਾ, ਇੱਥੋਂ ਸਾਰਾ ਕੁਝ ਮਿਲ ਜੂਗਾ। ਤੇ ਨਾਲ ਭੇਜ ਦਿੱਤਾ ਭਾਈ ਭਗੀਰਥ ਨੂੰ, ਜਿਹੜਾ ਦੇਵੀ ਦਾ ਉਪਾਸਕ ਸੀ। ਉਹ ਗੁਰੂ ਨਾਨਕ ਦੇਵ ਸ਼ਰਨ ਦੇ ਵਿੱਚ ਆਇਆ। ਦੇਵੀ ਨੇ ਪ੍ਰੇਰਨਾ ਦਿੱਤੀ ਵੀ ਮੇਰੇ ਕੋਲੋਂ ਮੁਕਤੀ ਭਾਲਦਾ। ਮੁਕਤ ਤਾਂ ਅਸੀਂ ਆਪ ਹੀ ਨਹੀਂ ਹੈਗੇ, ਤੈਨੂੰ ਕਿਵੇਂ ਮੁਕਤ ਕਰ ਦਾਂਗੇ? ਚਲੋ ਵੱਡੇ ਭਾਗ ਸੀ, ਕੋਈ ਪੂਰਬਲੇ ਜਨਮ ਸੀ। ਗੁਰੂ ਨਾਨਕ ਦੇਵ ਸ਼ਰਨ ਵਿੱਚ ਭਾਈ ਭਗੀਰਥ ਨੂੰ ਭੇਜਿਆ। ਨਾਲ ਜਦੋਂ ਜਾਣ ਲੱਗੇ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਭਗੀਰਥ ਸੁਣ ਗੱਲ,
ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਅੱਜ ਜਾਓ, ਜਦੋਂ ਪਹੁੰਚ ਗਏ ਉੱਥੇ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਤੁਸੀਂ ਜਾ ਕੇ ਸੁਲਤਾਨਪੁਰ ਨਗਰ। ਸਤਵਚਨ ਮਹਾਰਾਜ ਜੀ ਪਹੁੰਚ ਗਏ। ਮਨਸੁਖ ਸੇਠ, ਇਹ ਵੀ ਨਾਮ ਵੀ ਦੱਸ ਦਿੱਤਾ, ਮਨਸੁਖ ਸੇਠ ਦੀ ਦੁਕਾਨ ਤੇ ਪਹੁੰਚੇ। ਹਾਂਜੀ, ਕਿੱਥੋਂ ਆਏ ਹੋ? ਕਹਿੰਦੇ ਜੀ ਸੁਲਤਾਨਪੁਰ ਨਗਰ ਤੋਂ ਆਏ ਹਾਂ। ਪੰਜਾਬ ਇਕੱਠੇ ਹੀ ਸੀ, ਲਾਹੌਰ ਵੀ ਪੰਜਾਬ ਦੇ ਵਿੱਚ ਹੀ ਸੀ। ਇਹ ਤਾਂ ਸਾਧ ਸੰਗਤ ਤੇਜੂ ਦੀ ਤੇਜੀ ਗਈ, ਉਹ ਫੁੱਟ ਪੈ ਗਈ ਮਹਾਰਾਜਾ ਰਣਜੀਤ ਸਿੰਘ ਦੀ। ਉਹ ਜਦੋਂ ਕਿਤੇ ਉਹ ਗਿਆਨੀ ਸੋਹਣ ਸਿੰਘ ਸੀਤਲ ਪੜ੍ਹਦੇ ਸੀ, ਸਾਧ ਸੰਗਤਾਂ ਇਹ ਧਾਹਾਂ ਮਾਰ ਕੇ ਰੋ ਪੈਂਦੀਆਂ ਸੀ। ਪੰਜਾਬ ਨੂੰ ਕਹਿੰਦੇ ਰੰਡੀ ਕਰ ਗਿਆ ਰਣਜੀਤ ਸਿੰਘ, ਜਿਹੜਾ ਤੇਰੇ ਰਾਜ ਦੇ ਸੁੱਖ ਸੀ ਅੱਜ ਕੰਗਾਲ ਕਰ ਦਿੱਤੇ ਹਾਂ ਅਸੀਂ। ਤੋ ਸਾਧ ਸੰਗਤ ਐਸਾ ਸਮਾਂ ਆਇਆ, ਉਹ ਸਾਡੇ ਵਿੱਚ ਜਾਂਦੇ ਜਾਂਦੇ ਅੰਗਰੇਜ਼ ਫੁੱਟ ਪਾ ਗਏ। ਚਾਰ ਇਹ ਨੀਤੀਆਂ, ਚਲੋ ਇੱਧਰ ਨੂੰ ਸਮਾਂ ਨਹੀਂ, ਮੈਂ ਬੇਨਤੀ ਕਰਾਂ, ਹੁਣ ਵੀ ਇਹ ਚੀਜ਼ ਬਹੁਤ ਸਿਆਸਤ ਚੱਲ ਰਹੀ ਆ। ਇੱਕ ਤਾਂ ਸਾਮ, ਦਾਮ ਤੇ ਦੰਡ ਭੇਦ, ਚਾਰ ਗੱਲਾਂ ਹੁੰਦੀਆਂ ਨੇ ਜਦੋਂ ਦੁਸ਼ਮਣੀ ਕਿਸੇ ਨੇ। ਸਾਮ, ਉਹਨੂੰ ਕਿਵੇਂ ਨਾ ਕਿਵੇਂ ਮਾਇਆ ਨਾਲ ਖਰੀਦ, ਸਾਧ ਸੰਗਤ ਸ਼ਰਨ ਲੈ ਲੈਣੀ। ਦੂਸਰਾ ਦਾਮ, ਮਾਇਆ ਨਾਲ ਖਰੀਦ ਲੈਣਾ। ਤੀਸਰਾ ਦੰਡ, ਜੰਗ ਕਰਨਾ। ਜੇ ਜੰਗ ਕਰਨ ਦੀ ਯੋਗ ਨਾ ਹੋਵੇ ਫਿਰ ਭੇਦ, ਫਰਕ ਪਾ ਦੇਣਾ, ਚੁਗਲੀ ਕਰ ਦੇਣੀ ਕਿ ਕਿਵੇਂ ਨਾ ਕਿਵੇਂ ਪਾੜੋ ਇਹਨਾਂ ਨੂੰ। ਤੁਹਾਨੂੰ ਵੀ ਪਾੜਨ ਦੀ ਬਹੁਤ ਕੋਸ਼ਿਸ਼ ਕਰੀ ਜਾ ਰਹੀ ਹੈ, ਪਰ ਕਿਉਂ ਨਹੀਂ ਪਾੜੇ ਜਾ ਰਹੇ? ਤੁਹਾਡੇ ਵਿੱਚ ਉਹ ਸਾਰੇ ਕਹਿ ਰਹੇ ਨੇ ਗੁਰੂ ਉੱਥੇ ਵਿੱਚ ਬੈਠਾ ਹੋਇਆ, ਨਾਲ ਬੈਠਾ ਹੋਇਆ ਸਾਰਿਆਂ ਦੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਨਾਲ ਨੇ ਗੁਰੂ ਮਹਾਰਾਜ ਜੀ। ਇਸ ਤਰ੍ਹਾਂ ਇਹਨਾਂ ਨੇ ਜਾਂਦੇ ਜਾਂਦਿਆਂ ਨੇ ਅੰਗਰੇਜ਼ਾਂ ਨੇ ਫਿਰ ਹੋਰ ਤਾਂ ਕੋਈ ਚਾਰਾ ਨਾ ਚੱਲਿਆ, ਛੱਡਣੀ ਪਈ ਇਹਨਾਂ ਨੂੰ। ਬੜੀ ਔਖਾ ਆਜ਼ਾਦ ਕਰਾਇਆ, ਆਪਣੇ ਹੱਕ ਬੜੇ ਔਖੇ ਲਏ ਸਾਧ ਸੰਗਤ, ਵੱਡੀਆਂ ਵੱਡੀਆਂ ਸ਼ਹੀਦੀਆਂ ਹੋਈਆਂ। ਕਿਤੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਵੀ ਆਪਣੇ ਹੱਕ ਆਪਣੇ ਕੋਲੇ ਨੇ ਹਲੇ, ਤੇ ਆਪਣੇ ਹੱਕ ਮੰਗ ਰਹੇ ਆ। ਜੇ ਕਿਤੇ ਸਾਡੇ ਹੱਕ ਚਲੇ ਗਏ ਸਾਧ ਸੰਗਤ, ਫਿਰ ਬੜੇ ਔਖੇ ਮਿਲਣਗੇ ਆਪਾਂ ਨੂੰ। ਪਰ ਕਿਰਪਾ ਮਹਾਰਾਜ ਨੇ ਕਰਨੀ, ਤਕੜੇ ਹੋਣ ਦੀ ਲੋੜ ਹੈ। ਤੇ ਜਾਂਦੇ ਜਾਂਦੇ ਫਿਰ ਫੁੱਟ ਪਾ ਗਏ ਸੀ। ਫਿਰ ਉਹ ਜਿਹੜੇ ਬਜ਼ੁਰਗ ਉਹ ਟਾਈਮ ਦੇ 47 ਦੀ ਜਿਨ੍ਹਾਂ ਨੂੰ ਹੈ ਯਾਦਾਸ਼ਤ, ਜੇ ਕਿਤੇ ਗੱਲ ਕਰਦੇ ਆ ਬਾਪੂ ਸੁਣਾ ਕੋਈ ਗੱਲ ਉਦੋਂ ਦੀ, ਉਹ ਰੋਣ ਲੱਗ ਜਾਂਦੇ, ਧਾਹਾਂ ਮਾਰ ਕੇ ਰੋਣ ਲੱਗ ਜਾਂਦੇ ਨੇ। ਧਰਤੀ ਨਨਕਾਣੇ ਦੀ ਓਏ ਤੈਨੂੰ ਯਾਦ ਕਰੇ ਸਿੰਘ ਸ਼ੇਰਾ, ਉਹ ਜਿੱਥੇ ਜੰਮਿਆ ਪਲਿਆ ਸੈਂ ਇੱਕ ਵਾਰੀ ਫੇਰ ਵੀ ਮਾਰ ਜਾ ਕਿਹੜਾ। ਇਹ ਆਉਂਦੀਆਂ ਨੇ ਇੰਟਰਵਿਊ ਉਹਨਾਂ ਦੀਆਂ, ਕਹਿੰਦੇ ਸਾਡਾ ਜੀ ਨਹੀਂ ਸੀ ਕਰਦਾ, ਉਹ ਐਸੀ ਧਰਤੀ ਸੀ, ਪਰ ਛੱਡਣੀ ਪਈ, ਮਜਬੂਰਨ ਛੱਡਣੀ ਪਈ। ਸੋ ਆਓ ਇੱਧਰ ਮੈਂ ਜ਼ਿਆਦਾ ਨਾ ਜਾਵਾਂ। ਫੁੱਟ ਪਾ ਕੇ ਜਾਂਦੇ ਜਾਂਦੇ ਸਾਡੇ ਵਿੱਚ ਉਹ ਫੁੱਟ ਦੇ ਕਾਰਨ ਸਾਧ ਸੰਗਤ ਉਹ ਵੱਖਰਾ ਹੋ ਗਿਆ ਹੈ, ਵਰਨਾ ਇਕੱਠੇ ਹੀ ਸੀ, ਪੰਜਾਬ ਸੀ, ਸਾਰੇ ਪੰਜਾਬਾਂ ਦੀ ਧਰਤੀ ਸੀ। ਲਾਹੌਰ ਪਹੁੰਚ ਗਏ ਦੋਨੋਂ ਜਾਣੇ, ਮਨਸੁਖ ਸੇਠ ਦੀ ਦੁਕਾਨ ਤੇ ਪਹੁੰਚੇ। ਸੇਠ ਜੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਤੁਹਾਡੇ ਕੋਲੇ ਭੇਜਿਆ। ਉਹ ਨਾਲ ਦੀ ਨਾਲ ਕਹਿੰਦਾ ਮੈਂ ਤਾਂ ਗੁਰੂ ਨਾਨਕ ਦੇਵ ਨੂੰ ਜਾਣਦਾ ਕੋਈ ਨਹੀਂ, ਇਹੋ ਜਿਹੇ ਵੀ ਹੋਏ ਨੇ। ਕਹਿੰਦਾ ਮੈਂ ਨਹੀਂ ਜਾਣਦਾ। ਉਹ ਕਹਿੰਦੇ ਵੀ ਤੂੰ ਨਹੀਂ ਜਾਣਦਾ ਵੱਖਰੀ ਗੱਲ ਹੈ, ਪਰ ਉਹ ਤਾਂ ਜਾਣਦੇ ਨੇ ਤਾਂ ਹੀ ਭੇਜਿਆ। ਉਹ ਕਹਿੰਦਾ ਵੀ ਮੈਂ ਨਹੀਂ ਜਾਣਦਾ ਗੁਰੂ ਨਾਨਕ ਦੇਵ। ਉਹ ਕਹਿੰਦੇ ਗੱਲ ਸੁਣੋ ਸੇਠ ਜੀ, ਨਹੀਂ ਜਾਣਦੇ ਅਸੀਂ ਤੁਹਾਡੇ ਕੋਲੇ ਉਹਨਾਂ ਦੇ ਨਾਮ ਤੇ ਕੁਛ ਲੈ ਕੇ ਨਹੀਂ ਜਾਣਾ, ਵੀ ਉਹਨਾਂ ਦਾ ਨਾਮ ਲਿਖ ਲਿਆ ਰਜਿਸਟਰ ਤੇ, ਅਸੀਂ ਪੈਸੇ ਦੇਣੇ, ਗੱਜ ਪੜਵਾਉਣਾ ਹੈ, ਤੇ ਨਹੀਂ ਜਾਣਦਾ ਨਾ ਅਸੀਂ ਕੋਈ ਨਾ ਅਸੀਂ ਦਾ ਸਮਾਨ ਲੈਣਾ। ਕਹਿੰਦਾ ਦੱਸੋ ਭਾਈ ਕੀ ਲੈਣਾ? ਆਹ ਲੈਣਾ। ਲਿਸਟ ਦੇ ਦਿੱਤੀ। ਕੀ ਨਾਮ ਹੈ? ਭਗੀਰਥ ਹੈ। ਕਹਿਣ ਲੱਗੇ ਮੇਰੇ ਨਾਮ ਹੈ ਭਾਈ ਮਰਦਾਨਾ ਹੈ। ਉਹ ਕਹਿਣ ਲੱਗਾ ਵੀ ਬਾਕੀ ਦਾ ਸਮਾਨ ਤਾਂ ਹੁਣੇ ਹੀ ਦੇ ਦਿੰਦਾ, ਮੈਂ ਮਿਲ ਜਿਓ ਮੇਰੀ ਦੁਕਾਨ ਤੇ ਹੈ, ਪਰ ਚੂੜਾ ਜਿਹੜਾ ਸੁਨਿਆਰੇ ਤੋਂ ਬਣਵਾਉਣਾ ਪਊਗਾ, ਇਹਨੂੰ ਘੱਟੋ ਘੱਟ ਹਫ਼ਤਾ ਲੱਗੂਗਾ। ਭਾਈ ਭਗੀਰਥ ਕਹਿਣ ਲੱਗਿਆ ਸੇਠ ਇੱਕ ਰਾਤ ਤੇਰੇ ਕੋਲੇ ਰਹਿਣਾ, ਦੂਜੀ ਰਾਤ ਰਹਿਣਾ ਕੋਈ ਨਹੀਂ। ਉਹ ਕਹਿਣ ਲੱਗਿਆ ਨਾ, ਘੱਟੋ ਘੱਟ ਜੇ ਕਾਹਲੀ ਕਰਾਂਗੇ ਹਫ਼ਤੇ ਦੇ ਵਿੱਚ ਚੂੜਾ ਬਣੂ, ਇਦੋਂ ਵੱਧ ਟਾਈਮ ਲੱਗ ਸਕਦਾ। ਭਗੀਰਥ ਕਹਿਣ ਲੱਗਾ ਨਾ, ਮੇਰਾ ਜਨਮ ਵਿਅਰਥ ਚਲਾ ਜਾਵੇਗਾ। ਉਹਨੂੰ ਕਲਮਬੰਦ ਕਰਿਆ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਨੇ। ਤਬ ਹੈ ਭਗੀਰਥ ਬੋਲਿਓ ਬਾਣੀ ਸੁਣੋ ਸਭ ਪ੍ਰੀਤ ਕਹਾਣੀ। ਗੁਰੂ ਮਾਰੇ ਬਚਨਾਂ ਦੇ ਜਿਹਨੂੰ ਭਰੋਸਾ ਹੈ ਸਾਧ ਸੰਗਤ, ਤਾਂ ਹੀ ਕਿਹਾ ਹੈ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਸਦੀ ਹੋਵੇ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਸਦੀ ਹੋਵੇ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਸਦੀ ਹੋਵੇ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਹੋਵੇ। ਜਿਸ
ਦੇ ਮਨ ਵਸਦੀ ਹੋਵੇ, ਜਿਸ ਦੇ ਮਨ ਵਸਦੀ ਹੋਵੇ, ਜਿਸ ਦੇ ਮਨ ਵਸਦੀ ਹੋਵੇ, ਜਿਸ ਦੇ ਮਨ ਵਸਦੀ ਹੋਵੇ, ਜਿਸ ਦੇ ਮਨ ਵਸਦੀ ਹੋਵੇ, ਜਿਸ ਦੇ ਮਨ ਵਸਦੀ ਹੋਵੇ, ਜਿਸ ਦੇ ਮਨ ਵਸਦੀ ਹੋਵੇ, ਜਿਸ ਦੇ ਮਨ ਵਸਦੀ ਹੋਵੇ। ਜਿਸ ਦੇ ਮਨ ਵਸਦੀ ਹੋਵੇ, ਗੁਰ ਕੀ ਪ੍ਰਤੀਤ ਜੀ, ਜਿਸ ਦੇ ਮਨ ਵਸਦੀ ਹੋਵੇ, ਗੁਰ ਕੀ ਪ੍ਰਤੀਤ ਜੀ, ਜਿਸ ਦੇ ਮਨ ਵਸਦੀ ਹੋਵੇ, ਗੁਰ ਕੀ ਪ੍ਰਤੀਤ ਜੀ, ਜਿਸ ਦੇ ਮਨ ਵਸਦੀ ਹੋਵੇ, ਗੁਰ ਕੀ ਪ੍ਰਤੀਤ ਜੀ, ਜਿਸ ਦੇ ਮਨ ਵਸਦੀ ਹੋਵੇ। जैसे हीरा हाथ में तनक सा दिखाई देत, मोल पाए दमकन परत भंडार जी। इन नैट ते कढ़ लिया करो, मैं ज़्यादा ना तुहानूं हौली हौली तुसीं खोजी बनया करो। खोजी खोजै खोज लै, बड़ा सोहना बचन है। खोजी खोजै खोज लै, वादी वाद करेंदड़ खुंझै। ਜਿਹੜੇ ਸਾਧਨ ਖੋਜੀ ਹੁੰਦੇ ਨੇ ਉਹ ਖੋਜ ਕਰਦੇ ਨੇ, ਦਿਨ ਰਾਤ ਖੋਜ ਕਰਦੇ ਨੇ, ਦਿਨ ਰਾਤ ਖੋਜ ਕਰਦੇ ਨੇ, ਉਹ ਲੱਭ ਲੈਂਦੇ ਨੇ ਕੁਛ ਨਾ ਕੁਛ। ਜਿਹੜੇ ਵਾਦੀ ਝਗੜਾਲੂ ਨੇ ਉਹ ਝਗੜਾ ਕਰਦੇ ਕਰਦੇ ਜੀਵਨ ਤੋਂ ਖੁੰਝ ਜਾਂਦੇ ਨੇ। ਇਸ ਕਰਕੇ ਜੈਸੇ ਹੀਰਾ ਹਾਥ ਮੈਂ ਤਨਕ ਸਾ ਦਿਖਾਈ ਦੇਤ, ਇਹ ਉਂਗਲੀ 'ਚ ਪਾਇਆ ਹੁੰਦਾ ਮੁੰਦੀ ਦੇ ਵਿੱਚ, ਛੋਟਾ ਜਿਹਾ ਹੀ ਹੈ। ਔਰ ਮੋਲ ਪਾਏ ਦਮਕਨ ਭਰਤ ਭੰਡਾਰ ਦੀ, ਜਦੋਂ ਉਹਦੀ ਕੀਮਤ ਪੈਂਦੀ ਹੈ ਭੰਡਾਰੇ ਭਰ ਜਾਂਦੇ ਨੇ। ਜੈਸੇ ਬਰਬੰਦੇ ਹੁੰਡੀ ਲਾਗਤ ਨਾ ਭਾਰ ਕਛ ਆਗੇ ਗਏ ਪਾਈ ਤੇ ਲక్ష్ਮੀ ਪਾਰ ਜੀ। ਹੁਣ ATM ਕਾਰਡ ਹੈ, ਪਹਿਲਾਂ ਹੁੰਡੀ ਹੁੰਦੀ ਸੀ 4 ਉਂਗਲਾਂ ਦਾ ਕਾਗਜ਼, ਇੱਥੇ ਸੇਠ ਕੋਲੇ ਜਮ੍ਹਾਂ ਕਰਾਉਣੇ ਤੇ ਅੱਗੇ ਜਾ ਕੇ ਦਿੱਲੀ ਤੋਂ ਮਿਲ ਜਾਣੇ। ਉਹਨਾਂ ਦੀ ਕੋਠੀ ਸਾਹੂਕਾਰੀ ਹੁੰਦੀ ਸੀ, ਉਹ ਚਿੱਠੀ ਦਿਖਾਉਣੀ, ਅੱਗੇ ਮਿਲ ਜਾਂਦੇ ਸੀ ਸਾਧ ਸੰਗਤ, ਉਹਨੂੰ ਹੁੰਡੀ ਕਹਿੰਦੇ ਸੀ। ਜੈਸੇ ਬਟ ਬੀਜਤ ਸੂਖਮ ਸਰੂਪ ਹੋਤ, ਬੋਏ ਕੈ ਵਿਵਿਧ ਕਰੇ ਬਿਰਖਾ ਬਸਥਾਰ ਜੀ। ਬੋੜ ਦੇ ਦਰਖਤ ਦਾ ਬੀਜ ਬਹੁਤ ਛੋਟਾ ਜਿਹਾ ਜਦੋਂ ਬੀਜਿਆ ਗਿਆ, ਤਰੀਕੇ ਨਾਲ ਬੀਜਿਆ ਗਿਆ, ਕਿੱਡਾ ਵੱਡਾ ਫੈਲਾਰਾ ਹੋ ਗਿਆ। ਜਾਨਵਰ ਆ ਕੇ ਉੱਥੇ ਬੋਲਦੇ ਨੇ, ਸਾਧ ਸੰਗਤ ਪਹਿਲਾਂ ਪਾਉਂਦੇ ਨੇ, ਗੂੰਜਾਂ ਪਾਉਂਦੇ ਨੇ, ਛਾਂ ਦਾ ਆਨੰਦ ਮਾਣਦੇ, ਲੱਕੜੀ ਮਿਲਦੀ ਹੈ, ਭਾਵੇਂ ਫਲ ਕੋਈ ਕੰਮ ਦਾ ਨਹੀਂ, ਪਰ ਕਿੱਡਾ ਵੱਡਾ ਫਲਾਰਾ ਹੋ ਗਿਆ। ਤੈਸੇ ਗੁਰਬਚਨ ਸੱਚਨ ਗੁਰ ਸਿੱਖਣ ਕਹਿ, ਜਾਨੀਐ ਮਹਾਤਮ ਗਏ ਹਰਿਦੁਆਰ ਜੀ। ਐਸੇ ਤਰ੍ਹਾਂ ਗੁਰੂ ਦਾ ਜਿਹੜਾ ਬਚਨ ਹੈ, ਸਾਧ ਸੰਗਤ ਹੈ ਤਾਂ ਥੋੜ੍ਹਾ ਜਿਹੀ, ਗੁਰਸਿੱਖਾ ਅੰਮ੍ਰਿਤ ਵੇਲੇ ਉੱਠ ਖੜਿਆ ਕਰ, ਹੈ ਤਾਂ ਥੋੜ੍ਹਾ ਜਿਹੀ, ਵਾਹਿਗੁਰੂ ਕਹਿ ਦਿਆ ਕਰ ਮੁਖ ਤੋਂ, है तो थोड़ा जी वचन है। सास राम के राम बोल है तो वचन तो इन्ना की है, पर उन्हें बेड़े पार कर देते। तैसे गुरबचन सच्चन गुर सिखन कह, जानी है महात्मा गए हरिद्वार जी। एक रात नहीं रहना, तवे भगीरत बोले बानी, सुनो साहब प्रीत कहानी। दूजी रस निशा रहो जे नगरा, जन्म बाद जावे मम सगरा। जे दूजी रात मैं रहा, मेरा जन्म व्यर्थ चले जाऊगा। वो हैरान हो गया भी भगीरत जी, ਤੁਹਾਡਾ ਰਹਿਣ ਦਾ ਖਰਚਾ ਮੈਂ ਕਰੂੰਗਾ, ਰੋਟੀ ਦਾ ਕੋਈ ਤੁਹਾਡਾ ਖਰਚਾ ਨਹੀਂ, ਮੇਰੇ ਘਰੇ ਰਹੋ, ਬਹੁਤ ਵੱਡਾ ਮਕਾਨ ਮੇਰੇ ਕੋਲੇ ਵਾਹਿਗੁਰੂ ਨੇ ਦਿੱਤਾ ਹੈ, ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ, ਤੁਹਾਨੂੰ ਰਾਹੋ ਆਰਾਮ ਦੇ ਨਾਲ, ਤੇ ਜਨਮ ਵਿਅਰਥ ਕਿਵੇਂ ਚਲਾ ਜਾਵੇਗਾ। ਉਹ ਕਹਿੰਦਾ ਵੀ ਮੇਰੇ ਗੁਰੂ ਦਾ ਬਚਨ ਵੀ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਉਹ ਕਹਿੰਦੇ ਮਨਸੁਖ ਸੇਠ ਹੱਥ ਤੇ ਹੱਥ ਮਾਰ ਕੇ ਹੱਸਿਆ, ਕਹਿੰਦਾ ਭਗੀਰਥ ਕਲਯੁਗ ਦਾ ਹੋਵੇ ਸਮਾਂ, ਫਿਰ ਇਹਦੇ ਵਿੱਚ ਪੂਰਨ ਗੁਰੂ ਜੀ ਦੇ ਬਚਨ ਪੂਰੇ ਹੋ ਜਾਣ, ਇਹੋ ਜਿਹਾ ਨਹੀਂ ਹੋ ਸਕਦਾ। ਅਧੂਰੇ ਬੜੇ ਨੇ, ਠੱਗਣ ਵਾਲੇ ਬੜੇ ਨੇ। ਉਸ ਸਮੇਂ ਜਿਹਨੂੰ ਯਕੀਨ ਸੀ ਗੁਰੂ ਦੇ ਬਚਨਾਂ ਦੇ, ਭਰੋਸਾ ਸੀ ਨਾ, ਮੋਰ ਬਚਨ ਪਰ ਨਿਸ਼ਚਾ ਜਿਨ ਕੋ, ਕਲਯੁਗ ਨੂੰ ਕਿਹਾ ਸੀ ਮਹਾਰਾਜ ਜੀ ਕਹਿੰਦੇ, ਕਲਯੁਗ ਜਿਨ੍ਹਾਂ ਨੂੰ ਮੇਰੇ ਬਚਨਾਂ ਤੇ ਭਰੋਸਾ ਹੈ, ਤਬ ਛਾਇਆ ਨਾ ਵਰਤੈ ਤਿਨ ਕੋ। ਤੇਰੀ ਆਪਾਂ ਕਹਿੰਦੇ ਜੇ ਆ ਮੇਰੇ ਬੱਚਿਆਂ ਵੱਲ ਤੂੰ ਝਾਕਿਆ ਵੀ ਨਾ, ਤੇਰੀ ਛਾਂ ਵੀ ਪੈ ਗਈ, ਤੇਰੀਆਂ ਹੱਡੀਆਂ ਨਹੀਂ ਛੱਡਣੀਆਂ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆਪਣੇ ਵੱਲ ਸਾਰਾ ਸੀ, ਸਾਰਿਆਂ ਵੱਲ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਮੇਰੇ ਬਚਨਾਂ ਤੇ ਭਰੋਸਾ ਹੈ, ਵੀ ਜੇ ਬਚਨ ਕਹਿ ਦਿੱਤਾ ਵੀ ਮਿੱਠੇ ਨੇ ਰੀਠੇ ਤਾਂ ਮਿੱਠੇ ਹੀ ਨੇ, ਜੇ ਗੰਗਾ ਨੂੰ ਕਹਿ ਤਾ ਆ ਜਾ ਚੱਲ ਕੇ, ਮਗਰ ਮਗਰ ਚੱਲ ਕੇ ਆ ਗਈ ਆ। ਮੇਰੇ ਬਚਨਾਂ ਤੇ ਜਿਨ੍ਹਾਂ ਨੂੰ ਭਰੋਸਾ ਹੈ, ਮਹਾਰਾਜ ਜੀ ਕਹਿੰਦੇ ਕਲਯੁਗ ਤੇਰੀ ਛਾਂ ਨਾ ਪੈ ਜਾਵੇ, ਨੇੜੇ ਨਾ ਚਲੇ ਜਾਈ ਇਹਨਾਂ ਦੇ। ਤੋ ਇਸ ਕਰਕੇ ਉਹ ਕਹਿਣ ਲੱਗਿਆ ਕਲਯੁਗ ਦਾ ਸਮਾਂ ਇਸ ਵੇਲੇ ਪੂਰਨ ਗੁਰੂ। ਉਦੋਂ ਕਿਹਾ ਸੀ ਸੁਣੋ ਸਾਹ ਮਮ ਸਤਿਗੁਰ ਪੂਰਾ, ਗੁਰਪੂਰਾ ਗੁਰਪੂਰਾ। ਐਂ ਪੜ੍ਹ ਲਓ ਪਿਆਰ ਦੇ ਨਾਲ ਸੁਣੋ।
ਗੁਰਪੂਰਾ ਗੁਰਪੂਰਾ ਜੀ ਮੇਰਾ ਗੁਰਪੂਰਾ, ਗੁਰਪੂਰਾ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ 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 ਮੇਰਾ ਗੁਰਪੂਰਾ। ਹਾਜੀ ਗੁਰਪੂਰਾ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ 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 ਮੇਰਾ ਗੁਰਪੂਰਾ। ਸੁਨੋ ਸਾਹ ਮਮ ਸਤਿਗੁਰ ਪੂਰਾ, ਜਿਨ ਕੋ ਬਚਨ ਹੋਤ ਨਹੀਂ ਊਰਾ। ਪਰ ਹਾਂ ਇੱਕ ਗੱਲ ਹੈ, ਜਿਹ ਕੇ ਜਾਗੇ ਭਾਗ ਮਹਾਨਾ ਸੋ ਮਹਿਮਾ ਜਾਣੈ ਮਤਵਾਨਾ। ਵੀ ਜਿਹਦੇ ਭਾਗ ਵੱਡੇ ਜਾਗੇ ਨੇ ਨਾ, ਉਹ ਗੁਰੂ ਦੀ ਮਹਿਮਾ ਨੂੰ ਜਾਣਦਾ। ਬਾਕੀ ਤਾਂ ਫਿਰ ਉਹ ਐਂ ਕਹਿੰਦੇ ਨੇ ਵੀ ਸਾਡੇ ਵਰਗਾ ਹੀ ਹੈ, ਫਰਕ ਕੋਈ ਨਹੀਂ, ਇੰਨਾ ਕੀ ਕਹਿ ਦਿੰਦੇ। ਜਿਹਦੇ ਭਾਗ ਜਾਗ ਪਏ ਉਹ ਗੁਰੂ ਦੀ ਮਹਿਮਾ ਨੂੰ ਜਾਣਦਾ। ਉਹ ਕਹਿੰਦਾ ਗੁਰ ਜੈਸਾ ਨਾਹੀ ਕੋ ਦੇਵ, ਨਾਹੀ ਕੋ ਦੇਵ ਗੁਰ ਜੈਸਾ, 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 ਨਾਹੀ ਕੋ ਦੇਵ ਗੁਰ ਜੈਸਾ। ਸੋ ਭਗੀਰਥ ਕਹਿ ਰਿਹਾ ਹੈ, ਜਿਹ ਕੇ ਜਾਗੇ ਭਾਗ ਮਹਾਨਾ ਸੋ ਮਹਿਮਾ ਜਾਣੈ ਮਤਵਾਨਾ। ਉਹ ਮਹਿਮਾ ਨੂੰ ਜਾਣਦਾ ਹੈ। ਕਲੀ ਕਾਲ ਤਾਰਨ ਕਰਤਾਰਾ, ਨਿਜ ਸਰੂਪ ਧਰਿਓ ਅਵਤਾਰਾ। ਕਲਯੁਗ ਦੇ ਜੀਵਾਂ ਨੂੰ ਤਾਰਨ ਦੇ ਵਾਸਤੇ ਕਰਤਾਰ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਿਆ। ਸੁਲਤਾਨਪੁਰ ਨਗਰ ਵਿੱਚ ਰਹਿ ਰਿਹਾ। ਜਦੋਂ ਇਹ ਬਚਨ ਕਹੇ ਯਕੀਨ ਤਾਂ ਨਾ ਆਇਆ, ਪਰ ਇਹ ਗੱਲ ਕਹਿ ਦਿੱਤੀ, ਕਹਿੰਦਾ ਬਈ ਚੂੜਾ ਬਣਨ ਨੂੰ ਤਾਂ ਲੱਗੂਗਾ ਹਫ਼ਤਾ, ਪਰ ਜੇ ਤੂੰ ਕਹਿ ਰਿਹਾ ਮੇਰਾ ਪੂਰਨ ਗੁਰੂ ਹੈ, ਮੈਂ ਚੱਲੂ ਨਾਲ। ਮੇਰੇ ਘਰ ਵਾਲੀ ਦਾ ਚੂੜਾ ਪਿਆ, ਵਿਆਹ ਵੇਲੇ ਉਹਨੇ ਪਾਇਆ ਸੀ, ਉਦੋਂ ਬਾਅਦ ਵਰਤਿਆ ਨਹੀਂ। ਉਹ ਚੂੜਾ ਮੈਂ ਦੇ ਦੂੰ, ਚੱਲੂ ਮੈਂ ਨਾਲ। ਪਰ ਪਹਿਲਾਂ ਗੁਰੂ ਕਰੀਏ ਜਾਣ ਕੇ, ਪਾਣੀ ਪੀਏ ਛਾਣ ਕੇ, ਮੈਂ ਦੇਖੂੰ ਵੀ ਪੂਰਨ ਗੁਰੂ ਹੈ ਤੇਰਾ। ਜੇ ਪੂਰਨ ਗੁਰੂ ਹੋਇਆ, ਮੈਂ ਆਪਣਾ ਆਪ ਵੀ ਅਰਪਣ ਕਰ ਦੂੰ ਗੁਰੂ ਨੂੰ, ਬਲਿਹਾਰੀ ਜਾਊਂਗਾ ਉਸ ਤੋਂ। ਭਗੀਰਥ ਕਹਿਣ ਲੱਗਾ ਕੋਈ ਗੱਲ ਨਹੀਂ ਸੇਠ ਜੀ, ਚੱਲੋ, ਉੱਥੇ ਕਿਹੜਾ ਘੱਟ ਹੈ ਕਿਸੇ ਚੀਜ਼ ਦਾ। ਇਹਨੇ ਮਨਸੁਖ ਨੇ ਮਨ ਵਿੱਚ ਫੁਰਨਾ ਕਰ ਲਿਆ ਵੀ ਜੇ ਮੈਨੂੰ ਮੇਰਾ ਨਾਮ ਲੈ ਕੇ ਬੁਲਾਉਣ ਗੁਰੂ ਨਾਨਕ ਦੇਵ ਜੀ, ਮੇਰਾ ਨਾਮ ਲੈਣ ਬਗੈਰ ਦੱਸਿਆ। ਇਹ ਭਗੀਰਥ ਨੂੰ ਵੀ ਨਹੀਂ ਦੱਸਿਆ ਵੀ ਇਹ ਵੀ ਨਾ ਜਾ ਕੇ ਦੱਸ ਦੇ ਕਿਤੇ। ਚਲੋ ਫੋਨ ਤਾਂ ਹੁੰਦੇ ਨਹੀਂ ਸੀ ਉਦੋਂ, ਹੁਣ ਤਾਂ ਇਹ ਜਿਹਾ ਬਿਜ਼ਨਸ ਬਹੁਤ ਜ਼ਿਆਦਾ ਚੱਲਦਾ। ਪਖੰਡ ਮਹਾਰਾਜ ਜੀ ਦੂਰ ਕੀਤੇ ਸੀ, ਫਿਰ ਉਹਦਾ ਬੋਲ ਬਾਲਾ ਜਿਹਾ ਹੋਣ ਲੱਗ ਗਿਆ। ਪਰ ਸੱਚ ਤਾਂ ਸੱਚ ਹੀ ਹੁੰਦੀ ਹੈ, ਅਤੇ ਸਾਧ ਸੰਗਤ ਸੱਚ ਦੇ ਨਾਲ ਜੁੜੋ ਪਿਆਰਿਓ। ਪਖੰਡਾਂ ਵਿੱਚ ਕੁਝ ਨਹੀਂ ਰੱਖਿਆ ਪਿਆ, ਇਹਦੇ ਵਿੱਚ ਦੇਖਦੇ ਆਪਾਂ ਕੀ ਕੁਛ ਹੁੰਦਾ। ਸੋ ਇਸ ਕਰਕੇ ਮੈਂ ਨਾਲ ਚੱਲੂੰਗਾ। ਕਹਿੰਦਾ ਵੀ ਚੱਲ ਕੋਈ ਗੱਲ ਨਹੀਂ, ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਚੱਲ ਪਿਆ ਮੱਜਲਾਂ ਮਾਰਦੇ ਹੋਏ, ਹੌਲੀ ਹੌਲੀ ਸੁਲਤਾਨਪੁਰ ਨਗਰ ਪਹੁੰਚੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਾ ਕਰਕੇ ਭਗੀਰਥ ਨੇ ਨਾਮਸਕਾਰ ਕਰੀ। ਜਦ ਮਗਰ ਹੀ ਮਨਸੁਖ ਸੇਠ ਹੈ, ਉਹਨੇ ਵੀ ਦੇਖਾ ਦੇਖੀ ਨਾਮਸਕਾਰ ਕਰੀ। ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਸਮੇਂ ਬਚਨ ਕਰ ਰਹੇ ਨੇ, ਆਓ ਭਗੀਰਥ ਪਰਉਪਕਾਰੀ। ਸੰਗਤ ਦਾ ਫਲ, ਸੰਗਤ ਦਾ ਮਹਾਤਮ ਕੀ ਹੈ। ਆਓ ਭਗੀਰਥ ਪਰਉਪਕਾਰੀ, ਮਨ ਮਲਿਆਗਰ ਸਮ ਵਿਚਾਰੀ। ਪਹਿਲੋ ਥੋਏ ਮਨ ਸੁਖ ਕਾਚਾ, ਬਣਨਾ ਚਾਹਤ ਹੈ ਅਬ ਸਾਚਾ। ਜਾਂ ਤੇ ਵਨ ਆਪਣੇ ਸੰਗਾ, ਧਨ ਸੰਤ ਮਤ ਕੀਟੀ ਭਰੰਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਧੰਨ ਭਗੀਰਥ ਪਰਉਪਕਾਰੀ ਹੈ। ਆਓ ਭਗੀਰਥ ਪਰਉਪਕਾਰੀ। ਪਹਿਲੋਂ ਥੋਏ ਮਨ ਸੁਖ ਕਾਚਾ, ਪਹਿਲਾਂ ਤਾਂ ਕੱਚੇ ਹੀ ਸੀ ਮਨ ਸੁਖ। ਮਨ ਨੂੰ ਸੁੱਖ ਕੋਈ ਨਹੀਂ ਸੀ, ਚਿੰਤਾ ਹੀ ਸੀ ਦਿਨ ਰਾਤ।
ਬਣਨਾ ਚਾਹਤ ਹੈ ਅਬ ਸੱਚਾ, ਸੱਚਾ ਬਣਨਾ ਚਾਹੁੰਦਾ ਹੈ ਜਾਂ ਤੇ ਆਨੇ ਆਪਣੇ ਸੰਗਾ, ਇਸ ਕਰਕੇ ਨਾਲ ਲਿਆਂਦਾ ਹੈ। ਧੰਨ ਸੰਤ ਮਤ, ਇਹ ਸੰਤ ਮਤ ਹੈ। ਕੀਟੀ ਭਰਿੰਗਾ, ਭਰਿੰਗੀ ਜਾਨਵਰ ਹੈ। ਕੁਝ ਕੁ ਜਾਨਵਰਾਂ ਨੂੰ ਲੈ ਕੇ ਆਪਣੀ ਖੱਡ ਵਿੱਚ ਵੜ ਜਾਂਦਾ ਹੈ। ਕੁਝ ਸਮੇਂ ਬਾਅਦ ਜਦੋਂ ਬਾਹਰ ਆਉਂਦਾ, ਉਹ ਜਾਨਵਰ ਭਰਿੰਗੀ ਵਾਲੀ ਬੋਲੀ ਬੋਲਦੇ ਨੇ। ਸਾਧ ਸੰਗਤ, ਭਰਿੰਗੀ ਵਾਲੀ ਬੋਲੀ ਬੋਲਦੇ ਨੇ ਕੁਝ ਕੁ ਜਾਨਵਰ ਨੇ, ਪਰ ਇਹ ਸੰਤ ਮਤ ਜਿਹੜਾ ਹੈ ਸਾਧ ਸੰਗਤ, ਉਹੀ ਬੋਲੀ ਬੋਲਣ ਲਾ ਦੇਣਾ ਜਿਹੜੇ ਸੰਤਾਂ ਨੇ ਬੋਲੀ ਬੋਲਣੀ। ਸੰਤ ਮਿੱਠੇ ਬੋਲਦੇ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਮਿੱਠੇ ਬੋਲਣ ਲੱਗ ਜਾਂਦੇ ਨੇ। ਪਰ ਜੀ ਕਹਿਣਗੇ ਧੰਨ ਹੈ ਭਗੀਰਥ ਪਰਉਪਕਾਰੀ ਹੈ। ਪਰਉਪਕਾਰੀ ਜਿਹੜਾ ਹੈ, ਗੱਜ ਕੇ ਬੋਲਿਓ ਜਰਾ, ਉਹ ਸਭ ਤੋਂ ਪਿਆਰਾ ਗੁਰੂ ਨੂੰ ਪਰਉਪਕਾਰੀ ਲੱਗਿਆ ਕਰਦਾ ਹੈ। ਪਰਉਪਕਾਰੀ ਜੀ ਗੁਰੂ ਪਿਆਰਾ, ਗੁਰੂ ਪਿਆਰਾ। 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 ਪਰਉਪਕਾਰੀ ਜੀ 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 ਗੁਰੂ ਪਿਆਰਾ, ਗੁਰੂ ਪਿਆਰਾ। ਬੜਾ ਪਿਆਰਾ ਲੱਗਦਾ ਹੈ। ਸੋ ਮਨ ਸੁਖ ਚਰਨਾਂ ਤੇ ਗਿਰ ਗਿਆ ਸੱਚੇ ਪਾਤਸ਼ਾਹ, ਉਹ ਤੋਂ ਫਿਰ ਆਵਾਜ਼ ਆਉਂਦੀ ਹੈ। ਜੈਸਾ ਸੁਣਿਆ ਪਿਆਰਾ ਮੇਰਾ, ਅੱਖਾਂ ਨਾਲ ਵੇਖ ਲਿਆ। 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 ਅੱਖਾਂ ਨਾਲ ਵੇਖ ਲਿਆ। ਮੈਂ ਖੇਤੀ ਕਰਦਾ ਹੁੰਦਾ ਸੀਗਾ, ਸੁਣੀ ਤੂੰ ਧਿਆਨ ਦੇ ਨਾਲ। ਇੱਕ ਬੁੜਾ ਜਿਹਾ ਬਲਦ ਸੀ ਮੇਰੇ ਕੋਲੇ, ਇੱਕ ਸਾਧ ਸੰਗਤ ਬੈਠਕਾ ਜਿਹਾ ਸੀ। ਉਹ ਜਿਹੜਾ ਬੁੜਾ ਬਲਦ ਸੀ, ਉਹ ਅੰਦਰਲੇ ਪਾਸੇ ਜੋੜਿਆ ਹੁੰਦਾ। ਮੈਂ ਕਰਦਾ ਨਾ ਖੇਤੀ, ਸਹੀ ਦੱਸਦਾ ਤੁਹਾਨੂੰ। ਜਿਹੜਾ ਬੈਠਕਾ ਸੀ ਉੱਪਰਲੇ ਪਾਸੇ ਜੋੜਿਆ, ਉਹ ਚੰਚਲ ਬੜਾ ਸੀ। ਉਹਨੇ ਕਦੇ ਫਟਾਫਟ ਗੇੜਾ ਕੱਢ ਕੇ ਐਂ ਦੀ ਘੁਮਾ ਕੇ ਉਹ ਬੁੜੇ ਜਿਹੇ ਨੂੰ ਤੰਗ ਕਰਿਆ ਕਰਨਾ। ਅਣਜਾਣ ਮੈਂ ਵੀ ਸੀ। ਫਿਰ ਉਹਦੇ ਤੇ ਨਾੜ ਸਿੱਟੀ ਜ਼ਿਆਦਾ। ਨਾੜ ਜ਼ਿਮੀਂਦਾਰ ਨੂੰ ਪਤਾ ਵੀ ਨਾੜ ਹੁੰਦੀ ਕੀ ਹੁੰਦੀ ਹੈ। ਉਹ ਜ਼ਿਆਦਾ ਬੈਠ ਕੇ ਤੇ ਨਾੜ ਸਿੱਟਣੀ ਕਰੀ। ਫਿਰ ਉਹ ਕਿਤੇ ਬੱਸ ਦੇ ਵਿੱਚ ਆਇਆ। ਐਂ ਬੁੜਾ ਆਦਮੀ ਤੰਗ ਹੋ ਜਾਂਦਾ ਹੈ। ਆਪਣੀ ਚਾਲ ਹੀ ਚੱਲੀ ਜਾਇਆ ਕਰੋ। ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਨਾਲ ਤਿੰਨੇ ਤੋੜੇ ਵੱਜਦੇ ਸੀ ਬਸ। ਉਹ ਤਾਂ ਚਲੋ ਉਹੀ ਸੀਗੇ। ਅਤੇ ਅਣਜਾਣ ਜਿਹਾ ਬੰਦਾ ਫਿਰ ਅਲਝ ਜਾਂਦਾ ਹੈ। ਸੋ ਉਹਦੇ ਵਿੱਚ ਆਨੰਦ ਹੈ। ਸਾਧ ਸੰਗਤ ਹੌਲੀ ਸਹਿਜ ਸਹਿਜ ਅਵਸਥਾ ਦੇ ਵਿੱਚ ਚੱਲੀ ਜਾਵੇ। ਤੀਰਥ ਵੀ ਲੋਚਦੇ ਸੰਤਾਂ ਦੀ ਕੁੜੀ ਸਾਈ। ਤੀਰਥ ਵੀ ਲੋਚਦੇ ਸੰਤਾਂ ਦੀ ਕੁੜੀ ਸਾਈ। ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈ।
ਹੀ ਆਪਣੀ ਬਿਰਤੀ ਲੈ ਕੇ ਚੱਲੋ। ਤੇ ਚਰਨਾਂ ਦੇ ਉੱਪਰ ਗਿਰ ਗਿਆ ਮਹਾਰਾਜ, ਕਿਰਪਾ ਕਰੋ। ਜਿਹੋ ਜਿਹਾ ਮੈਂ ਸੁਣਿਆ ਸੀ ਨਾ, ਜੈਸਾ ਸਤਿਗੁਰੂ ਸੁਣੀ ਦਾ, ਪੂਰਨ ਗੁਰੂ ਹੈ ਇਹ ਕਹਿ ਰਿਹਾ ਸੀ। ਸੋ ਇਸ ਕਰਕੇ ਗੁਰੂ ਦੀ ਮਹਿਮਾ ਜਿੰਨੀ ਹੋਵੇ ਵੱਧ ਤੋਂ ਵੱਧ ਕਰੀਏ। ਸੁਣ ਸੁਣ ਸੁਜਸ ਜਗਤ ਉੱਠਤਾ ਵੀ, ਇਹ ਗੁਰਦਾਸ ਜੀ ਦਾ ਵਚਨ ਹੈ। ਸਤਿਗੁਰ ਸਾਹੋ ਗੁਣ ਵੇਚ ਅਵਗੁਣ ਲੇਤ। ਗੁਣ ਵੇਚਦੇ ਨੇ ਮਹਾਰਾਜ, ਅਵਗੁਣ ਲੈਂਦੇ ਨੇ। ਉਹ ਅੱਜ ਦੇ ਰਾਜਿਆਂ ਵਾਂਗੂ ਨਹੀਂ, ਸਾਧ ਸੰਗਤ ਜਿਹੜੇ ਵੀ ਕੰਗਾਲ ਕਰ ਦੇਣਗੇ ਵੀ, ਇਹਨਾਂ ਦਾ ਕੱਖ ਨਹੀਂ ਰਹਿਣ ਦੇਣਾ। ਮਹਾਰਾਜ ਕਹਿੰਦੇ ਇਹਨਾਂ ਦੀ ਮੈਂ ਕੰਗਾਲੀ ਗਰੀਬੀ ਦੂਰ ਕਰਨੀ ਹੈ। ਉਹ ਕਹਿੰਦੇ ਇਹਨਾਂ ਨੂੰ ਕੰਗਾਲ ਕਰਨਾ। ਇਸ ਕਰਕੇ ਕਿਹਾ ਗੁਰ ਜੈਸਾ ਨਾ ਹੀ ਖੋਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਰੱਜ ਕੇ ਵਡਿਆਈ ਕਰ ਗੁਰੂ ਦੀ। ਕੀ ਪਤਾ ਕਿਹਦੇ ਕੰਨਾਂ 'ਚ ਪੈ ਜਾਵੇ, ਉਹਦੇ ਭਾਗ ਜਾਗ ਪਾਣ। ਜਿਵੇਂ ਮਨ ਸੁਖ ਨੇ ਵਡਿਆਈ ਸੁਣੇ, ਗੁਰੂ ਦਾ ਹੋ ਕੇ ਰਹਿ ਪਿਆ। ਸਤਿਗੁਰ ਸਾਹੋ ਗੁਣ ਵੇਚ, ਗੁਣ ਵੇਚਦੇ ਨੇ ਅਵਗੁਣ ਲੇਤ। ਅਵਗੁਣ ਗੁਰਸਿੱਖਾ, ਅਵਗੁਣ ਜਿਹੜੇ ਨੇ ਉਹਨੂੰ ਮੈਨੂੰ ਦੇ ਜਾਵੇ, ਅਵਗੁਣਾਂ ਨੂੰ ਛੱਡ ਜਾ। ਝੂਠ ਬੋਲਣਾ, ਕੌੜਾ ਬੋਲਣਾ, ਨਿੰਦਿਆ ਕਰਨੀ, ਚੁਗਲੀ ਕਰਨੀ, ਗੰਦੇ ਗੀਤ ਸੁਣਨੇ, ਬੋਲਣੇ ਇਤਿਆਦਿ, ਇਹੋ ਜਿਹੇ ਜਿੰਨੇ ਵੀ ਅਵਗੁਣ ਨੇ ਉਹ ਛੱਡ ਜਾ, ਮੇਰੇ ਕੋਲ ਛੱਡ ਜਾ। ਮੇਰੇ ਕੋਲ ਚੰਗੇ ਚੰਗੇ ਵਧੀਆ ਵਧੀਆ ਗੁਣ ਲੈ ਜਾ। ਉਹ ਫਿਰ ਤੇਰੀ ਇੰਗਲੈਂਡ, ਕਨੇਡਾ, ਅਮਰੀਕਾ ਵਿੱਚ ਵੀ ਤੇਰੀ ਵਡਿਆਈ ਹੋਊਗੀ। ਗੁਰੂ ਦਾ ਸਿੱਖ ਕਿੱਡੀ ਉੱਚੀ ਅਵਸਥਾ ਵਾਲੇ ਨੇ ਉਹ, ਅੱਜ ਕਿੰਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਆਹ ਵਡਿਆਈ ਤੇਰੀ ਹੋਊਗੀ। ਸੋ ਚਰਨਾਂ 'ਤੇ ਗਿਰਿਆ, ਕਿਰਪਾ ਕਰੋ ਮਹਾਰਾਜ ਮੈਨੂੰ ਉਪਦੇਸ਼ ਦੇਣਾ ਕਰੋ। ਜਿਹੜਾ ਫਿਰ ਇਹਨੂੰ ਉਪਦੇਸ਼ ਦਿੱਤਾ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ। ਮਨਸੁਖ ਸੇਠ ਨੂੰ ਉਪਦੇਸ਼ ਨਹੀਂ ਦਿੱਤਾ, ਆਪਾਂ ਸਾਰਿਆਂ ਨੂੰ ਪਵਿੱਤਰ ਉਪਦੇਸ਼ ਦਿੱਤਾ। ਉਹ ਉਚਾਰਨ ਵਾਲੇ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਜੀ ਨਾਲ ਸੀ ਰਹਿੰਦੇ। ਉਹਨਾਂ ਨੇ ਸੁਣ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਬਚਨ ਸੁਣਿਆ। ਭਾਈ ਬਾਲਾ ਜੀ ਤੁਸੀਂ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਰਹੇ ਹੋ ਸਾਰੀ ਉਮਰ, ਤੁਸੀਂ ਉਹਨਾਂ ਦਾ ਪਵਿੱਤਰ ਇਤਿਹਾਸ ਸੁਣਾਓ। ਭਾਈ ਬਾਲਾ ਜੀ ਸੁਣਾਉਣ ਵਾਲੇ ਨੇ, ਭਾਈ ਪੈੜਾ ਮੁਖਾ ਜੀ ਲਿਖਣ ਵਾਲੇ ਨੇ। ਉਹਨੂੰ ਅੱਗੇ ਸੁਣ ਕਰਕੇ ਕਲਮਬੰਦ ਕਵਿਤਾ ਵਿੱਚ ਲਿਖਣ ਵਾਲੇ ਨੇ ਕਵੀ ਰਾਜ ਚੂੜਾਮਣੀ, ਕਵੀ ਸੰਤੋਖ ਸਿੰਘ ਜੀ। ਅਤੇ ਉਹਦਾ ਰੱਟਾ ਜਿਹਾ ਲਾ ਕਰਕੇ ਸੁਣਾਉਣ ਵਾਲਾ ਮੈਂ ਹਾਂ ਤੁਹਾਡੇ ਕੋਲੇ। ਸਾਨੂੰ ਸਾਰਿਆਂ ਨੂੰ ਉਪਦੇਸ਼ ਹੈ, ਇੱਕ ਵੀ ਵਸ ਗਿਆ ਹਿਰਦੇ 'ਚ ਬੇੜੇ ਪਾਰ ਹੋ ਜਾਣਗੇ। ਇਸ ਸੰਗਤ 'ਚੋਂ ਮਿਲਦਾ ਹੈ। ਉਦੋਂ ਮਹਾਰਾਜ ਨੇ ਕਿਹਾ, ਕਹਿੰਦਾ ਮਹਾਰਾਜ ਮੈਨੂੰ ਪਵਿੱਤਰ ਉਪਦੇਸ਼ ਦਿਓ ਜਿਸ ਕਰਕੇ ਮੇਰਾ ਜਨਮ ਮਰਨ ਕੱਟਿਆ ਜਾਏ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿਰ ਗਰਭ ਵਸੇਰਾ। ਜਿਸ ਕਰਕੇ ਜਨਮ ਮਰਨ ਤੋਂ ਬਹੁਤ ਡਰ ਲੱਗਦਾ ਮੈਨੂੰ। ਗੁਰਸਿੱਖਾ ਤੂੰ ਵੀ ਡਰਿਆ ਕਰ। ਬੜਾ ਅਮੋਲਕ ਸਮਾਂ ਮਿਲਿਆ। ਆਜ਼ਾਦ ਹਾਂ ਸਾਧ ਸੰਗਤ, ਆਪਾਂ ਇਸ ਟਾਈਮ ਆਜ਼ਾਦ ਹਾਂ। ਬੈਠੋ, ਖੜੋ, ਤੁਰ ਪੋ, ਖਾ ਲਓ, ਪੀ ਲਓ, ਹੰਢਾ ਲਓ, ਸੌਂ ਲਓ, ਜਿਹੜਾ ਮਰਜ਼ੀ ਬੋਲ ਲਓ, ਐਨ ਪੂਰੇ ਆਜ਼ਾਦ ਆ। ਖਾਣੀ ਬਾਣੀ ਜੁਗ 4,84,000 ਜੂਨ ਅਪਾਈ। ਉੱਤਮ ਜੂਨ ਖਾਣੀ ਹੈ, ਮਾਨਸ ਜੂਨ ਦਲੰਭ ਦਿਖਾਈ। ਔਰ ਅੱਗੇ ਕਿਹਾ, ਕਹਿੰਦੇ ਸਭ ਜੂਨੀ ਕਰ ਵਸ ਤਿਸ। ਇਹਦੇ ਵਸ ਵਿੱਚ ਸਾਰੀ ਜੂਨੀ ਕਰ ਦਿੱਤੀ ਆ। ਸਭ ਜੂਨੀ ਕਰ ਵਸ ਤਿਸ, ਮਾਨਸ ਨੂੰ ਦਿੱਤੀ ਵਡਿਆਈ। ਇਹਨੂੰ ਵਡਿਆਈ ਦਿੱਤੀ ਆ, ਤੂੰ ਸਰਦਾਰ ਹੈ। ਸੱਪ ਕਿੱਡਾ ਭੈੜਾ ਜਾਨਵਰ ਹੈ, ਪਟਾਰੀ 'ਚ ਪਾਈ ਫਿਰਦਾ। ਸ਼ੇਰ ਸਾਧ ਕਿੱਡਾ ਭੈੜਾ ਜਾਨਵਰ ਹੈ, ਪਿੰਜਰੇ 'ਚ ਬੰਦ ਕਰੀ ਫਿਰਦਾ। ਹਾਥੀ ਕਿੱਡਾ ਵੱਡਾ ਜਾਨਵਰ ਹੈ, ਉਹਨੂੰ ਵਸ ਵਿੱਚ ਕਰੀ ਫਿਰਦਾ। ਜੇ ਇਹਨੂੰ ਤਕੜਾ ਮੰਨੀਏ, ਮੱਛਰ ਹੀ ਸਾਧ ਬੰਦਲਾ ਦਿੰਦਾ ਇਹਨੂੰ, ਜੇ ਤਕੜਾ ਮੰਨੀਏ। ਇਸ ਕਰਕੇ ਇਹਦੇ ਕੋਲ ਹੈ ਓਡੋਮੋਸ ਹੈਗੀ ਹੈ, ਮੱਛਰਦਾਨੀ ਹੈਗੀ, ਲਾਗ ਉਹ ਤੋਂ ਬਚ ਜੂਗਾ। ਸ਼ੇਰ ਨੂੰ ਜੁਗਤੀ ਨਾਲ ਬੰਦ ਕਰੀ ਫਿਰਦਾ ਹੈ, ਦਿਮਾਗ ਦਿੱਤਾ। ਇਸ ਕਰਕੇ ਬਾਕੀ ਦੀਆਂ ਜੂਨੀਆਂ ਸਾਰੀਆਂ, ਸਭ ਜੂਨੀ ਕਰ ਵਸ ਤਿਸ। ਭਾਈ ਗੁਰਦਾਸ ਜੀ ਦਾ ਇਹ ਬਚਨ ਹੈ। ਸਾਰੀਆਂ ਜੂਨੀਆਂ ਇਹਦੇ ਵਸ ਵਿੱਚ ਕਰ ਦਿੱਤੀਆਂ। ਪਾਣੀ ਹਾਰਨੇ ਇਹਦੀ ਸੇਵਾਦਾਰ ਨੇ। ਪਰ ਜਿੰਨਾ ਚਿਰ ਮਨੁੱਖਾ ਚੁੰਨੀਆਂ ਉਨੀ ਦੇਰ ਤੱਕ ਹੈ। ਜਦੋਂ ਇਹ ਤੋਂ ਚਲੇ ਗਏ, ਫਿਰ ਇਹਨਾਂ ਚੁੰਨੀਆਂ ਵਿੱਚ ਆਪਾਂ ਵੀ ਚਲੇ ਜਾਣਾ। ਗੁਰਸਿੱਖਾ ਤੂੰ ਕਿਸੇ 'ਤੇ ਤਰਸ ਨਾ ਕਰ, ਤੂੰ ਆਪਣੇ ਆਪ 'ਤੇ ਤਰਸ ਕਰ, ਆਪਣੇ ਆਪ 'ਤੇ ਤਰਸ ਕਰ। ਫਿਰ ਤੈਨੂੰ ਵਾਰ-ਵਾਰ ਫੱਫਾ ਫਿਰਤ ਤੂੰ ਆਇਆ। ਦੁਰਲਭ ਦੇ ਕਲਯੁਗ ਮੈਂ ਪਾਇਆ। ਜਿਹੜੀ ਨਾ ਲੱਭੇ ਉਹ ਦੇਹੀ ਮਿਲੀ ਹੈ। ਫਿਰ ਇਹ ਅਵਸਰ ਚਰੇ ਨਾ ਹੱਥ, ਫਿਰ ਹੱਥ 'ਤੇ ਸਮਾਂ ਨਹੀਂ ਚੜ੍ਹਨਾ। ਨਾਮ ਜਪੋ ਤੋਂ ਕੱਟੀਏ ਫਾਸਾ, ਨਾਮ ਜਪ ਕਰਕੇ ਫਾਸਾ ਕੱਟਣਾ ਕਰ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜਾ ਉਪਦੇਸ਼ ਦੇ ਰਹੇ ਨੇ, ਮਹਾਰਾਜ ਜੀ ਕਹਿਣ ਲੱਗੇ, ਸੇਠ ਜੀ ਹਉਮੈ ਨੂੰ ਕੱਢ ਮਨ ਦੇ ਵਿੱਚੋਂ। ਮਹਾਰਾਜ ਮੇਰੇ ਮਨ 'ਚ ਤਾਂ ਹੁਣ ਹਉਮੈ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਸੁਣ, ਜਿਹੜੀ ਹਉਮੈ, ਜਿਹੇ ਸਥਾਨ ਹਉਮੈ ਮਨ ਧਾਰੀ। ਉਹ ਕਿਹੜੀ ਹਉਮੈ ਹੈ?
ਮਮ ਘਰ ਮਮ ਧਨ ਮਮ ਸੁਤ ਨਾਰੀ। ਮਮ ਦਾ ਭਾਵ ਮੈਂ, ਮੇਰਾ ਘਰ, ਆ ਮੇਰਾ ਘਰ ਹੈ। ਤੇ ਤੋਂ ਪਹਿਲਾਂ ਕਿਸੇ ਦਾ ਘਰ ਸੀ, ਤੇਰੇ ਪਿਓ ਮਹਾਂਪੁਰਖ ਬੈਠੇ ਹੋਏ ਸੀ। ਬਾਰਸ ਪੈਣ ਲੱਗੀ, ਜਦੋਂ ਬਾਰਸ ਪੈਣ ਲੱਗੀ, ਸਾਧ ਸੰਗਤ ਮਹਾਂਪੁਰਖਾਂ ਨੇ ਬਾਰਸ ਤੋਂ ਰੁਕਣ ਦੇ ਮਾਰੇ ਬਰਾਂਡੇ 'ਚ ਬੈਠ ਗਏ। ਬਰਾਂਡੇ 'ਚ ਬੈਠੇ ਨੇ, ਬਾਰਸ ਪਈ ਜਾ ਰਹੀ ਹੈ। ਸੇਠ ਨੇ ਦੇਖਿਆ ਵੀ ਸਾਧ ਆ ਗਿਆ, ਬੇਲੀ ਫਿਰਦੇ ਨੇ, ਹਰ ਇੱਕ ਦੇ ਲਾਹੇ 'ਚ ਨਹੀਂ ਨਾ ਹੁੰਦਾ, ਹਿੱਸੇ 'ਚ। ਤੇ ਆਪਣਾ ਨੌਕਰ ਭੇਜਿਆ, ਜਾ ਉਹਨੂੰ ਕਹਿ, ਸਾਧ ਨੂੰ ਕਹਿ 2 ਰੋਟੀਆਂ ਦੇ ਆ ਉਹਨੂੰ, ਰੋਟੀ ਖਾ ਕੇ ਤੁਰਦਾ ਲੱਗ। ਉਹਨੇ ਜਾ ਕੇ ਕਿਹਾ, ਬਾਬਾ ਜੀ ਕਹਿਣ ਨੂੰ ਜੀ ਨਹੀਂ ਕਰਦਾ ਮੇਰਾ, ਪਰ ਸੇਠ ਦਾ ਸੁਭਾਅ ਬੜਾ ਅੜਬ ਹੈ ਬਾਬਾ ਜੀ, ਤੁਸੀਂ ਆ ਲਓ ਪ੍ਰਸਾਦਾ ਛਕ ਲਓ, ਤੁਸੀਂ ਇੱਥੋਂ ਚਲੇ ਜਾਓ। ਸੰਤ ਕਹਿੰਦੇ, ਗੁਰਮੁਖਾ ਬਾਰਿਸ਼ ਪੈ ਰਹੀ ਹੈ, ਬਾਰਿਸ਼ ਹਟੀ ਤੇ ਮੈਂ ਚਲੇ ਜਾਣਾ, ਕੋਈ ਗੱਲ ਨਹੀਂ। ਤੇ ਉਹਨੇ ਜਾ ਕੇ ਕਿਹਾ, ਸੇਠ ਜੀ ਸੰਤ ਕਹਿੰਦੇ ਨੇ ਬਾਰਿਸ਼ ਹਟੀ। ਤੇ ਉਹ ਕਹਿੰਦਾ, ਜਾ ਉਹਨੂੰ ਕਹਿ ਦੇ ਸਾਧ ਨੂੰ ਵੀ ਇਹ ਕੋਈ ਮੁਸਾਫਰਖਾਨਾ ਥੋੜਾ ਜਿੱਥੇ ਤੂੰ ਬੈਠਾ ਹੋਇਆ, ਜਾ ਤੁਰਦਾ ਲੱਗ ਅੱਗੇ। ਉਹ ਫੇਰ ਆਇਆ, ਕਹਿੰਦਾ ਬਾਬਾ ਜੀ ਨਾਲ ਮੈਂ ਵੀ ਪਾਪਾਂ ਦਾ ਭਾਗੀ ਬਣ ਰਿਹਾ। ਕਹਿਣ ਨੂੰ ਜੀ ਨਹੀਂ ਕਰਦਾ, ਪਰ ਉਹ ਕਹਿ ਕੇ ਰਿਹਾ, ਬੜਾ ਕੌੜਾ ਬੋਲ ਰਿਹਾ। ਸੇਠ ਕਹਿੰਦਾ ਵੀ ਇਹ ਮੁਸਾਫਰਖਾਨਾ ਥੋੜੋ ਹੈ ਜਿੱਥੇ ਤੂੰ ਬੈਠਾ, ਤੁਰਦਾ ਲੱਗ ਅੱਗੇ। ਤੇ ਸੰਤ ਕਹਿਣ ਲੱਗੇ, ਉਹਨੂੰ ਜਾ ਕੇ ਕਹਿਣਾ ਕਰ ਵੀ ਮੁਸਾਫਰਖਾਨਾ ਹੀ ਹੈ, ਮੁਸਾਫਰਖਾਨਾ ਨਹੀਂ ਤਾਂ ਹੋਰ ਕੀ ਹੈ। ਕਹਿੰਦਾ ਮਹਾਰਾਜ ਕਾਹਨੂੰ ਰਹਿਣ ਦਿਓ ਤੁਸੀਂ, ਭਰਿੰਡਾਂ ਦਾ ਖੱਖਰ ਹੈ ਤਾਂ, ਮੁਰਦਾ ਬੋਲੂ ਖੱਪਣ ਪਾੜੂ ਵਾਲੀ। ਕਹਿੰਦੇ ਨਹੀਂ, ਤੂੰ ਕਹਿ ਦੇ ਸਾਨੂੰ ਕੋਈ ਪਰਵਾਹ ਨਹੀਂ। ਬਿਰਥਾ ਨਾ ਸਾਧ ਮਿਲਾਪ, ਰੱਬ ਦਾ ਪਿਆਰਾ ਕੋਈ ਮਿਲ ਜਾਵੇ, ਜਿਨ੍ਹਾਂ ਦੀ ਯਾਦਾਂ ਮਨਾ ਰਹੇ ਹਾਂ ਆਪਾਂ, ਐਸੇ ਸਾਧੂਆਂ ਦਾ ਮਿਲਾਪ ਕਰਿਆ ਬਿਰਥ ਨਹੀਂ ਜਾਂਦਾ। ਸਾਧ ਸੰਗਤ ਕੋਈ ਸਬੱਬ ਬਣ ਗਏ, ਮੇਰੇ ਤੋਂ ਪਤਾ ਹੀ ਨਹੀਂ ਕਿਵੇਂ ਇੱਧਰ ਨੂੰ ਖਿੱਚ ਕੇ ਮਹਾਂਪੁਰਖਾਂ ਨੇ ਲਾ ਲਿਆ। ਮੈਂ ਤਾਂ ਸਕੂਲ ਦੀ ਗੱਡੀ ਚਲਾਉਂਦਾ ਹੁੰਦਾ ਸੀ, ਕਿਤੇ ਕਿਤੇ ਮਹਾਂਪੁਰਖਾਂ ਨਾਲ ਗੱਡੀ ਕਿਰਾਏ 'ਤੇ ਲੈ ਕੇ ਚਲੇ ਜਾਣਾ। ਇੱਥੇ ਦੀਵਾਨ ਸੀ ਆਪਣੇ, ਆ ਲਾਡੇਵਾਲ ਹੈ ਮੇਰਾ ਖਿਆਲ ਹੈ, ਜੋੜੇ ਪੁਲਾਂ ਦੇ ਕੋਲ, ਲਾਡੇਵਾਲ ਹੀ ਹੈ, ਲਾਡੇਵਾਲ ਪਿੰਡ ਹੈ। ਇੱਥੇ ਉਹ ਅਖੰਡ ਪਾਠ ਕਰਨ ਆਏ ਸੀ ਪਾਠੀ, ਮੈਨੂੰ ਨਾਲ ਭੇਜ ਦਿੱਤਾ ਮਹਾਂਪੁਰਖਾਂ ਨੇ, ਕਹਿੰਦੇ ਤੂੰ ਦੀਵਾਨ ਲਾ ਦੀ। ਉਦੋਂ ਮੈਂ ਕੀਰਤਨ ਕਰ ਲੈਂਦਾ ਸੀ ਥੋੜ੍ਹਾ ਬਾਲਾ। ਛੁੱਟੀ ਸੀ 26 ਜਨਵਰੀ ਦੀ, ਤੇ ਜਦੋਂ 27 ਜਨਵਰੀ ਨੂੰ ਮੈਂ ਬੱਚੇ ਲੈ ਕੇ ਗਿਆ, ਮਾਸਟਰ ਮੈਨੂੰ ਕਹਿੰਦਾ ਗਿਆਨੀ ਜੀ ਕਹਿੰਦੇ ਗਿਆਨੀ ਜੀ ਕੱਲ੍ਹ ਗੱਡੀ ਨਹੀਂ ਲੈ ਕੇ। ਮੈਂ ਕਿਹਾ ਕੱਲ੍ਹ ਤਾਂ 26 ਜਨਵਰੀ ਛੁੱਟੀ ਸੀ। ਕਹਿੰਦੇ ਤੁਹਾਨੂੰ ਕਿਹਨੇ ਕਿਹਾ, ਕੁਝ ਕੁ ਬੱਚੇ ਆਉਣੇ ਸੀ, ਤੁਸੀਂ ਪੁੱਛ ਕੇ ਤਾਂ ਜਾਇਆ ਕਰੋ, ਆਪਣੀ ਮਰਜ਼ੀ ਨਾਲ ਛੁੱਟੀ ਕਰ ਲੈਂਦੇ ਹੋ। ਤੇ ਮੈਂ ਕਿਹਾ ਮਾਸਟਰ ਜੀ ਮੇਰੇ ਕੋਲੋਂ ਗਲਤੀ ਹੋ ਗਈ ਹੈ, ਮੈਨੂੰ ਪਤਾ ਨਹੀਂ ਸੀ, ਤੇ ਬਾਕੀ ਮੈਨੂੰ ਕੰਮ ਹੋ ਗਿਆ, ਮੈਂ ਬਾਬਾ ਜੀ ਨਾਲ ਚਲੇ ਗਿਆ ਸੀ। ਉਹ ਕਹਿੰਦੇ ਇੱਕ ਹੀ ਕੰਮ ਹੋ, ਜਾਂ ਬਾਬਿਆਂ ਨਾਲ ਹੀ ਜਾਊ ਜਾਂ ਸਕੂਲ ਦੀ ਗੱਡੀ ਚੱਲੋ, ਇੱਕੋ ਹੀ ਕੰਮ ਹੋਊ। ਮੈਂ ਕਿਹਾ ਆਹ ਲਓ ਚਾਬੀ, ਮੈਂ ਤਾਂ ਪਹਿਲਾਂ ਹੀ ਲਈ ਫਿਰਦਾ, ਆਹ ਲਓ ਆਪਣੀ ਚਾਬੀ। ਮੈਂ ਪਹਿਲਾਂ ਹੀ, ਸਭ ਤੋਂ ਪਹਿਲਾਂ ਜਦੋਂ ਮਹਾਂਪੁਰਖਾਂ ਨੇ ਗੱਡੀ ਲਈ ਸੀ, ਕਰਜ਼ਾ ਲੈ ਕੇ ਲਈ ਸੀ ਸਾਧ ਸੰਗਤ, ਉਦੋਂ ਬੇਨਤੀ ਕਰੀ ਸੀ, ਬਾਬਾ ਜੀ ਕਿਰਪਾ ਕਰਿਓ ਮੈਨੂੰ ਇੱਥੇ ਰੱਖ ਲਿਓ, ਨਾਲ ਡਰਾਈਵਰ ਰੱਖ ਲਿਓ। ਕਹਿੰਦੇ ਤੂੰ ਆਪਣੇ ਬੱਚੇ ਪਾਲੀ ਚੱਲ, ਡਿਊਟੀ ਕਰੀ ਚੱਲ ਜਿਹੜੀ ਕਰਦਾ। ਮਨ 'ਚ ਚਾਅ ਬੜਾ ਸੀ ਵੀ ਮਹਾਂਪੁਰਖਾਂ ਦੀ ਸੰਗਤ ਮਿਲ ਜਾਵੇ। ਉਹ ਜਦੋਂ ਮਾਸਟਰ ਜੀ ਆ ਕਹਿੰਦੇ ਵੀ ਇੱਕੋ ਹੀ ਕੰਮ ਹੋਊਗਾ, ਮੈਂ ਕਿਹਾ ਚੁੱਕੋ ਜੀ ਚਾਬੀ, ਮੈਂ ਤਾਂ ਪਹਿਲਾਂ ਹੀ ਚਾਹੁੰਦਾ। ਬਹੁਤ ਉਹਨੇ ਮਾਸਟਰ ਨੇ ਵੀ ਬਹੁਤ ਮੈਨੂੰ ਕਿਹਾ, ਕੋਈ ਨਹੀਂ ਗਿਆਨੀ ਜੀ, ਤੁਹਾਨੂੰ ਅੱਗੇ ਤੋਂ ਤੁਸੀਂ ਜਾਣਾ ਹੋਵੇ ਪਹਿਲਾਂ ਦੱਸ ਦਿਆ ਕਰੋ, ਡਰਾਈਵਰ ਦਾ ਹੋਰ ਪ੍ਰਬੰਧ ਕਰ ਲਵਾਂਗੇ। ਸਕੂਲ 'ਚ ਮੈਡਮਾਂ ਪੜ੍ਹਾਉਂਦੀਆਂ, ਉਹ ਬੜਾ ਪਿਆਰ, ਬੱਚੇ ਬੜੇ ਰੋਏ, ਅੰਕਲ ਜੀ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ, ਤੁਹਾਨੂੰ ਜਾਣ ਨਹੀਂ ਦੇਣਾ। ਤੇ ਪਰ ਖੇਡ ਸੀ, ਮਹਾਂਪੁਰਖਾਂ ਨੇ ਖਿੱਚ ਕੇ ਐਸਾ ਜੋੜ ਲਿਆ ਸਾਧ ਸੰਗਤ, ਸਬੱਬ ਬਣ ਗਿਆ ਕੋਈ। ਉਹ ਮਿਲਾਪ ਬਿਰਥਾ ਨਾ ਸਾਧ ਮਿਲਾਪ, ਕਹਿਣ ਵਾਲੀ ਗੱਲ ਜਿਹੜੀ ਹੈ, ਕਿਤੇ ਹੋ ਜਾਵੇ ਰੱਬ ਦੇ ਪਿਆਰਿਆਂ ਦੀ ਸੰਗਤ, ਸਾਧ ਸੰਗਤ, ਪਰ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ, ਐਵੇਂ ਥੋੜ੍ਹਾ ਪ੍ਰਾਪਤ ਹੁੰਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਹਾਂ ਬਿਨ ਸੰਗਤ ਮੈਲ ਭਰੀਜੈ ਜੀਓ। ਮੈਲ ਦਿਨ ਰਾਤ ਭਰਦੀ ਹੈ। ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ। ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ। ਬਿਨ ਸੰਗਤ ਮੈਲ ਭਰੀਜੈ, ਸਤ ਸੰਗ ਨਹੀਂ ਮਿਲਦਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ।
ਭਾਗ ਨਾਲ ਗੱਲ ਬਣ ਜਾਂਦੀ ਹੈ। ਉਹ ਜਾ ਕੇ ਨੌਕਰ ਨੇ ਸੇਠ ਨੂੰ ਕਹਿਣਾ ਕੀਤਾ ਵੀ ਸੰਤ ਤਾਂ ਕਹਿੰਦੇ ਨੇ ਮੁਸਾਫਰਖਾਨਾ ਨਹੀਂ ਤਾਂ ਹੋਰ ਕੀ ਹੈ। ਉਹ ਆਇਆ, ਸੇਠ ਨੇ ਆ ਕੇ ਸੰਤ ਨੂੰ ਧੱਕੇ ਮਾਰੇ, ਕਹਿੰਦਾ ਮੁਸਾਫਰਖਾਨਾ ਕਹਿ ਰਿਹਾ ਮੇਰਾ ਘਰ ਹੈ। ਮਹਾਂਪੁਰਖਾਂ ਨੇ ਗੁੱਸਾ ਨਹੀਂ ਕਰਿਆ, ਕਿਉਂਕਿ ਤਾਰਨਾ ਸੀ ਉਹਨੇ, ਮਹਾਂਪੁਰਖਾਂ ਨੇ ਤਾਰਨਾ ਸੀ, ਗੁੱਸਾ ਅੰਦਰੋਂ ਕੱਢਿਆ ਹੋਇਆ ਸੀ ਉਹਨਾਂ ਦਾ। ਭਾਗਾਂ ਵਾਲੇ ਨੇ ਜਿਹੜੇ ਗੁੱਸੇ ਨੂੰ ਅੰਦਰੋਂ ਕੱਢ ਦਿੰਦੇ ਨੇ ਸਾਸ ਨੂੰ। ਤੇਰੇ ਫੁੱਲੋਂ ਸੇ ਵੀ ਪਿਆਰ, तेरे कांटों से भी प्यार, तू सुख दे तू दुख दे, हमें दोनों स्वीकार। वो लाहा लै जाते हैं संसार तो। ਜਿਹੜੇ ਦੁੱਖ ਆ ਗਏ, ਪਤਾ ਨਹੀਂ ਕਿਹੜੇ ਜਨਮ ਦਾ ਦੁੱਖ ਦੇ ਦਿੱਤਾ। ਜਿਹੜਾ ਸੁੱਖ ਦਿੱਤਾ ਉਹ ਫਿਰ ਕਿੱਧਰ ਨੂੰ ਗਿਆ? ਉਹ ਐਵੇਂ ਬੇਅਰਥ। ਕਹਿੰਦੇ ਰੇਬਾਂ ਦੇ ਕੋਲੇ, ਰੇਬਾਂ ਸੰਤ ਬਣ ਗਈ ਸੀ, ਰੇਬਾਂ ਦੇ ਕੋਲੇ ਬੀਬੀ ਗਈ, ਮਾਤਾ ਜੀ ਕਿਰਪਾ ਕਰੋ, ਸਿਰ ਪੜਨ ਤੇ ਆਇਆ ਪਿਆ, ਇਦੋਂ ਤਾਂ ਮਰ ਜਾਵਾਂ ਚੰਗਾ, ਇੰਨਾ ਸਿਰ ਦੁਖਦਾ। ਪਤਾ ਨਹੀਂ ਕਿਹੜੇ ਜਨਮ ਦਾ ਪਤਲਾ ਲੈ ਲਿਆ ਖੁਦਾ ਨੇ ਮੇਰੇ ਕੋਲੋਂ। ਉਹ ਕਹਿੰਦੀ ਧੀਏ ਖੁਦਾ ਨੂੰ ਉਲੰਭਾ ਨਾ ਦੇਣਾ ਕਰ। ਦੇਖ ਮੈਨੂੰ ਪਤਾ ਜਿਹੜਾ ਮੈਨੂੰ ਤਕਲੀਫ ਹੋ ਰਹੀ ਹੈ। ਉਹ ਕਹਿੰਦੀ ਅੱਜ ਤੋਂ ਪਹਿਲਾਂ ਸਿਰ ਕਦੇ ਦੁਖਿਆ? ਕਹਿੰਦੀ ਕਦੇ ਵੀ ਨਹੀਂ, ਕੰਡਾ ਨਹੀਂ ਲੱਗਿਆ, ਮੈਨੂੰ ਤਾਂ ਕੋਈ ਤਕਲੀਫ ਹੀ ਨਹੀਂ ਹੋਈ। ਕਹਿੰਦੇ ਕਦੇ ਸ਼ੁਕਰਾਨਾ ਕਰਿਆ ਖੁਦਾ ਦਾ ਵੀ ਕਦੇ ਤਕਲੀਫ ਨਹੀਂ ਹੋਈ, ਅੱਜ ਮਾੜਾ ਜਿਹਾ ਸਿਰ ਦੁਖਣ ਲੱਗਾ ਤੂੰ ਉਲਾਂਭੇ ਦੇਣ ਲੱਗ ਗਈ ਹੈ। ਨਹੀਂ, ਚਾਹੇ ਦੁੱਖ ਦੇਵੇ ਭਾਵੇਂ ਸੁੱਖ ਦੇਵੇ, ਉਹਦਾ ਸਤਿਕਾਰ ਹੀ ਕਰਨਾ। ਉਹ ਇਸ ਤਰੀਕੇ ਅਨੁਸਾਰ ਸਾਸੰਤ ਮਹਾਂਪੁਰਖਾਂ ਨੇ ਕੋਈ ਗੁੱਸਾ ਨਹੀਂ ਕਰਿਆ। ਕਹਿੰਦਾ ਤੂੰ ਮੇਰੇ ਘਰ ਨੂੰ ਮੁਸਾਫਰ ਕਰਨਾ ਕਹਿ। ਸੇਠ ਜੀ ਵੀ ਇੱਕ ਮੇਰੀ ਗੱਲ ਦਾ ਜਵਾਬ ਤਾਂ ਦਿਓ, ਤੁਹਾਡੇ ਤੋਂ ਪਹਿਲਾਂ ਕੌਣ ਰਹਿੰਦਾ ਸੀ? ਕਹਿੰਦਾ ਮੇਰਾ ਬਾਪੂ ਰਹਿੰਦਾ ਸੀ। ਉਹ ਤੋਂ ਪਹਿਲਾਂ ਕੌਣ ਰਹਿੰਦਾ ਸੀ? ਕਹਿੰਦਾ ਮੇਰਾ ਦਾਦਾ ਰਹਿੰਦਾ ਸੀ। ਉਹ ਤੋਂ ਪਹਿਲਾਂ ਪੜਦਾਦਾ। ਤੈਂ ਹੁਣ ਬੈਠੇ ਰਹਿਣਾ, ਤੇ ਤੋਂ ਮਗਰੋਂ ਕਹਿੰਦੇ ਮੇਰੇ ਬੱਚੇ ਰਹਿਣਗੇ, ਉਹਨਾਂ ਤੋਂ ਬਾਅਦ ਕਹਿੰਦਾ ਮੇਰੇ ਪੋਤੇ ਰਹਿਣਗੇ। ਫਿਰ ਪਹਿਲਾਂ ਤੇਰਾ ਬਾਪੂ ਰਹਿੰਦਾ ਸੀ, ਫਿਰ ਤੇਰਾ ਬਾਬਾ ਪੜਦਾਦਾ ਰਹਿੰਦਾ ਸੀ, ਤੇ ਹੁਣ ਤੁਸੀਂ ਰਹਿ ਰਹੇ ਹੋ, ਬੱਚੇ ਰਹਿਣਗੇ। ਇਹ ਕੌਣ ਨੇ? ਮੁਸਾਫਰ ਨਹੀਂ ਤਾਂ ਹੋਰ ਕੀ, ਮੁਸਾਫਰਖਾਨਾ ਨਹੀਂ ਤਾਂ ਹੋਰ ਕੀ ਹੈ। ਮੁਸਾਫਰਖਾਨਾ ਹੀ ਹੈ ਜਿੱਥੇ ਆਵਾਜਾਈ ਬਣੀ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਜੇ ਸਥਾਨ ਹਉਮੈ ਮਨ ਧਾਰੀ, ਉਹ ਕਿੱਥੇ ਹਉਮੈ? ਮਮ ਘਰ। ਹੁਣ ਇਹ ਚੀਜ਼ ਨੂੰ ਲਓ ਤੁਸੀਂ ਵੀ ਮੇਰਾ ਘਰ ਇਹ ਹਉਮੈ ਹੈ। ਫਿਰ ਮਹਾਰਾਜ ਛੱਡ ਦਈਏ ਘਰ ਨੂੰ? ਇਹ ਚੀਜ਼ ਨਾਲ ਲੈਣੀ ਆ ਆਪਾਂ ਨੇ ਸੰਗਤ ਚੋਂ ਆ ਕੇ। ਮਹਾਰਾਜ ਜੀ ਕਹਿੰਦੇ ਨਹੀਂ, ਛੱਡਣਾ ਨਹੀਂ, ਘਰ ਦੇ ਵਿੱਚ ਰਹਿ। ਫਿਰ ਨਾਲੇ ਤੁਸੀਂ ਕਹਿੰਦੇ ਮਮ ਘਰ ਇਹ ਛੱਡ ਦੇ, ਮੇਰਾ ਘਰ ਛੱਡ ਦੇ। ਨਹੀਂ, ਮਹਾਰਾਜ ਜੀ ਕਹਿੰਦੇ ਘਰ ਤੇ ਰਹੀ ਹੈ, ਪਰ 10ਵੇਂ ਜਾਮੇ ਵਿੱਚ ਜੇ ਮੈਂ ਨਾ ਛੱਡਦਾ ਆਨੰਦਪੁਰ, ਤੈਨੂੰ ਘਰੇ ਕਿਹਨੇ ਵਸਣ ਦੇਣਾ ਸੀ? ਤੈਨੂੰ ਘਰੇ ਕੌਣ ਵਸਣ ਦਿੰਦਾ ਸੀ? ਤੇ ਆਪਣੇ ਤਾਂ ਵੱਡਿਆਂ ਦਾ ਵਾਸਾ ਜੰਗਲਾਂ 'ਚ ਹੁੰਦਾ ਸੀ। ਕਿਤੇ ਇਤਿਹਾਸ ਪੜ੍ਹ ਕੇ ਦੇਖੋ, ਉਹ ਸ਼ੁਰੂ ਕਰਨਾ ਕਥਾ, ਉਹ ਵੀ ਨੈੱਟ 'ਤੇ ਪਾਉਣੇ ਆ। ਸਾਧ ਸੰਗਤ ਆਪਣੇ ਵੱਡੇ ਵਡੇਰੇ ਰਹਿੰਦੇ ਸੀ ਜੰਗਲਾਂ ਦੇ ਵਿੱਚ, ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣਾ ਉਹਨਾਂ ਨੇ। ਖਾਣ ਨੂੰ ਮਿਲ ਗਿਆ ਵਾਹਵਾ, ਨਹੀਂ ਸਾਧ ਸੰਗਤ ਜਿਹੋ ਜਿਹਾ ਉਹ ਦਰਖਤਾਂ ਦੇ ਪੱਤੇ ਸੂਤ ਕਰਕੇ ਉਹੀ ਖਾ ਕੇ ਇਹ ਹੱਥ ਜੋੜ ਲੈਣੇ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਸ਼ੁਕਰਾਨਾ ਕਰਦੇ ਸੀ। ਆਪਣੇ ਦੀ ਤਾਂ ਬਹੁਤ ਵੱਡੀ ਕਿਰਪਾ ਹੋਈ ਹੈ। ਉਹ ਕਮਾਈਆਂ ਉਹਨਾਂ ਦੀਆਂ ਕੀਤੀਆਂ ਹੋਈਆਂ। ਉਹ ਕੀ ਕਹਿੰਦੇ ਹੁੰਦੇ ਨੇ, ਗਿੱਦੜਾਂ ਦੀਆਂ ਮਾਰਾਂ 'ਤੇ ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਕਲੋਲਾਂ ਕਰਦੇ। ਮੈਂ ਤੁਹਾਨੂੰ ਨਹੀਂ ਇਹ ਗੱਲ ਕਹਿ ਰਿਹਾ, ਮੈਂ ਆਪਣੇ ਆਪ ਨੂੰ ਕਹਿ ਰਿਹਾ। ਕਮਾਈ ਮਹਾਂਪੁਰਖ ਜਿਨ੍ਹਾਂ ਦੀ ਯਾਦ ਮਨਾ ਰਹੇ ਹਾਂ, ਉਹ ਕਰ ਗਏ ਸਾਧ ਸੰਗਤ, ਅੱਜ ਸੁੱਖ ਅਸੀਂ ਮਾਣ ਰਹੇ ਹਾਂ, ਉਹਨਾਂ ਦੀਆਂ ਕਮਾਈਆਂ ਕੀਤੀਆਂ। ਮੇਰੇ ਜਿੰਨਾ ਮੈਨੂੰ ਸੁੱਖ ਤੁਹਾਡੇ ਕੋਲੋਂ ਇੱਥੋਂ ਮਿਲ ਰਿਹਾ ਹੈ, ਉਹ ਤੁਹਾਡੇ 'ਚ ਹੋਊ ਕੋਈ ਸੁਖੀ ਹੈ ਇੰਨਾ ਸਾਧ ਸੰਗਤ? ਪਰ ਕਾਹਦਾ ਬਦੌਲਤ? ਉਹ ਮਹਾਂਪੁਰਖਾਂ ਦੀ ਕਮਾਈ ਤੇ ਤੁਹਾਡਾ ਆ ਜਿਹੜੇ ਬਖਸ਼ਿਸ਼ਾਂ ਹੋ ਰਹੀਆਂ ਨੇ। ਇਸ ਕਰਕੇ ਮਹਾਰਾਜ ਘਰ ਛੱਡ ਦਈਏ। ਫਿਰ ਮਹਾਰਾਜ ਕਹਿੰਦੇ ਛੱਡਣਾ ਨਹੀਂ। ਇਹ ਘਰ ਜਿਹੜਾ ਹੈ ਇਹ ਕਿਹਦਾ ਘਰ? ਤੂੰ ਇੱਕ ਰਹਿਣ ਵਾਸਤੇ ਤੈਨੂੰ ਮੈਂ ਘਰ ਦਿੱਤਾ, ਘਰ ਮੇਰਾ ਸਮਝ ਲੈ ਤੂੰ। ਇਹ ਕਿਵੇਂ ਸਮਝਿਆ ਜਾਵੇਗਾ? ਆਓ ਮੈਂ ਇਹ ਬੇਨਤੀ ਕਰਕੇ ਇੱਥੋਂ ਆਪਾਂ ਫਿਰ ਸਮਾਪਤੀ ਕਰਦੇ ਹਾਂ, ਕਿਉਂਕਿ ਮੈਂ ਐਤਕੀ ਥੋੜ੍ਹਾ ਜਿਹਾ ਫ੍ਰੀ ਹੋਇਆ ਸਾਧ ਸੰਗਤ। ਵਧੀਆ ਇਹਦੇ ਵਿੱਚ ਮੈਨੂੰ ਇਹ ਤੁਸੀਂ ਕਰਨਾ ਕਰਾਉਣਾ, ਜੋ ਕਰਨਾ ਕਰਾਉਣਾ। ਮੈਨੂੰ ਕੋਈ ਪਤਾ ਨਹੀਂ ਸੀ ਕਿਹੜੇ ਮਹਾਂਪੁਰਖਾਂ ਨੇ ਆਉਣਾ। ਮੇਰੇ ਵਾਸਤੇ ਮਹਾਂਪੁਰਖ ਹੀ ਨੇ ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਭਾਈ ਨਿਰਮਲ ਸਿੰਘ ਜੀ ਉਹਨਾਂ ਨੇ ਟਾਈਮ ਲਾਇਆ ਹੈ। ਸੋ ਬਾਕੀ ਚਲੋ ਕੋਈ ਗੱਲ ਨਹੀਂ, ਆਉਣ ਵਾਲਾ ਟਾਈਮ ਜਿਵੇਂ ਜਿਵੇਂ ਹੋਊਗਾ ਆਪਾਂ ਸਰਵਣ ਕਰਨ ਵਾਲੇ ਹਾਂ। ਬਾਕੀ ਚਲੋ ਸੂਈ ਰੱਖ ਦਿਆ ਕਰਿਓ ਤੁਸੀਂ, ਆਪਾਂ ਬੋਲੀ ਜਾਇਆ ਕਰਾਂਗੇ ਜਿਵੇਂ ਜਿਵੇਂ ਹੋਵੇਗਾ। ਮਮ ਘਰ ਇਹ ਚੀਜ਼ ਛੱਡ ਦੇਣੀ ਹੈ। ਘਰ ਤਾਂ ਹੈ ਮੇਰਾ, ਘਰ ਤਾਂ ਆਪਾਂ ਬਣਾਇਆ, ਪਰ ਗੁਰੂ ਦੀ ਕਿਰਪਾ ਦੇ ਨਾਲ ਬਣਾਇਆ ਗਿਆ ਹੈ। ਰਹਿ ਘਰ ਦੇ ਵਿੱਚ ਗੁਰਸਿੱਖਾ ਘਰ ਜਿਹੜਾ ਗੁਰੂ ਦਾ ਜਾਣਨਾ ਹੈ ਆਪਾਂ ਨੂੰ। ਛੋਟੀ ਜਿਹੀ ਉਦਾਹਰਨ ਦਿੰਦਾ, ਮਹਾਂਪੁਰਖ ਕਿਹਾ ਕਰਨ ਰਾਜੇ ਨੂੰ, ਉਹ ਰਾਜਿਆ ਮਨੁੱਖਾ ਜਨ ਬਾਰ-ਬਾਰ ਨਹੀਂ ਮਿਲਣਾ, ਨਾਮ ਜਪਿਆ ਕਰ। ਕਹਿੰਦਾ ਬਾਬਾ ਜੀ ਤੁਸੀਂ ਬਥੇਰੇ ਹੋ ਨਾਮ ਜਪਣ ਨੂੰ, ਤੁਸੀਂ ਜਪੀ ਜਾ ਕਰੋ, ਇਹ ਤਾਂ ਤੁਹਾਡਾ ਵਿਹਲਿਆਂ ਦਾ ਕੰਮ ਹੈ। ਉਹ ਕਹਿੰਦੇ ਨਹੀਂ, ਸਾਰਿਆਂ ਦਾ ਹੀ ਕੰਮ ਹੈ। ਆਵਣ ਕਹੋ ਇੱਕ ਹੈ ਕੋ ਆਇਆ, ਇੱਕ ਨਾਮ ਜਪਣ ਵਾਸਤੇ ਆਇਆ, ਖਾਣਾ ਪੀਣਾ ਤਾਂ ਬਾਕੀ ਪਹਿਲਾਂ ਬੇਨਤੀ ਕਰੀਏ ਬਾਕੀ ਦੁਨੀਆ ਵਿੱਚ ਮਿਲਦਾ।
ਕਹਿੰਦਾ ਨਹੀਂ ਤੁਸੀਂ ਵਿਹਲੀ ਹੋ। ਬੜਾ ਸਮਝਾਉਣਾ ਮਹਾਂਪੁਰਖਾਂ ਨੇ, ਉਹਦਾ ਥੋੜਾ ਵਾਲਾ ਤਾਂ ਕਿਸ਼ਤ ਮੋੜਿਆ ਕਰੋ, ਪਰ ਨਾ ਸਮਝਣਾ। ਰਾਜੇ ਨੇ ਕਹਿਣਾ ਬਾਬਾ ਜੀ ਤੁਸੀਂ ਕਿੱਥੇ ਜੰਗਲਾਂ 'ਚ ਰਹਿੰਦੇ ਹੋ, ਆਹ ਦੇਖੋ ਮੇਰੇ ਕੋਲ ਸੋਹਣੇ ਮਹਿਲ ਨੇ, ਇੱਕ ਕਮਰਾ ਤੁਸੀਂ ਲੈ ਲਓ, ਰਹੋ ਆਰਾਮ ਨਾਲ, ਨੌਕਰ ਚਾਕਰ ਸੇਵਾ ਕਰਨ ਵਾਲੇ ਨੇ, ਸੋਹਣਾ ਖਾਓ ਸੋਹਣਾ ਹੰਡਾਓ, ਮਨੁੱਖਾ ਸਰੀਰ ਖਾਣ ਪੀਣ ਦੇ ਵਾਸਤੇ ਪ੍ਰਾਪਤ ਹੋਇਆ, ਆਹ ਜਗ ਮਿੱਠਾ ਅਗਲਾ ਕੰਡਿੱਠਾ, ਉਹਦਾ ਇਹ ਸੁਭਾਅ ਸੀ। ਤੇ ਇੱਕ ਦਿਨ ਕਿਤੇ ਗਰਮੀਆਂ ਦੇ ਦਿਨ ਸਾਧ ਸੰਗਤ ਮਹਾਂਪੁਰਖ ਆਪਣੀ ਬੰਦਗੀ ਕਰਦੇ ਨੇ। ਰਾਜਾ ਗਿਆ, ਦੇਖਿਆ ਸਮਾਧੀ 'ਚ ਬੈਠੇ ਨੇ, ਪਿਆਸ ਲੱਗੀ, ਘੜੇ 'ਚੋਂ ਪਾਣੀ ਪੀਤਾ, ਸੋਚਿਆ ਵੀ ਮਹਾਂਪੁਰਖ ਪਤਾ ਨਹੀਂ ਕਿੰਨੀ ਖੇਚਲ ਕਰਕੇ ਪਾਣੀ ਲਿਆਉਂਦੇ ਨੇ, ਘੜੇ 'ਚ ਦੁਬਾਰਾ ਲਿਆ ਕੇ ਪਾਣੀ ਪਾ ਦਿੱਤਾ, ਆਪ ਚਲਿਆ ਗਿਆ। ਮਹਾਂਪੁਰਖਾਂ ਨੂੰ ਕੋਈ ਨਹੀਂ ਪਤਾ, ਸੰਤਾਂ ਨੇ ਪਾਣੀ ਪੀਤਾ ਘੜੇ 'ਚੋਂ। ਅੱਜ ਜਦੋਂ ਸ਼ਾਮ ਨੂੰ ਚੌਂਕੜਾ ਮਾਰ ਕੇ ਬੈਠਣ ਲੱਗੇ, ਮਨ ਜੁੜਦਾ ਹੀ ਕੋਈ ਨਹੀਂ, ਜੁੜੇ ਹੀ ਨਹੀਂ ਮਨ। ਰਾਜਾ ਘਰੇ ਚਲਿਆ ਗਿਆ। ਸ਼ਾਮ ਦੇ ਟਾਈਮ ਸ਼ਰਾਬਾਂ ਦੇ ਦੌਰ ਚੱਲਦੇ, ਰਾਗ ਰੰਗ ਹੁੰਦੇ, ਆ ਸ਼ਰਾਬ ਲੈ ਕੇ ਬੋਤਲ ਭਗਾ ਕੇ ਪਰੇ ਮਾਰੀ, ਕਹਿੰਦਾ ਖਬਰਦਾਰ ਜੇ ਮੇਰੇ ਕੋਲ ਲੈ ਕੇ ਆਏ। ਨਾਚ ਹੋਣ ਲੱਗਿਆ, ਕਹਿੰਦਾ ਬੰਦ ਕਰ ਦਿਓ ਇਹ ਨਾਚ ਨੂੰ, ਕੋਈ ਨਾਚ ਨਾ ਹੋਵੇ। ਹੋਰ ਜੋ ਵੀ ਖਾਣ ਪੀਣ ਨੂੰ ਵਧੀਆ ਵਧੀਆ ਵਸਤੂਆਂ ਲੱਤ ਮਾਰ ਦਿੱਤੀ, ਕਹਿੰਦਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਰਾਤ ਮਸਾਂ ਕੱਟੀ, ਸਵੇਰਿਓਂ ਰਾਜਾ ਮਨ ਵਿੱਚ ਵਿਰਾਗ ਹੋ ਗਿਆ, ਜੰਗਲ ਨੂੰ ਤੁਰ ਪਿਆ। ਇੱਧਰੋਂ ਸੰਤ ਸਾਰੀ ਰਾਤ ਚੌਂਕੜਾ ਮਾਰਦੇ ਨੇ, ਬੈਠਦੇ ਨੇ ਸਮਾਧੀ ਦੇ ਵਿੱਚ, ਮਨ ਲੱਗਦਾ ਹੀ ਕੋਈ ਨਹੀਂ। ਸਵੇਰ ਨੂੰ ਸਾਧ ਸੰਗਤ ਉੱਠੇ, ਨਗਰ ਨੂੰ ਤੁਰੇ ਜਾ ਰਹੇ ਨੇ, ਰਾਜੇ ਦੇ ਮਿਲਣ ਤੁਰੇ। ਰਸਤੇ 'ਚ ਦੋਨਾਂ ਦਾ ਮੇਲ ਹੋ ਗਿਆ। ਮੱਥਾ ਟੇਕਿਆ, ਰਾਜਾ ਕਿੱਥੇ ਨੂੰ ਚੱਲਿਆ? ਕਹਿੰਦਾ ਮਹਾਰਾਜ ਜੰਗਲ ਨੂੰ ਚੱਲਿਆ। ਕੀ ਕਰਨ? ਬੰਦਗੀ ਕਰਨ ਚੱਲਿਆ। ਕਹਿੰਦੇ ਹੈ ਤੂੰ ਬੰਦਗੀ ਕਰਨ, ਤੈਨੂੰ ਤਾਂ ਬੜਾ ਸਮਝਾਇਆ ਸੀ, ਪਹਿਲਾਂ ਤੂੰ ਮੰਨਿਆ ਕੋਈ ਨਹੀਂ, ਹੁਣ ਕਿਵੇਂ ਵਿਰਾਗ ਲੱਗ ਗਿਆ? ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ? ਕਹਿੰਦਾ ਮਹਾਰਾਜ ਤੁਹਾਡੇ ਘੜੇ 'ਚੋਂ ਪਾਣੀ ਪੀ ਗਿਆ ਸੀ, ਉਦੋਂ ਤੋਂ ਪਤਾ ਨਹੀਂ ਕੀ ਵਿਰਾਗ ਲੱਗਿਆ ਮਨ ਵਿੱਚ। ਉਹ ਕਹਿੰਦੇ ਹੈ ਘੜੇ 'ਚੋਂ ਪਾਣੀ ਪੀ ਗਿਆ ਸੀ? ਉਹ ਤਾਂ ਭਰਿਆ ਪਿਆ। ਕਹਿੰਦਾ ਮਹਾਰਾਜ ਮੈਂ ਦੁਬਾਰਾ ਪਾਣੀ ਘੜੇ 'ਚ ਪਾ ਦਿੱਤਾ ਸੀ। ਤੁਸੀਂ ਮਹਾਰਾਜ ਕਿੱਥੇ ਨੂੰ ਚੱਲੇ ਹੋ? ਕਹਿੰਦੇ ਮੈਂ ਤੇਰੇ ਰਾਜ ਮਹਿਲਾਂ ਨੂੰ ਚੱਲਿਆ, ਵੀ 4 ਦਿਨ ਸੁੱਖ ਦੇ ਮਾਣਦੇ ਆ, ਤੇ ਬਾਰਿਸ਼ ਵਿੱਚ, ਗਰਮੀ ਵਿੱਚ, ਠੰਡ ਵਿੱਚ ਰਹਿਣਾ ਪੈਂਦਾ। ਮਹਾਰਾਜ ਮੈਂ ਤਾਂ ਤੁਹਾਨੂੰ ਪਹਿਲਾਂ ਬੇਨਤੀ ਕਰਦਾ, ਹੁਣ ਕਿਵੇਂ ਤੁਹਾਨੂੰ ਇਹ ਮਨ ਵਿੱਚ ਖਿਆਲ ਪੈਦਾ ਹੋਵੇ ਸੁੱਖ ਮਾਣੀਏ? ਮਹਾਂਪੁਰਖ ਕਹਿੰਦੇ ਉਹ ਭਲਿਆ ਜਿਹੜਾ ਤੂੰ ਘੜੇ 'ਚ ਪਾਣੀ ਪਾ ਦਿੱਤਾ ਨਾ, ਜੈਸੋ ਧਾਨ ਖਾਏ ਤੈਸੋ ਤਾ ਕੋ ਮਨ ਹੋਏ, ਪੂਜਾ ਸਮ ਮੈਲੋ ਤਨ ਔਰ ਨਾ ਅਚਾਰਿਆ। ਇਹ ਵੀ ਪੂਜਾ ਪਹੁੰਚਾਉਣੀ ਬਹੁਤ ਔਖੀ ਹੋ ਜਾਂਦੀ ਹੈ। ਕਹਿੰਦੇ ਆਹ ਜਿਹੜਾ ਘੜੇ ਵਾਲਾ ਤੇਰੇ ਵਾਲਾ ਪਾਣੀ ਪੀਤਾ ਤੇਰੇ ਹੱਥ ਦਾ, ਉਹ ਪਾਣੀ ਪੀ ਕਰਕੇ ਤੇਰਾ ਮਨ ਇਹੋ ਜਿਹਾ ਕੁਛ ਕਰ ਦਿੰਦਾ ਸੀ ਵੀ ਰਾਗ ਰੰਗ ਮਾਣੀਏ, ਸੁੱਖ ਮਾਣੀਏ, ਤੇ ਹੁਣ ਸਾਡਾ ਜੀ ਕਰਨ ਲੱਗ ਗਿਆ, ਪਰ ਹੁਣ ਪਤਾ ਲੱਗ ਗਿਆ। ਕਹਿੰਦੇ ਰਾਜਨ ਮੁੜ ਘਰ ਨੂੰ ਆਪਣਾ ਰਾਜ ਕਰ। ਕਹਿੰਦਾ ਮਹਾਰਾਜ ਮੈਂ ਨਹੀਂ ਰਾਜ ਕਰਨਾ, ਮੈਨੂੰ ਤਾਂ ਉਪਦੇਸ਼ ਦਿਓ। ਮਹਾਂਪੁਰਖ ਕਹਿੰਦੇ ਫਿਰ ਰੋਟੀ ਦਾ ਪ੍ਰਬੰਧ? ਕਹਿੰਦਾ ਮਹਾਰਾਜ ਦਿਹਾੜੀ ਕਰਕੇ ਖਾ ਲੂੰ। ਸੰਤ ਕਹਿੰਦੇ ਦਿਹਾੜੀ ਤੇਰੇ ਕੋਲੋਂ ਹੋਣੀ ਕੋਈ ਨਹੀਂ, ਦਿਹਾੜੀ ਤੂੰ ਕਰੀ ਕੋਈ ਨਹੀਂ, ਐਂ ਕਰ ਨੌਕਰ ਮੇਰਾ ਬਣ ਜਾ, ਦਿਹਾੜੀਦਾਰ ਮੇਰਾ ਬਣ ਜਾ। ਮੈਂ ਰਾਜ ਨਹੀਂ ਕਰਿਆ ਮਹਾਰਾਜ, ਰਾਜ ਤੁਸੀਂ ਸਭ ਲਓ, ਮੈਂ ਰਾਜ ਨਹੀਂ ਕਰਿਆ। ਮੇਰਾ ਨੌਕਰ ਬਣ ਕੇ ਰਾਜ ਭਾਗ ਸਾਂਭੀ ਚੱਲ, ਰੋਟੀ ਤੈਨੂੰ ਮਿਲੂਗੀ, ਕੱਪੜਾ ਤੈਨੂੰ ਮਿਲੂ, ਰਹਿਣ ਨੂੰ ਮਕਾਨ ਮਿਲੂ, ਘਾਟਾ ਹੋਵੇ ਨਫਾ ਹੋਵੇ ਉਹ ਮੇਰਾ, ਨੁਕਸਾਨ ਹੋਵੇ ਤਾਂ ਮੇਰਾ, ਜੇ ਫਾਇਦਾ ਹੋਵੇ ਤਾਂ ਮੇਰਾ। ਤੂੰ ਆਪਣਾ ਨੇਕ ਨੀਤੀ ਨਾਲ ਕੰਮ ਕਰੀ ਚੱਲ। ਸਤ ਵਚਨ ਦੀ। ਫਿਰ ਸਾਧ ਸੰਗਤ ਸਰਾਣੇ ਹੇਠਾਂ ਜਿਵੇਂ ਬਾਂਹ ਧਰ ਕੇ ਵੀ ਘੱਟ ਹੈ ਤਾਂ ਗੁਰੂ ਦਾ, ਵਾਧਾ ਤਾਂ ਗੁਰੂ ਦਾ, ਮਹਾਂਪੁਰਖਾਂ ਦਾ। ਰਾਜ ਭਾਗ ਕਰਦਾ ਤਾਂ ਹੈ ਪਰ ਗੁਰੂ ਦਾ ਜਾਣ ਕਰਕੇ। ਆਓ ਮਹਾਰਾਜ ਜੀ ਕਹਿਣ ਲੱਗੇ ਰਾਜਨ ਐਸੇ ਤਰੀਕੇ ਅਨੁਸਾਰ ਮਮ ਘਰ, ਆ ਜਿਹੜਾ ਘਰ ਹੈ ਤੇਰਾ, ਤੇਰਾ ਘਰ ਨਹੀਂ, ਇਹ ਗੁਰੂ ਨੂੰ ਅਰਪਣ ਕਰਦੇ, ਰਹੀ ਚੱਲ, ਇੱਕ ਕਿਰਾਏਦਾਰ ਦੀ ਤਰ੍ਹਾਂ ਰਹੀ ਚੱਲ। ਮਮ ਘਰ, ਮਮ ਧਨ, ਆ ਜਿਹੜੀ ਮਾਇਆ ਇਹਦੇ ਵਿੱਚ ਆਪਣੱਤ ਛੱਡ ਦੇ, ਇੱਕ ਦਿਨ ਛੱਡ ਜਾਣਾ ਹੈ। ਮਮ ਘਰ, ਮਮ ਧਨ, ਮਮ ਸੁੱਤ, ਮੇਰਾ ਇਹ ਪੁੱਤਰ ਹੈ। ਮਮ ਨਾਰੀ, ਮੇਰੇ ਘਰ ਵਾਲੀ ਹੈ। ਧੀਆਂ ਪੁੱਤਰ ਸਭ ਹਰ ਕੇ ਦੀਏ। ਅੱਗੇ ਜੋ ਮਹਾਰਾਜ ਜੀ ਉਪਦੇਸ਼ ਦੇਣਗੇ ਸਾਧ ਸੰਗਤ, ਮਮ ਪਰਿਵਾਰ ਦੇਸ ਅਸ ਹਾਥੀ, ਇਹ ਮਮ ਸੈਨ, ਇਹ ਮੇਰੀ ਫੌਜ ਹੈ, ਤੇ ਤਿਆਗ, ਇਹ ਸਾਰੇ ਦਾ ਤਿਆਗ ਕਰਨਾ ਕਰੇ, ਗੁਰੂ ਨੂੰ ਅਰਪਣ ਕਰਦੇ। ਇਹਦੇ ਵਿੱਚੋਂ ਮੈਂ ਮੇਰੀ ਨੂੰ ਬਾਹਰ ਕੱਢ ਦੇ, ਹੰਗਤਾ ਨੂੰ ਬਾਹਰ ਕੱਢ ਦੇ, ਮਮਤਾ ਨੂੰ ਬਾਹਰ ਕੱਢ ਦੇ। ਵਿੱਚ ਹਉਮੈ ਦੁਸ਼ਟੀ ਪਾਈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ। ਉਹ ਮਨ ਸੁਖ ਸੇਠ ਗੁਰੂ ਨਾਨਕ ਦੇਵ ਭਾਈ ਭਗੀਰਥ ਦੀ ਸੰਗਤ ਕਰਕੇ ਬੜਾ ਉੱਚੀ ਅਵਸਥਾ ਦਾ ਸਾਧ ਸੰਗਤ ਸਾਧੂ ਬਣਿਆ, ਜਿਹਦੀ ਸੰਗਤ ਕਰਕੇ ਰਾਜਾ ਸ਼ਿਵਨਾਭ ਨੂੰ ਜਾਗ ਲੱਗਿਆ। ਸਾਧ ਸੰਗਤ ਉਹ ਤੇ ਕਿਰਪਾ, ਰਾਜੇ ਸ਼ਿਵਨਾਭ ਤੇ ਕਿਰਪਾ ਹੋਈ। ਸਾਰਾ ਸੰਗਲਾਦੀਪ, ਜਿਹੜਾ ਸੰਗਲਾਦੀਪ ਦੇਸ਼ ਸੀ, ਗੁਰੂ ਨਾਨਕ ਦੇਵ ਦਾ ਸਿੱਖ ਬਣਿਆ। ਉਹਨਾਂ ਨੂੰ ਮਹਾਰਾਜ ਜੀ ਨੇ ਫਿਰ ਪਵਿੱਤਰ ਉਪਦੇਸ਼ ਵੀ ਦੇਣਾ ਕਰਿਆ ਸੀ। ਜੋ ਭਗਤ ਜੋਗ ਮਾਰਗ ਹੈ ਉਹ ਮਹਾਰਾਜ ਨੇ ਦਰਸਾਇਆ ਸੀ।
ਪ੍ਰਥਮੇ ਜਮ ਮਨ ਰਾਖਣ ਨੀਵਾ, ਨਿਜ ਗੁਣ ਤੇ ਨਿਰਮਾਣ ਸਦੀਵਾ। ਦੂਜੋ ਨੇਮ ਜਾਏ ਸਤ ਸੰਗਤ, ਕਥਾ ਕੀਰਤਨ ਸੁਨ ਮਿਲ ਪੰਗਤ। ਤੀਜੇ ਦੇਸ ਅਕੰਤ ਬਖਾਨੈ, ਸਰਬ ਵਿਖੈ ਇੱਕ ਗੋਬਿੰਦ ਜਾਣੈ। ਚੌਥੇ ਆਸਣ ਸਮਝੋ ਚਿੱਤ, ਕਰੈ ਗੋਬਿੰਦ ਵਿਖੇ ਬਿਰਤ ਥਿਤ। ਪੰਜਵੇਂ ਪ੍ਰਾਣਾ ਜਾਮ ਸੋ ਚੀਨ, ਪੂਰਖ ਕੁੰਭਕ ਰੇਚਕ ਚੀਨ। ਇਹ ਸਮਾਂ ਮਿਲੂ, ਆਪਾਂ ਸਮੇਂ ਅਨੁਸਾਰ ਫਿਰ ਇਹਦੀ ਵਿਚਾਰ ਕਰਾਂਗੇ ਵੀ ਭਗਤ ਯੋਗ ਕਿਹੜਾ ਹੈ। ਇੱਕ ਤਾਂ ਹੈ ਹਠ ਯੋਗ। ਹਠ ਯੋਗ ਪਹਿਲੇ ਸਮੇਂ ਵਿੱਚ ਕਰਦੇ ਸੀ, ਹੁਣ ਨਹੀਂ ਕਰਨ ਦੀ ਲੋੜ, ਇਹ ਅਨੇਕਾਂ ਬਿਮਾਰੀਆਂ ਲਾਉਂਦਾ ਹੈ। ਸਹਿਜ ਯੋਗ ਦੱਸਿਆ ਮਹਾਰਾਜ ਜੀ ਨੇ। ਸਭ ਤੋਂ ਪਹਿਲਾ ਜਿਹੜਾ ਉਹਦਾ ਅੰਗ ਹੈ, ਪ੍ਰਥਮੇ ਜਮ ਮਨ ਰਾਖਣ ਨੀਮਾ। ਮਨ ਨੂੰ ਨੀਵਾਂ ਰੱਖਣਾ, ਨਿਮਰਤਾ ਧਾਰਨ ਕਰਨੀ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਪਰ ਇਹ ਕਿੱਥੋਂ ਆ ਕੇ, ਜਿੱਥੋਂ ਮੈਂ ਬੇਨਤੀ ਸ਼ੁਰੂ ਕੀਤੀ ਹੈ ਵੀ ਸੰਗਤ ਵਿੱਚੋਂ ਆ ਕਰਕੇ ਸਾਨੂੰ ਇਹ ਸੋਝੀ ਪ੍ਰਾਪਤ ਹੋਣੀ ਹੈ। ਸੰਗਤ ਦੇ ਵਿੱਚ ਆ ਕਰਕੇ ਸੰਗਤ ਫਲ ਪਿਖੀ ਹੈ ਤਤਕਾਲਾ, ਕਾਗੋਂ ਪਿੱਕ ਪਿੱਕ ਬੱਕੋਂ ਮਰਾਲਾ। ਕਾਗੋਂ ਜਾਣਦੇ ਹੋ ਕੌਣ ਨੂੰ ਕਹਿੰਦੇ ਨੇ, ਪਿੱਕ ਕੋਇਲ ਨੂੰ ਕਹਿੰਦੇ ਨੇ, ਉਦੋਂ ਬਾਅਦ ਬੱਕੋਂ ਕਹਿੰਦੇ ਨੇ ਬਗਲਾ, ਬਗਲੇ ਤੋਂ ਬਾਅਦ ਮਰਾਲ ਕਹਿੰਦੇ ਨੇ ਹੰਸ। ਕਾਂ ਤੋਂ ਕੋਇਲ, ਕੋਇਲ ਤੋਂ ਬਗਲਾ, ਬਗਲੇ ਤੋਂ ਹੰਸ ਵਾਲੀ ਬਿਰਤੀ ਬਣ ਜਾਣੀ। ਕਾਂ ਨੇ ਗੰਦਗੀ ਖਾਣੀ, ਛੱਡ ਦੇਣੀ ਗੰਦਗੀ, ਕੋਇਲ ਵਾਂਗੂ ਮਿੱਠੇ ਮਿੱਠੇ ਫਲ ਖਾਣੇ। ਫਿਰ ਉਦੋਂ ਬਾਅਦ ਬਾਣੇ ਦੇ ਧਾਰਨੀ ਹੋ ਜਾਣਾ। ਫਿਰ ਹੰਸਾਂ ਵਾਲੀ ਬਿਰਤੀ, ਮੋਤੀ ਖਾਣੇ, ਸਾਧ ਸੰਗਤ ਨਾਮ ਰੂਪੀ ਮੋਤੀ ਖਾਣੇ। ਮਿੱਠੇ ਬੋਲ ਬੋਲਣੇ, ਉਹ ਜਿਵੇਂ ਉਹ ਲਾਲ ਉਬਲ ਜਾਂਦੇ ਨੇ, ਇਹ ਮਿੱਠੇ ਬੋਲ ਬੋਲਣੇ। ਹੌਲੀ ਹੌਲੀ ਐਸੀ ਅਵਸਥਾ ਚੱਲਦੇ ਚੱਲਦੇ ਚਲਤ ਚਲਤ ਤੈਸੇ ਪਹੁੰਚੈ ਠਿਕਾਨੋਂ ਜਾਏ। ਖੋਜਤ ਖੋਜਤ ਗੁਰ ਸ਼ਬਦ ਲਿਵਲੀਨ ਹੈ। ਖੋਜਦਿਆਂ ਖੋਜਦਿਆਂ ਸ਼ਬਦ ਦੇ ਵਿੱਚ ਲਿਵਲੀਨ ਹੋ ਜਾਣਾ, ਇੱਕ ਮਿੱਕ ਹੋ ਜਾਣਾ। ਤੇ ਐਸੀ ਅਵਸਥਾ ਬਣ ਜਾਣੀ, ਹੌਲੀ ਹੌਲੀ ਚੱਲਦੇ ਚੱਲਦੇ ਹੋ ਜਾਣੀ ਹੈ। ਇੰਨੀਆਂ ਕੁ ਬੇਨਤੀਆਂ ਕਰਦਾ ਹੈ ਮੈਂ ਖਿਮਾ ਦਾ ਜਾਚਕਾਂ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। 2 ਦਿਨ ਆਪਣੇ ਕੋਲੇ ਹੋਰ ਨੇ। ਕੱਲ੍ਹ ਨੂੰ ਕਾਫੀ ਮਹਾਂਪੁਰਖਾਂ ਨੇ ਆਉਣਾ ਹੈ, ਜਿਵੇਂ ਮੈਨੂੰ ਦੱਸਿਆ ਸੇਵਾਦਾਰਾਂ ਨੇ। ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਕੱਲ੍ਹ ਨੂੰ ਆਉਣਾ ਸੀ 6 ਤਰੀਕ ਨੂੰ, ਪਰ ਉਹ ਕੱਲ੍ਹ ਜਿਹੜੀ ਲੰਘ ਕੇ ਗਈ ਹੈ ਸਾਧ ਅਮਰੀਕਾ ਦਾ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਸੀ। ਚਲੋ ਮੈਂ ਉਹਨਾਂ ਕੋਲੇ ਕਦੇ ਜ਼ੋਰ ਪਾ ਕੇ ਨਹੀਂ ਗਿਆ, ਪਰ ਚੌਥੇ ਮੈਂ ਗਿਆ ਸੀ। ਉਦੋਂ ਬਾਬਾ ਜੀ ਕਹਿ ਰਹੇ ਸੀ ਬੜੇ ਪ੍ਰੇਮ ਦੇ ਨਾਲ, ਕਹਿੰਦੇ ਬਾਬਾ ਜੀ ਪਿਛਲੀ ਵਾਰੀ ਵੀ ਤੁਹਾਡਾ ਕੈਂਸਲ ਹੋ ਗਿਆ ਸੀ, ਮੈਨੂੰ ਅਮਰੀਕਾ ਜਾਣਾ ਪੈ ਗਿਆ। ਅਤੇ ਮੈਂ ਬੇਨਤੀ ਇਹੀ ਕਰੀ ਹੈ ਬਾਬਾ ਜੀ, ਮੈਂ ਵੀ ਬੋਲ ਰਿਹਾ ਤੁਹਾਡੀ ਕਿਰਪਾ ਨਾਲ ਹੀ ਬੋਲ ਰਿਹਾ, ਮੈਨੂੰ ਕੀ ਬੋਲਣਾ ਹੁੰਦਾ ਸੀ। ਅਤੇ ਸਾਡੇ ਵਾਸਤੇ ਤੁਸੀਂ ਹਾਜ਼ਰ ਨਾਜ਼ਰ ਹੀ ਹੋ, ਕੋਈ ਗੱਲ ਨਹੀਂ, ਜੱਥਾ ਭੇਜ ਦਿਓ। ਬਾਬਾ ਮਨਮੀਰ ਸਿੰਘ ਜੀ ਹੋਰਾਂ ਨੇ ਆਉਣਾ, ਬਾਬਾ ਅਮਰ ਸਿੰਘ ਜੀ ਹੁਣੀ ਆਉਣਗੇ, ਅਤੇ ਹੋਰ ਮਹਾਂਪੁਰਖ ਆ ਰਹੇ ਨੇ। ਉਹ ਜਿਵੇਂ ਜਿਵੇਂ ਸਮਾਂ ਆਊਗਾ ਆਪਾਂ ਸਰਵਣ ਕਰਦੇ ਜਾਵਾਂਗੇ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਸ ਤੋਂ ਉਪਰੰਤ ਸਮੂਹ ਸੇਵਾਦਾਰਾਂ ਦਾ ਬੜੀਆਂ ਸੇਵਾਵਾਂ ਹੋ ਰਹੀਆਂ ਨੇ ਗੁਰਸਿੱਖਾਂ ਸੰਗਤਾਂ ਵੱਲੋਂ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਹੋਰ ਅਨੇਕਾਂ ਸਾਧਨਾਂ ਦੁਆਰਾ ਸੇਵਾਵਾਂ ਹੋ ਰਹੀਆਂ ਨੇ। ਸਾਰਿਆਂ ਦਾ ਧੰਨਵਾਦ ਹੈ। ਦਾਸ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਨੇ, ਬਾਬਾ ਜੀ, ਬਾਬਾ ਨਿਰਮਲ ਸਿੰਘ ਜੀ, ਮੈਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ। ਮੈਂ ਤਾਂ ਹੁਣ ਇਹਨਾਂ ਨੂੰ ਕਿਹਾ ਵੀ ਥੋੜ੍ਹਾ ਜਿਹਾ ਤੁਸੀਂ ਭਾਈ, ਜਦੋਂ ਬਾਪੂ ਬੁੱਢਾ ਹੋ ਜਾਵੇ ਉਹਨੂੰ ਫਿਰ ਪੁੱਤ ਕਹਿੰਦੇ ਨੇ ਬਾਪੂ ਹੁਣ ਤੂੰ ਬੈਠ ਜਾ, ਵਿਹਲਾ ਬੈਠ ਜਾ, ਹੁਣ ਤੂੰ ਬਥੇਰੀ ਕਮਾਈ ਕਰ ਲਈ ਹੈ, ਵੀ ਹੁਣ ਤੁਸੀਂ ਥੋੜ੍ਹਾ ਜਿਹਾ ਖਿਆਲ ਕਰੋ। ਪਹਿਲਾਂ ਚਾਅ ਹੁੰਦਾ ਸੀ ਦੀਵਾਨ ਲਾਵਾਂਗੇ, ਕੀਰਤਨ ਕਰਿਆ ਕਰਾਂਗੇ, ਭਾਵੇਂ ਕਿ ਗੁਰੂ ਦੀ ਦਾਤ ਹੈ, ਪਰ ਹੁਣ ਉਹ ਚਾਅ ਜਿਹਾ ਲੱਥ ਗਿਆ। ਹੁਣ ਤਾਂ ਜੀਅ ਕਰਦਾ ਵੀ ਬੈਠੀਏ ਥੋੜ੍ਹਾ ਜਿਹਾ, ਜਿੰਨਾ ਕੁ ਸਮਾਂ ਬਾਕੀ ਹੈ ਬੈਠੀਏ, ਸੁੱਖ ਪ੍ਰਾਪਤ, ਭਾਵੇਂ ਸੁੱਖ ਹੀ ਹੈ ਇਹਦੇ ਵਿੱਚ ਵੀ, ਫਿਰ ਵੀ ਸਾਧ ਸੰਗਤ ਥੱਲੇ 'ਚ ਉਤਰਨਾ ਪੈਂਦਾ ਇੱਥੇ ਆ ਕਰਕੇ। ਸੋ ਇਸ ਕਰਕੇ ਚਲੋ ਬਾਕੀ ਅੱਗੇ ਜਿਵੇਂ 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 ਹੁਕਮ ਤਿਵੇਂ ਤਿਵੇਂ ਕਾਰ। ਆਪ ਸਮੂਹ ਸੰਗਤਾਂ ਦਾ ਦੂਰੋਂ ਨੇੜਿਓਂ ਸਾਰੇ ਚੱਲ ਕੇ ਆਏ ਹੋ, ਲੁਧਿਆਣਾ ਤੋਂ ਆਏ ਨੇ ਗੁਰਮੁਖ ਪਿਆਰੇ, ਔਰ ਸਾਰੇ ਸਾਧ ਸੰਗਤ, ਕੋਈ ਨੇੜੇ ਆ ਕੋਈ ਦੂਰੋਂ ਆਏ, ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ। ਸਾਡੇ ਪ੍ਰਧਾਨ ਜੀ ਆਏ ਨੇ, ਬਹੁਤ ਬਖਸ਼ਿਸ਼ ਹੈ ਆਲੂ ਅਰਕ ਸਾਹਿਬ ਤੋਂ, ਬਹੁਤ ਮਹਾਰਾਜ ਜੀ, ਮੈਂ ਇਹਨਾਂ ਦੇ ਮੂੰਹ 'ਤੇ ਬੈਠਿਆ ਕੀ ਵਡਿਆਈ ਕਰਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਸਥਾਨ 'ਤੇ ਬਹੁਤ ਕਿਰਪਾ ਕੀਤੀ ਹੋਈ ਹੈ। ਜਿੰਨੇ ਸੇਵਾਦਾਰ ਨੇ ਐ ਅੰਦਰੋਂ ਪਿਆਰ ਹੀ ਪਿਆਰ ਫੁੱਟ ਫੁੱਟ ਪੈਂਦਾ ਹੈ। ਨਾਲ ਬਾਬਾ ਜੀ ਨੇ, ਬਾਬਾ ਤਰਲੋਕ ਸਿੰਘ ਜੀ, ਅਤੇ ਇਹਨਾਂ ਦਾ ਵੀ ਧੰਨਵਾਦ ਹੈ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਪੜ੍ਹੋ ਗੱਜ ਵੱਜ ਕੇ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਰਲ ਕੇ ਗੁਰੂ ਚਰਨ 'ਚ ਅਰਦਾਸ ਬੇਨਤੀ ਕਰਾਂਗੇ। ਕੱਲ੍ਹ ਨੂੰ ਜਿਹੜਾ ਟਾਈਮ ਹੈ ਉਹ ਕਿੰਨੇ 12 ਵਜੇ 11 ਕੁ ਵਜੇ ਸ਼ੁਰੂ ਹੋ ਜਾਂਦਾ ਕੀਰਤਨ। ਸੋ 2 ਦਿਨ ਨੇ ਆਪਣੇ, ਇਹ ਸਾਲ 'ਚ 2 ਦਿਨ ਕੱਢੋ। ਉਦੋਂ ਬਾਅਦ ਫਿਰ ਆਪਣੇ ਕੋਲੇ
ਸਾਸ 362 ਦਿਨ ਫੇਰ ਪਏ ਨੇ, ਕੰਮਕਾਰ ਵੀ ਕਰੀ ਜਾਣੇ ਨੇ। ਇੱਕ ਪੰਚਮੀ ਦਾ ਦਿਨ ਆਉਂਦਾ। ਬਾਕੀ ਜਿੱਥੇ ਕਿਤੇ ਵੀ ਮੈਂ ਰੋਕਦਾ ਨਹੀਂ ਹੁੰਦਾ, ਜਿੱਥੇ ਵੀ ਕਿਤੇ ਕੋਈ ਗੁਰੂ ਦੇ ਨਾਲ ਜੋੜਨ ਵਾਲਾ ਕੋਈ ਵੀ ਗੁਰੂ ਪਿਆਰਾ ਸਾਧੂ ਸੰਤ ਮਹਾਂਪੁਰਖ ਵਿੰਗ ਪਾ ਕੇ ਜਾਣਾ ਪਵੇ, ਪਹੁੰਚਿਆ ਕਰੋ। ਸਾਸ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਮਨੁੱਖਾ ਜਨਮ ਬਾਰ ਬਾਰ ਨਹੀਂ ਮਿਲਣਾ, ਸਾਸ ਨੂੰ ਬਾਰ ਬਾਰ ਫਿਰੇਗਾ 84 ਭੋਗ ਦਾ। ਓਏ ਮਨਾ ਮਨ ਨੂੰ ਕਹੀਓ ਮਿਲਣਾ ਨਹੀਂ ਵੈਦ ਤੈਨੂੰ, ਤੇਰੇ ਰੋਗ ਦਾ ਨਹੀਂ ਮਿਲਣਾ। ਓਏ ਗੁਰੂ ਨਾਨਕ ਦਾ ਤੇਰੇ ਮਗਰ ਮਗਰ ਤੁਰਿਆ ਫਿਰਦਾ, ਤਾਰਦਾ ਫਿਰਦਾ। ਤੇ ਇਸ ਕਰਕੇ ਲਾਹਾ ਪ੍ਰਾਪਤ ਕਰੀ। ਸਾਰੇ ਗੱਜ ਵੱਜ ਕੇ ਬੋਲਦੇ ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ, ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ, ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ। ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਰਾਇ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਸ੍ਰੀ ਹਰਿ ਰਾਇ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਤੇਗ ਬਹਾਦਰ, ਧਨ ਹੈ। ਧਨ ਹੈ, ਧਨ ਹੈ ਗੁਰੂ ਤੇਗ ਬਹਾਦਰ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਗੋਬਿੰਦ ਸਿੰਘ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਗੋਬਿੰਦ ਸਿੰਘ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧਨ ਹੈ। ਧਨ ਹੈ, ਧਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਤੇਰਾ ਪੰਥ ਖਾਲਸਾ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਤੇਰਾ ਪੰਥ ਖਾਲਸਾ, ਧਨ ਹੈ।
ਸੰਗਤ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰੀ ਸਾਧ ਸੰਗਤ ਜੀ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ, ਵਾਹਿਗੁਰੂ ਬੋਲ ਪਿਆਰਿਆ, ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, 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 ਸਤਨਾਮ ਸ੍ਰੀ ਵਾਹਿਗੁਰੂ ਬੋਲ। ਮੇਰੇ ਹਰ ਪ੍ਰੀਤਮ ਕੀ। ਤੁਹਾਡੇ ਆਪਣੇ ਚੈਨਲ ਗੁਰਸੋਭਾ ਟੀਵੀ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਕੋਈ ਬਾਤ YouTube ਤੇ ਕਥਾ ਕੀਰਤਨ ਸਰਵਣ ਕਰਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਸੋ ਮੇਰਾ ਵੀ